ਰੂਪ ਪਿਆਰੇ ਸਾਧ ਸੰਗਤ ਜੇ ਸੱਜ ਜਾਓ। ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਾਚੂ ਜੁਗਾਦ ਸਾਚੂ ਹੈ ਵੀ ਸਾਚੂ ਨਾਨਕ ਹੋਸੀ ਵੀ ਸਾਚੂ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਗ ਕਹਿਜੈ ਕੋਟੇ ਇੰਦਰ ਇੰਦਰਾਣ ਸਾਹੀ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸਤ ਵਿਚਾਰ ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਆਓ ਨਾਹੁ ਕੀਆਓ ਤੇ ਅਕਿਆਥ ਸੰਸਾਰ ਮਹਿ। ਬੇਸੁਮਾਰ ਅਥਾਹ ਅਗਨਤ ਅਤੁਲਾ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ
ਤਿਉ ਨਾਨਕ ਦਾਸ ਬੋਲੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਹਰ ਸੰਗ ਰਾਤੇ ਭਾਏ ਨਾ ਜਲੈ, ਹਰ ਸੰਗ ਰਾਤੇ ਮਾਇਆ ਨਹੀਂ ਛਲੈ। ਹਰ ਸੰਗ ਰਾਤੇ ਭਾਏ ਨਾ ਜਲੈ, ਹਰ ਸੰਗ ਰਾਤੇ ਮਾਇਆ ਨਹੀਂ ਛਲੈ। ਹਰ ਸੰਗ ਰਾਤੇ ਨਹੀਂ ਡੂਬੈ ਜਲਾ, ਹਰ ਸੰਗ ਰਾਤੇ ਸੁਫਲ ਫਲਾ। ਸਭ ਭੈ ਮਿਟਹਿ ਤੁਮਾਰੈ ਨਾਏ, ਭੇਟਤ ਸੰਗ ਹਰ ਹਰ ਗੁਣ ਗਾਏ। ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ, ਹਰ ਸਿਉ ਸੋ ਰਚੈ ਜਿਸ ਸਾਧ ਕਾ ਮੰਤਾ। ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ, ਹਰ ਸੰਗ ਰਾਤੇ ਪੂਰਨ ਆਸ। ਹਰ ਸੰਗ ਰਾਤੇ ਦੁਖ ਨਾ ਲਾਗੈ, ਹਰ ਸੰਗ ਰਾਤਾ ਆਨ ਦਿਨ ਜਾਗੈ। ਹਰ ਸੰਗ ਰਾਤਾ ਸਹਿਜ ਘਰ ਵਸੈ, ਹਰ ਸੰਗ ਰਾਤੇ ਭ੍ਰਮ ਪਉ ਨਸੈ। ਹਰ ਸੰਗ ਰਾਤੇ ਮਤ ਊਤਮ ਹੋਏ, ਹਰ ਸੰਗ ਰਾਤੇ ਨਿਰਮਲ ਸੋਏ। ਕਹੋ ਨਾਨਕ ਤਿਨ ਕਉ ਬਲ ਜਾਏ, ਜਿਨ ਕਉ ਪ੍ਰਭ ਮੇਰਾ ਬਿਸਰਤ ਨਾਹੀ। ਕਹੋ ਨਾਨਕ ਤਿਨ ਕਉ ਬਲ ਜਾਏ, ਜਿਨ ਕਉ ਪ੍ਰਭ ਮੇਰਾ ਬਿਸਰਤ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਦੀਨਾ ਬੰਧੂ ਗੁਰੂ ਗਰੀਬ ਨਿਵਾਜ। ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਜੀ ਤਖਤਾਂ ਉੱਪਰ ਸੁਭਾਏਮਾਨ ਹੋ ਕਰਕੇ ਸਰਬਤ ਜੀਵਾਂ ਦੀ ਕਲਿਆਣ ਹਿਤ ਨੇਮ ਵਾਲਿਆਂ ਨੂੰ, ਪ੍ਰੇਮ ਵਾਲਿਆਂ ਨੂੰ, ਸਤ ਸੰਗੀ ਜਨਾਂ ਨੂੰ, ਸਰਬਤ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਪਣੇ ਪਾਵਨ ਤਖਤ ਸਾਹਿਬ ਜੀ ਦੇ ਸੁੰਦਰ ਦਰਸ਼ਨ ਦੀਦਾਰ, ਦਸਾਂ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤਿਗੁਰੂ ਜੀ ਦੇ ਪਿਆਰ ਵਾਲਿਆਂ ਨੇ ਦੂਰੋਂ ਨੇੜਿਓਂ ਚੱਲ ਕਰਕੇ ਆ ਕਰਕੇ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਕੇ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ ਸਰਵਣ ਗਾਇਨ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਸਤਿਗੁਰੂ ਜੀ ਦੇ ਨਾਮ ਰਸ ਦੇ ਵਿੱਚੋਂ ਆਤਮਿਕ ਆਨੰਦ ਨੂੰ ਮਾਣਨਾ ਕੀਤਾ ਹੈ। ਹੁਣ ਕਲਗੀਧਰ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨੇ ਦਾ। ਸਰਬਤ ਮਾਈ ਭਾਈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ
ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨਾ ਕਰੀਏ। ਹਿਰਤੇ ਦੀ ਇਕਾਗਰਤਾ ਵਾਸਤੇ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਪਿਆਰ ਦੇ ਨਾਲ ਉਚਾਰਨਾ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਰਬਤ ਜੀਵਾਂ ਦੇ ਕਲਿਆਣਕਾਰੀ, ਅੰਮ੍ਰਿਤ ਉਪਦੇਸ਼ ਦੇ ਦਾਤਾ, ਸੁੰਦਰ ਦੀਵਾਨ ਸਜਿਆ ਹੋਇਆ ਹੈ ਗੁਰਤਾ ਗੱਦੀ ਦੇ ਉੱਪਰ ਸ਼ੋਭਨੀਕ ਨੇ। ਸਰਬਤ ਮਾਈ ਭਾਈ ਗੁਰਚਰਨਾਂ ਵਿਖੇ ਆ ਕਰਕੇ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰ ਕਰਕੇ ਭੇਟਾਵਾਂ ਅਰਪਣ ਕਰਕੇ ਮਨ ਚਿੰਦੇ ਪਦਾਰਥ ਸਤਿਗੁਰੂ ਜੀ ਤੋਂ ਪ੍ਰਾਪਤ ਕਰਕੇ ਪ੍ਰਸੰਨ ਹੋ ਰਹੇ ਨੇ। ਜਗਿਆਸੂ ਜਨ ਲੋਕ ਅਤੇ ਪਰਲੋਕ ਦੇ ਪਦਾਰਥ ਅਤੇ ਸੁਖ ਲੈ ਕਰਕੇ ਸਤਿਗੁਰੂ ਜੀ ਦੀ ਨਦਰ ਦੇ ਪਾਤਰ ਬਣ ਰਹੇ ਨੇ। ਜਗਿਆਸੂ ਜਨਾਂ ਨੇ, ਪ੍ਰੇਮ ਵਾਲਿਆਂ ਗੁਰਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਵਿਖੇ ਅਰਦਾਸ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਉਪਦੇਸ਼ ਨਾਮ ਨੂੰ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੇ ਵਿੱਚ ਲਾਉਣ ਦਾ ਹੈ। ਆਪ ਜੀ ਦੇ ਅੰਮ੍ਰਿਤ ਉਪਦੇਸ਼ਾਂ ਤੋਂ, ਪ੍ਰਵਚਨਾਂ ਤੋਂ ਸ਼ੁਭ ਸਿੱਖਿਆ ਮਿਲਦੀ ਏ। ਮਨ ਜਦੋਂ ਬਾਹਰ ਮੁਖੀ ਹੋ ਜਾਂਦਾ ਹੈ, ਬਹੁਤੀ ਭਟਕਣਾ ਦਾ ਸ਼ਿਕਾਰ ਹੁੰਦਾ ਹੈ ਤੇ ਜਿਹੜਾ ਜੀਵ ਹੈ ਇਹ ਦੁੱਖ ਪਾਉਂਦਾ ਹੈ। ਪਰ ਮਨ ਜਦੋਂ ਅੰਤਰਮੁਖੀ ਬਿਰਤੀ ਨੂੰ ਧਾਰਨ ਕਰਦਾ ਹੈ, ਨਾਮ ਰੰਗਣ ਦੇ ਅੰਦਰ ਰੰਗਿਆ ਜਾਂਦਾ ਹੈ ਤੇ ਫਿਰ ਆਤਮ ਸੁਖ ਨੂੰ ਪਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਐਸੇ ਅੰਮ੍ਰਿਤ ਪ੍ਰਵਚਨਾਂ ਦੇ ਰਾਹੀਂ ਸੁਖੈਨ ਉਪਦੇਸ਼ ਦੀ ਬਖਸ਼ਿਸ਼ ਕਰਨਾ ਕਰੋ, ਜਿਹੜਾ ਸੁਤੇ ਸਿੱਧ ਹੀ ਸੁਭਾਵਕ ਹੀ ਸਾਨੂੰ ਸਮਝ ਆ ਜਾਵੇ। ਤੇ ਸੱਚੇ ਪਾਤਸ਼ਾਹ ਜੀਓ ਜਿਸ ਦੇ ਵਿੱਚੋਂ ਮਨ ਨੂੰ ਨਾਮ ਦੇ ਵਿੱਚ ਲਾਉਣ ਦਾ ਉਪਦੇਸ਼ ਮਿਲੇ ਤੇ ਵਡਿਆਈ ਦਾ ਪਤਾ ਲੱਗੇ ਕਿ ਜੇਕਰ ਮਨ ਨੂੰ ਨਾਮ ਦੇ ਅੰਦਰ ਲਾਈਏ, ਗੁਰਬਾਣੀ ਦੇ ਅੰਦਰ ਲਾਈਏ, ਸਿਮਰਨ ਦੇ ਅੰਦਰ ਲਾਈਏ, ਪ੍ਰੇਮਾ ਭਗਤੀ ਦੇ ਅੰਦਰ ਲਾਈਏ ਤੇ ਫਲ ਕੀ ਮਿਲਦਾ ਹੈ, ਪ੍ਰਾਪਤੀ ਕੀ ਹੁੰਦੀ ਹੈ। ਮਹਾਰਾਜ ਜਿਹੜੇ ਫਲ ਦੀ ਇੱਛਾ ਦੀ ਪ੍ਰਾਪਤੀ ਦੀ ਚਾਹਤ ਹਿਰਦੇ ਵਿੱਚ ਹੈ ਨਾ, ਇਹ ਜੀਵ ਨੂੰ ਬਾਰ-ਬਾਰ ਪ੍ਰੇਰਣਾ ਦਿੰਦੀ ਏ ਸ਼ੁਭ ਕਰਮ ਕਰਨ ਵਾਸਤੇ, ਉਦਮ ਕਰਨ ਵਾਸਤੇ। ਗਰੀਬ ਨਿਵਾਜ ਇਸ ਕਰਕੇ ਫਲ ਦ੍ਰਿੜਾਵਨਾ ਕਰੋ ਜਦੋਂ ਮਨ ਜਿਹੜਾ ਹੈ ਨਾਮ ਰੰਗਣ ਦੇ ਅੰਦਰ ਰੰਗਿਆ ਜਾਵੇ ਤੇ ਪ੍ਰਾਪਤ ਕੀ ਹੁੰਦਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਭਾਈ ਜਿਵੇਂ ਕਿਸੇ ਨੇ ਆਪਣਾ ਬਸਤਰ ਰੰਗਾਉਣਾ ਹੋਵੇ ਨਾ ਤੇ ਸਭ ਤੋਂ ਪਹਿਲਾਂ ਉਸ ਨੂੰ ਚੱਲ ਕੇ ਲਲਾਰੀ ਦੇ ਕੋਲ ਜਾਣਾ ਪੈਂਦਾ ਹੈ। ਲਲਾਰੀ ਦੇ ਪਾਸ ਜਾ ਕਰਕੇ ਸਹਿਤ ਪ੍ਰੇਮ ਦੇ ਕਹਿਣਾ ਕਰਦਾ, ਭਾਈ ਮੇਰਾ ਇਹ ਜਿਹੜਾ ਬਸਤਰ ਹੈ ਇਸ ਨੂੰ ਫਲਾਣੇ ਰੰਗ ਦੇ ਵਿੱਚ ਰੰਗ ਦੇਣਾ ਕਰ। ਤੇ ਜਿਹੜਾ ਲਲਾਰੀ ਹੈ ਉਹ ਫਿਰ ਬਸਤਰ ਨੂੰ ਰੰਗ ਦੇ ਵਿੱਚ ਰੰਗਣ ਵਾਸਤੇ ਪਹਿਲਾਂ ਘੜੇ ਨੂੰ, ਮੱਟ ਨੂੰ ਅੱਗ ਦੇ ਉੱਪਰ ਚਾੜਦਾ ਹੈ, ਉਸ ਨੂੰ ਅੱਗ ਦਾ ਸੇਕ ਦਿੰਦਾ ਹੈ, ਵਿੱਚ ਜਲ ਪਾਉਂਦਾ ਹੈ, ਫਿਰ ਰੰਗ ਪਾਉਂਦਾ ਹੈ, ਫਿਰ ਬਸਤਰ ਨੂੰ ਉਸ ਮੱਟੀ ਦੇ ਅੰਦਰ ਪਾ ਕਰਕੇ ਰੰਗ ਦਿੰਦਾ ਹੈ। ਤੇ ਜਿਹੜਾ ਬਸਤਰ ਹੁੰਦਾ ਨਾ ਉਸ ਦਾ ਪਹਿਲਾ ਰੰਗ ਚਾਹੇ ਫਿੱਕਾ ਹੁੰਦਾ ਹੈ, ਚਾਹੇ ਸਫੇਦ ਹੁੰਦਾ ਹੈ, ਚਾਹੇ ਕੋਈ ਹੁੰਦਾ ਹੈ, ਫਿਰ ਉਹ ਨਜ਼ਰ ਨਹੀਂ ਆਉਂਦਾ। ਜਦੋਂ ਲਲਾਰੀ ਉਸ ਬਸਤਰ ਨੂੰ ਰੰਗ ਦਿੰਦਾ ਹੈ ਤੇ ਜਿਹੜਾ ਨਵੀਨ ਰੰਗ ਚੜਿਆ ਹੋਇਆ ਉਹ ਨਜ਼ਰ ਆਉਂਦਾ ਹੈ, ਬੜਾ ਅਦਭੁਤ ਹੁੰਦਾ ਹੈ, ਪ੍ਰਫੁੱਲਤ ਹੁੰਦਾ ਹੈ, ਸੋਹਣਾ ਹੁੰਦਾ ਹੈ। ਉਹ ਫਿਰ ਜਿਹੜਾ ਨਵਾਂ ਰੰਗ ਉਹ ਸ਼ੋਭਨੀਕ ਹੋ ਜਾਂਦਾ ਹੈ। ਤੇ ਜਿਸ ਨੇ ਬਸਤਰ ਰੰਗਾਇਆ ਹੁੰਦਾ ਹੈ ਫਿਰ ਸਹਿਤ ਪਿਆਰ ਦੇ ਭਾਵਨਾ ਦੇ ਨਾਲ ਧਾਰਨ ਕਰਦਾ ਹੈ ਕਿ ਮੇਰੇ ਬਸਤਰ ਨੂੰ ਨਵਾਂ ਰੰਗ ਚੜਿਆ ਹੈ, ਨਵਾਂ ਜਾਣ ਕਰਕੇ ਫਿਰ ਸਜਾਉਂਦਾ ਹੈ, ਸੋਭਾ ਪਾਉਂਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਹੇ ਸਿੱਖੋ ਇਸੇ ਪ੍ਰਕਾਰ ਜਿਹੜਾ ਜਗਿਆਸੂ ਹੈ ਨਾ, ਜਗਿਆਸਾ ਰੱਖਣ ਵਾਲਾ, ਇੱਛਾ ਰੱਖਣ ਵਾਲਾ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਜਾਵਾਂ ਤੇ ਮੇਰਾ ਮਨ ਰੂਪੀ ਬਸਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਰੂਪੀ ਰੰਗਣ ਦੇ ਅੰਦਰ ਰੰਗ ਦੇਣ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਲਲਾਰੀ ਨੇ, ਮਨਾਂ ਨੂੰ ਰੰਗਣ ਵਾਲੇ, ਹਿਰਦਿਆਂ ਨੂੰ ਨਾਮ ਦੀ ਰੰਗਤ ਚਾੜਨ ਵਾਲੇ। ਤੇ ਜਿਹੜੀ ਸਤ ਸੰਗਤ ਹੈ ਨਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਮੱਟੀ ਅਥਵਾ ਮੱਟ ਹੈ।
ਜਿਸ ਦੇ ਵਿੱਚ ਪ੍ਰੇਮ ਰੂਪੀ ਜਲ ਹੈ ਤੇ ਨਾਮ ਰੂਪੀ ਰੰਗਣ ਪਾ ਕਰਕੇ, ਰੰਗ ਪਾ ਕਰਕੇ, ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਬ੍ਰਹਮ ਅਗਨੀ ਦਾ ਤਾਉ ਦਿੰਦੇ ਨੇ। ਬ੍ਰਹਮ ਅਗਨੀ ਦੇ ਸੇਕ ਦੇ ਨਾਲ ਤਪਾ ਕਰਕੇ ਪਹਿਲਾਂ ਰੰਗ ਨੂੰ ਪੱਕਿਆ ਕਰਦੇ ਨੇ, ਫਿਰ ਜਿਹੜਾ ਜੀਵ ਦਾ ਹਿਰਦਾ ਰੂਪੀ ਬਸਤਰ ਹੈ ਸਤ ਸੰਗਤ ਰੂਪੀ ਮੱਟੀ ਵਿੱਚ ਪਾ ਕਰਕੇ ਨਾਮ ਦੀ ਐਸੀ ਰੰਗਣ ਚਾੜ ਦਿੰਦੇ ਨੇ, ਅਤਿਅੰਤ ਪਿਆਰਾ ਲਾਲ ਚੂਚੂਆ ਗਾੜਾ ਨਾਮ ਦਾ ਰੰਗ ਚੜ ਜਾਂਦਾ ਹੈ। ਐਸਾ ਹਿਰਦਾ ਫਿਰ ਜਿਹੜਾ ਨਾਮ ਦੇ ਅੰਦਰ ਰੰਗਿਆ ਜਾਂਦਾ ਹੈ, ਜਿਹੜਾ ਰੰਗ ਕਦੇ ਉਤਰਦਾ ਨਹੀਂ। ਰੰਗ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਕਸੁੰਬੇ ਦਾ ਰੰਗ, ਇੱਕ ਮਜੀਠ ਦਾ ਰੰਗ। ਕਸੁੰਬੇ ਤੋਂ ਭਾਵ ਹੈ ਕੱਚਾ ਰੰਗ। ਕਸੁੰਬੇ ਨਾਮ ਦੇ ਜਿਹੜੇ ਫੁੱਲ ਨੇ ਉਹ ਜੰਗਲਾਂ ਦੇ ਵਿੱਚ ਖਿੜੇ ਹੁੰਦੇ ਨੇ। ਦੇਖਣ ਨੂੰ ਉਸ ਫੁੱਲ ਦਾ ਰੰਗ ਅਤਿਅੰਤ ਸੋਹਣਾ ਲੱਗਦਾ ਹੈ, ਬੜਾ ਪਿਆਰਾ ਲੱਗਦਾ ਹੈ। ਪਰ ਜੇਕਰ ਬਾਰਿਸ਼ ਪੈ ਜਾਵੇ, ਮੀਂਹ ਪੈ ਜਾਵੇ, ਰਤਾ ਜਿੰਨਾ ਪਾਣੀ ਉਸ ਫੁੱਲ ਨੂੰ ਛੋਹ ਜਾਵੇ ਨਾ, ਤੇ ਪਾਣੀ ਪੈਂਦਿਆਂ ਸਾਰ ਉਸ ਫੁੱਲ ਦਾ ਰੰਗ ਉਤਰ ਜਾਂਦਾ ਹੈ। ਇਹ ਕਸੁੰਬੇ ਦਾ ਫੁੱਲ ਹੁੰਦਾ ਹੈ, ਇਸ ਕਰਕੇ ਕੱਚੇ ਰੰਗ ਨੂੰ ਕਸੁੰਬੇ ਦੀ ਉਪਮਾ ਦਿੱਤੀ ਜਾਂਦੀ ਏ। ਕੱਚਾ ਰੰਗ ਕਸੁੰਬ ਕਾ ਥੋੜੜਿਆ ਦਿਨ ਚਾਰ ਜੀਓ। ਤੇ ਦੂਸਰਾ ਰੰਗ ਸਾਧ ਸੰਗਤ ਜੀਓ ਮਜੀਠ ਦਾ ਹੁੰਦਾ ਹੈ। ਮਜੀਠ ਦਾ ਰੰਗ ਜਿਸ ਬਸਤਰ ਨੂੰ ਚਾੜ ਦਿੱਤਾ ਜਾਂਦਾ ਨਾ, ਉਹ ਬਸਤਰ ਹੰਡ ਕਰਕੇ, ਪੁਰਾਣਾ ਹੋ ਕਰਕੇ, ਜ਼ੀਰਣ ਹੋ ਜਾਵੇ, ਕ੍ਰਿਸ ਹੋ ਜਾਵੇ, ਕਮਜ਼ੋਰ ਹੋ ਜਾਵੇ, ਘਸ ਜਾਵੇ, ਪਾਟ ਜਾਵੇ, ਲੀਰਾਂ ਵੀ ਹੋ ਜਾਵੇ ਨਾ, ਤਾਂ ਵੀ ਜਿਹੜਾ ਚੜਿਆ ਹੋਇਆ ਮਜੀਠ ਦਾ ਰੰਗ ਹੈ ਉਹ ਕਦੇ ਉਤਰਦਾ ਨਹੀਂ। ਇਸ ਪ੍ਰਕਾਰ ਹਜ਼ੂਰ ਨੇ ਪ੍ਰਮਾਣ ਦੇਣਾ ਕੀਤਾ, ਪਿਆਰਿਓ, ਮਨ ਨੂੰ ਰੰਗ ਤੇ ਚੜ੍ਹਨਾ ਹੀ ਚੜ੍ਹਨਾ ਹੈ। ਜਿਹੜੇ ਮਨਮੁਖ ਲੋਕ ਨੇ ਕੁਸੰਗਤ ਵਿੱਚ ਜਾਂਦੇ ਨੇ ਤੇ ਵਿਸ਼ੇ ਵਿਕਾਰਾਂ ਦਾ ਰੰਗ ਮਨ ਨੂੰ ਚੜ੍ਹ ਜਾਂਦਾ ਹੈ, ਹਿਰਦੇ ਨੂੰ ਚੜ੍ਹ ਜਾਂਦਾ ਹੈ। ਜਿਹੜੇ ਗੁਰਮੁਖ ਨੇ ਸਤ ਸੰਗਤ ਦੇ ਵਿੱਚ ਆਉਂਦੇ ਨੇ ਤੇ ਸਤਿਗੁਰੂ ਜੀ ਜਿਸ ਵੇਲੇ ਬ੍ਰਹਮ ਅਗਨੀ ਦਾ ਤਾਵ ਦੇ ਕਰਕੇ ਸਤ ਸੰਗਤ ਰੂਪੀ ਮੱਟੀ ਵਿੱਚ ਪਾ ਕਰਕੇ ਹਿਰਦੇ ਰੂਪੀ ਬਸਤਰ ਨੂੰ ਰੰਗ ਦਿੰਦੇ ਨੇ ਨਾ, ਉਹ ਫਿਰ ਮਜੀਠ ਦੇ ਰੰਗ ਵਰਗਾ ਪੱਕਾ ਹੁੰਦਾ ਹੈ। ਜਿਵੇਂ ਮਜੀਠ ਦਾ ਰੰਗ ਜਿਸ ਕੱਪੜੇ ਨੂੰ ਚਾੜਿਆ ਜਾਵੇ ਕਦੇ ਉਤਰਦਾ ਨਹੀਂ, ਪਰ ਕਸੁੰਬੇ ਦਾ ਜਿਹੜਾ ਰੰਗ ਹੈ ਉਹ ਝੱਟ ਉਤਰ ਜਾਂਦਾ ਹੈ। ਜਿਹੜੇ ਕੁਸੰਗੀ ਹੁੰਦੇ ਨੇ, ਜਿਸ ਵੇਲੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ, ਇਨਸਾਫ ਰੂਪੀ ਜਲ ਕਰਮਾਂ ਦੇ ਉੱਪਰ ਪੈਂਦਾ ਨਾ, ਤੇ ਫਿਰ ਕਸੁੰਬ ਦਾ ਜਿਹੜਾ ਕੱਚਾ ਰੰਗ ਹੈ ਝੱਟ ਹੀ ਉਤਰ ਜਾਂਦਾ ਹੈ। ਧਰਮ ਰਾਜੇ ਦੀ ਦਰਗਾਹ ਦੇ ਅੰਦਰ ਜਿਸ ਵੇਲੇ ਹਿਸਾਬ ਕਿਤਾਬ ਪੁੱਛਿਆ ਜਾਂਦਾ ਨਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਤੇ ਜਿਹੜਾ ਵਿਸ਼ੇ ਵਿਕਾਰਾਂ ਦਾ ਮਨ ਨੂੰ ਰੰਗ ਚੜਿਆ ਹੁੰਦਾ ਫਿਰ ਉਹ ਫਿੱਕਾ ਪੈ ਜਾਂਦਾ, ਉਤਰ ਜਾਂਦਾ ਹੈ। ਦੁੱਖ ਸਾਹਮਣੇ ਨਜ਼ਰ ਆਉਂਦੇ ਨੇ, ਜੰਮਾਂ ਦਾ ਡੰਡਾ ਠੇਂਗਾ ਨਜ਼ਰ ਆਉਂਦਾ ਹੈ। ਉਹ ਜੰਮਾਂ ਦੇ ਠੇਂਗੇ ਦਾ ਦੁੱਖ ਐਸਾ ਬੁਰਾ ਭਿਆਨਕ ਹੈ ਜਿਹੜਾ ਜੀਵ ਦੇ ਪਾਸੋਂ ਝੱਲਿਆ ਨਹੀਂ ਜਾਂਦਾ। ਤੇ ਜਿਹੜੀ ਕੱਚੀ ਰੰਗਣ ਚੜੀ ਹੁੰਦੀ ਵਿਸ਼ੇ ਵਿਕਾਰਾਂ ਦੀ, ਫਿਰ ਖੌਫ ਦੇ ਨਾਲ ਉਤਰ ਜਾਂਦੀ ਏ। ਫਿਰ ਉਹ ਵਿਸ਼ੇ ਵਿਕਾਰਾਂ ਦਾ ਰੰਗ ਨਜ਼ਰ ਨਹੀਂ ਆਉਂਦਾ। ਫਿਰ ਜਮਾਂ ਦਾ ਡਰ, ਨਰਕਾਂ ਦਾ ਡਰ, ਜੂਨਾਂ ਦਾ ਡਰ ਇਤਨਾ ਸਤਾਉਂਦਾ, ਦੁਖੀ ਕਰਦਾ ਹੈ। ਜੀਵ ਅਤਿਅੰਤ ਪਛਚਾਤਾਪ ਕਰਦਾ, ਮੈਂ ਵਿਸ਼ੇ ਵਿਕਾਰਾਂ ਦੇ ਕੱਚੇ ਰੰਗ ਦੇ ਅੰਦਰ ਆਪਣੇ ਮਨ ਨੂੰ ਕਿਉਂ ਰੰਗ ਲਿਆ। ਜੇ ਵਿਸ਼ੇ ਵਿਕਾਰਾਂ ਦੇ ਅੰਦਰ ਗਲਤਾਨ ਨਾ ਹੁੰਦਾ, ਉਸ ਕਸੁੰਬੇ ਰੰਗ ਦੇ ਅੰਦਰ ਆਪਣੇ ਹਿਰਦੇ ਨੂੰ ਨਾ ਰੰਗਦਾ, ਨਾਮ ਰੰਗਣ ਦੇ ਅੰਦਰ ਰੰਗ ਲੈਂਦਾ, ਤੇ ਅੱਜ ਲੇਖਾ ਨਾ ਦੇਣਾ ਪੈਂਦਾ, ਅੱਜ ਦੁੱਖ ਨਾ ਝੁਲਣੇ ਪੈਂਦੇ। ਤੇ ਸਾਧ ਸੰਗਤ ਜੀ, ਦੂਸਰਾ ਰੰਗ ਮਜੀਠ ਦਾ ਪੱਕਾ ਰੰਗ ਹੈ। ਜਿਸ ਮਨ ਨੂੰ ਹਿਰਦੇ ਨੂੰ ਚੜ੍ਹ ਗਿਆ ਨਾ, ਹਜ਼ੂਰ ਫਰਮਾਵਣਾ ਕਰਦੇ ਨੇ, ਫਿਰ ਚਾਹੇ ਸਰੀਰ ਰੂਪੀ ਬਸਤਰ ਵੀ, ਚਾਹੇ ਬਜ਼ੁਰਗੋ ਕਰਕੇ ਬਜ਼ੁਰਗ ਅਵਸਥਾ ਨੂੰ ਧਾਰਨ ਕਰ ਲਵੇ, ਵੱਡੀ ਉਮਰ ਹੋ ਜਾਵੇ, ਪਰ ਹਿਰਦਾ ਨਾਮ ਦੇ ਨਾਲ ਰੰਗਿਆ ਹੋਇਆ ਹੈ ਤੇ ਸੁਰਤ ਐਸੀ ਨਾਮ ਦੇ ਅੰਦਰ ਇਕਾਗਰ ਹੁੰਦੀ ਹੈ। ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਬਖਸ਼ੇ ਹੋਏ ਗਿਆਨ ਦਾ ਹਿਰਦੇ ਦੇ ਅੰਦਰ ਪ੍ਰਕਾਸ਼ ਹੈ, ਸੁਰਤ ਨਾਮ ਦੇ ਅੰਦਰ ਜੁੜੀ ਹੋਈ ਹੈ, ਟਿਕੀ ਹੋਈ ਹੈ, ਸਥਿਤ ਹੋਈ ਹੈ ਨਾ, ਸਰੀਰ ਕਰਕੇ ਜੇਕਰ ਬੁੱਢੇ ਵੀ ਹੋਣ ਤੇ ਇਹ ਜ਼ਰਾ ਮਰਾ ਇਤਿਆਦਿਕ ਤਿਨਾਂ ਨੂੰ ਵਿਆਪਦਾ ਹੀ ਨਹੀਂ। ਜ਼ੀਰ ਹੁਣ ਹੋ ਜਾਣ ਦਾ ਦੁੱਖ, ਸਰੀਰ ਦੇ ਕ੍ਰਿਸ ਬੁੱਢਾ ਹੋ ਜਾਣ ਦਾ ਦੁੱਖ ਉਹਨਾਂ ਨੂੰ ਨਹੀਂ ਲੱਗਦਾ, ਕਿਉਂਕਿ ਸੁਰਤ ਕਦੇ ਨਿਵਦੀ ਨਹੀਂ, ਝੰਮਦੀ ਨਹੀਂ, ਸਦਾ ਚੜ੍ਹਦੀ ਕਲਾ ਵਿੱਚ ਰਹਿੰਦੀ ਏ, ਨਾਮ ਵਿੱਚ ਜੋ ਇਕਾਗਰ ਰਹਿੰਦੀ ਏ। ਇਹ ਪਿਆਰ ਦੀ ਸਿੱਖੀ ਕਮਾਉਣ ਵਾਲਿਆਂ ਦਾ ਜੀਵਨ ਹੈ। ਤੇ ਜਿਹੜੇ ਸਿਦਕ ਦੀ ਸਿੱਖੀ ਕਮਾਉਂਦੇ ਨੇ, ਜ਼ਾਲਮ ਜ਼ਰਵਾਣੇ ਸਮੇਂ ਦੀਆਂ ਹਕੂਮਤਾਂ ਤਸ਼ੱਦਦ ਕਰਦੀਆਂ ਨੇ, ਸਿਦਕ ਝੱਲਿਆ ਦੇਖਿਆ ਨਹੀਂ ਨਾ ਜਾਂਦਾ ਸਰਕਾਰਾਂ ਤੇ ਦੁਸ਼ਟ ਲੋਕਾਂ ਦੇ ਕੋਲੋਂ। ਪਕੜ ਕਰਕੇ ਉਹਨਾਂ ਦੇ ਸਿਦਕੀਆਂ ਦੇ ਸਰੀਰਾਂ ਨੂੰ ਚੜਖੜੀਆਂ ਤੇ ਚਾੜਿਆ ਜਾਂਦਾ ਹੈ,
ਟੋਕਿਆਂ ਦੇ ਨਾਲ ਵੱਢ ਦਿੱਤਾ ਜਾਂਦਾ ਹੈ, ਹਵਾ ਵਿੱਚ ਉਛਾਲ ਕੇ ਨੇਜ਼ਾਂ ਤੇ ਟੰਗ ਦਿੱਤਾ ਜਾਂਦਾ ਹੈ। ਮਾਤਾਵਾਂ ਦੇ ਝੋਲੀਆਂ ਵਿੱਚੋਂ ਬਾਲਕ ਖੋਹ ਕਰਕੇ ਟੁਕੜੇ ਟੁਕੜੇ ਕਰਕੇ ਬੱਚਿਆਂ ਦੇ ਢਿੱਡ ਪਾੜ ਕੇ ਆਂਦਰਾਂ ਕੱਢ ਕੇ ਆਂਦਰਾਂ ਵਿੱਚ ਮਾਸ ਦੇ ਟੁਕੜੇ ਪਰੋ ਕਰਕੇ ਮਾਵਾਂ ਦੇ ਗਲੇ ਵਿੱਚ ਪਾ ਦਿੱਤੇ ਜਾਂਦੇ ਨੇ। ਪਰ ਜਿਨ੍ਹਾਂ ਹਿਰਦਿਆਂ ਨੂੰ ਨਾਮ ਦਾ ਰੰਗ ਚੜਿਆ ਉਤਰਦਾ ਥੋੜਾ ਹੈ। ਨਾ ਪੁੱਤ ਦੇ ਲੋਥ ਦੇ ਟੁਕੜਿਆਂ ਦੀਆਂ ਗਲ ਦੇ ਵਿੱਚ ਮਾਲਾਵਾਂ ਪਵਾ ਕੇ ਉਹ ਰੰਗ ਉਤਰਦਾ ਹੈ, ਨਾ ਬੰਦ-ਬੰਦ ਕੱਟੇ ਜਾਣ ਤੇ ਰੰਗ ਉਤਰਦਾ ਹੈ, ਨਾ ਸੀਸ ਲੱਥ ਜਾਣ ਤੇ ਬਾਬਾ ਦੀਪ ਸਿੰਘ ਜੀ ਦੀ ਨਿਆਈ ਰੰਗ ਨਹੀਂ ਉਤਰਦਾ। ਭਾਈ ਤਾਰੂ ਸਿੰਘ ਜੀ ਦੀ ਨਿਆਈ ਖੋਪੜਾ ਲਾ ਦਿੱਤੇ ਜਾਵੇ ਰੰਗ ਨਹੀਂ ਉਤਰਦਾ। ਕਾਇਆ ਚੀਰ ਕਾਪਰ ਬਹੁ ਖਾਰੇ ਹਰ ਰੰਗ ਨਾ ਲਹੈ ਸੁਭਾਗਾ। ਇਹ ਪ੍ਰਮਾਤਮਾ ਜੀ ਦੇ ਰੰਗ ਦੀ ਬਰਕਤ ਹੈ। ਚਾਹੇ ਪਿਆਰ ਦੀ ਸਿੱਖੀ ਨਿਭਾਉਣ ਵਾਲਾ ਕੋਈ ਗੁਰੂ ਕਾ ਪ੍ਰੇਮੀ ਹੈ, ਚਾਹੇ ਸਿਦਕ ਦੀ ਸਿੱਖੀ ਨਿਭਾਉਣ ਵਾਲਾ ਕੋਈ ਸਤਿਗੁਰੂ ਜੀ ਦੇ ਚਰਨਾਂ ਦਾ ਦੀਵਾਨਾ ਹੈ, ਭੌਰਾ ਹੈ। ਜਦੋਂ ਹਿਰਦੇ ਨੂੰ ਨਾਮ ਦੀ ਰੰਗਣ ਚੜ ਗਈ, ਨਾਮ ਦਾ ਰੰਗ ਚੜ ਗਿਆ, ਸਾਧ ਸੰਗਤ ਜੀ, ਫਿਰ ਉਹ ਕਦੇ ਉਤਰਦਾ ਨਹੀਂ। ਇਹ ਨਾਮ ਦਾ ਰੰਗ ਐਸਾ ਹੈ, ਕਰ ਸਾਈ ਸਿਓ ਪਿਰਹੜੀ ਰੰਗ ਨਵੇਲਾ ਹੋਏ। ਹਜ਼ੂਰ ਫਰਮਾਵਣਾ ਕਰਦੇ ਨੇ, ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਈ। ਜੇ ਜਵਾਨੀ ਦਾ ਸਮਾਂ ਵੀ ਲੰਘ ਗਿਆ, ਬਜ਼ੁਰਗੀ ਦੀ ਅਵਸਥਾ ਵੀ ਆ ਗਈ ਏ, ਤੇ ਮਤਾ ਸੋਚੇ ਹੁਣ ਨਾਮ ਨਹੀਂ ਜਪਿਆ ਜਾ ਸਕਦਾ। ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਤੇ ਆਪ ਜੀ ਦਾ ਜੀਵਨ ਹੈ ਨਾ, ਇਹ ਸਾਡੇ ਸਾਰਿਆਂ ਵਾਸਤੇ ਸਿੱਖਿਆਦਾਇਕ ਹੈ। ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਧੁਰ ਦਰਗਾਹ ਤੋਂ ਹੀ ਗੁਰੂ ਪ੍ਰਗਟ ਹੋਏ ਨੇ। ਪਤਾ ਹੈ ਆਉਣ ਵਾਲੇ ਸਮੇਂ ਵਿੱਚ ਗੁਰੂ ਨੇ, ਪਰ 72 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਉਣ ਦਾ ਇਸ਼ਾਰਾ ਇਹ ਹੈ, ਕਾਰਨ ਇਹ ਹੈ, ਸੰਸਾਰ ਨੂੰ ਸਿੱਖਿਆ ਦੇਣੀ ਹੈ। ਸੰਸਾਰ ਦੇ ਲੋਕੋ, ਮਤਾ ਜਾਣ ਲਓ, ਜੇ ਜਵਾਨੀ ਲੰਘ ਗਈ ਤੇ ਬੁਢਾਪੇ ਵਿੱਚ ਜਪਿਆ ਨਹੀਂ ਜਾ ਸਕਦਾ। ਆਪਣੇ ਸਰੀਰ ਤੇ ਪ੍ਰੈਕਟੀਕਲ ਕਰਕੇ ਦਿਖਾਇਆ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦੇਣਾ ਕੀਤੀ ਹੈ, ਜਿਹੜੀ ਸੇਵਾ ਕਰਨੀ ਹੈ, ਗੁਰੂ ਕੀ ਸ਼ਰਨ ਵਿੱਚ ਆਉਣਾ ਹੈ, ਗੁਰੂ ਕੀ ਖੁਸ਼ੀ ਪ੍ਰਾਪਤ ਕਰਨੀ ਹੈ, ਇਹ ਬੁਢਾਪੇ ਦੀ ਅਵਸਥਾ ਵਿੱਚ ਵੀ ਆਇਆ ਜਾ ਸਕਦਾ ਹੈ। ਜੇ ਜਵਾਨੀ ਲੰਘ ਗਈ, ਹੁਣ ਪਛਤਾਤਾਪ ਕਰਨੇ ਦੇ ਨਾਲ ਤੇ ਕੁਝ ਬਣਨਾ ਨਹੀਂ। ਬੁਢਾਪੇ ਦੀ ਅਵਸਥਾ ਆ ਗਈ ਏ, ਜਿਹੜੀ ਉਮਰਾਂ ਲੰਘ ਗਈ ਉਹ ਤੇ ਲੰਘ ਗਈ, ਜਿਹੜੀ ਕੋਲ ਹੈ ਉਸ ਨੂੰ ਸਫਲਾ ਕਰ ਲਓ। ਆਗੈ ਸਮਝ ਚੱਲਹੁ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜੇ ਜਵਾਨੀ ਦੀ ਉਮਰਾਂ ਲੰਘ ਗਈ, ਮਨ ਨਹੀਂ ਰੰਗਿਆ ਗਿਆ, ਵਿਸ਼ੇ ਵਿਕਾਰਾਂ ਦਾ ਕੱਚਾ ਰੰਗ ਚੜਿਆ ਸੀ ਨਾ ਜੇ ਮਨ ਨੂੰ, ਤੇ ਸਤਿਗੁਰੂ ਜੀ ਲਲਾਰੀ ਦੇ ਕੋਲ ਜਾ ਕਰਕੇ ਆਪਣੇ ਮਨ ਰੂਪੀ ਬਸਤਰ ਨੂੰ ਗੁਰੂ ਜੀ ਨੂੰ ਸੌਂਪ ਦੇ। ਸਤਿਗੁਰੂ ਜੀ, ਕੱਚਾ ਰੰਗ ਚੜਿਆ ਸੀ, ਕਿਰਪਾਲਤਾ ਕਰਕੇ ਹੁਣ ਪੱਕਾ ਰੰਗ ਕਰ ਦਿਓ। ਤੇ ਜਿਵੇਂ ਪਹਿਲਾਂ ਬੇਨਤੀ ਕੀਤੀ ਏ, ਕੱਚੇ ਰੰਗ ਕਸੁੰਬੇ ਦੇ ਉੱਪਰ ਪਾਣੀ ਦੀ ਬੂੰਦ ਪੈ ਜਾਵੇ ਤੇ ਸਾਰਾ ਖੁਰਕੇ ਉਤਰ ਜਾਂਦਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪ੍ਰੇਮ ਦਾ ਜਲ ਐਸਾ ਪਾਉਂਦੇ ਨੇ, ਵਿਸ਼ੇ ਵਿਕਾਰਾਂ ਦਾ ਜਿਹੜਾ ਚੜਿਆ ਹੋਇਆ ਕੱਚਾ ਰੰਗ ਉਹ ਝਾਟੀ ਉਤਰ ਜਾਂਦਾ ਹੈ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਰੂਪੀ ਬਸਤਰ ਤੋਂ ਇਵੇਂ ਵਿਕਾਰਾਂ ਦਾ ਰੰਗ ਲਾ ਕਰਕੇ ਨਾਮ ਦੀ ਰੰਗਣ ਚਾੜ ਦਿੰਦੇ ਨੇ। ਤੇ ਜਦੋਂ ਮਨ ਹਿਰਦਾ ਨਾਮ ਰੰਗਣ ਦੇ ਅੰਦਰ ਰੰਗਿਆ ਜਾਂਦਾ ਨਾ, ਅਵਸਥਾ ਐਸੀ ਹੁੰਦੀ ਏ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਰੂਪ ਰੂਪ ਦੀ ਅਭੇਦਤਾ ਹੋ ਜਾਂਦੀ ਹੈ। ਜਿਹੜਾ ਆਤਮ ਸਰੂਪ ਹੈ ਨਾ ਜੀਵ ਦਾ, ਇਹ ਵਾਹਿਗੁਰੂ ਜੀ ਦੇ ਮੂਲ ਸਰੂਪ ਦੇ ਅੰਦਰ ਅਭੇਦਤਾ ਪ੍ਰਾਪਤ ਕਰਦਾ ਹੈ। ਇਹ ਐਸੀ ਆਤਮਿਕ ਉੱਚ ਅਵਸਥਾ ਹੈ ਜਿਸ ਨੂੰ ਹਜ਼ੂਰ ਫਰਮਾਵਣਾ ਕਰਦੇ ਨੇ, ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੇਵਾ ਕਰਕੇ ਜਗਤ ਦੇ ਅੰਦਰ ਪ੍ਰਗਟ ਕੀਤਾ, ਸਿੱਖੋ, ਜੇ ਬੁਢਾਪੇ ਦੇ ਵਿੱਚ ਵੀ ਆ ਕਰਕੇ ਕੋਈ ਸਤਿਗੁਰੂ ਜੀ ਦੀ ਸੇਵਾ ਕਰ ਲੇ ਤੇ ਸਤਿਗੁਰੂ ਜੀ ਆਪਣਾ ਸਰੂਪ ਬਣਾ ਲੈਂਦੇ ਨੇ। ਜਿਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣਾ ਸਰੂਪ ਬਣਾ ਕਰਕੇ ਗੁਰਤਾ ਗੱਦੀ ਤੇ ਸੁਭਾਏਮਾਨ ਕਰ ਦਿੱਤਾ ਨਾ, ਸਿੱਖੋ, ਜਿਸ ਵੀ ਅਵਸਥਾ ਦੇ ਵਿੱਚ ਆ ਕਰਕੇ ਸਤਿਗੁਰੂ ਜੀ ਦੇ ਪਿਆਰ ਦੇ ਅੰਦਰ, ਨਾਮ ਦੇ ਅੰਦਰ ਆਪਣਾ ਮਨ ਰੰਗ ਲਵੋਗੇ ਨਾ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਤਖਤ ਤੇ ਬਿਠਾ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣਾ ਸਰੂਪ ਬਣਾ ਲਿਆ, ਗੁਰੂ ਕੀ ਸ਼ਰਨ ਵਿੱਚ ਆ ਕਰਕੇ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕਰਨਾ ਕਰੋਗੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਰੂਪ ਰੂਪੀ ਤਖਤ ਤੇ ਬਿਠਾ ਕਰਕੇ ਤੁਹਾਨੂੰ ਆਪਣਾ ਸਰੂਪ ਬਣਾ ਲੈਣਾ ਹੈ। ਐਸਾ ਤਖਤ, ਐਸਾ ਸਰੂਪ
ਜਿਸ ਨੂੰ ਭਗਤ ਕਬੀਰ ਸਾਹਿਬ ਜੀ ਕਥਨ ਕਰਨਾ ਕਰਦੇ ਨੇ, ਅਬ ਤਉ ਜਾਏ ਚੜ੍ਹੇ ਸਿੰਘਾਸਨ। ਅਵਸਥਾ ਰੂਪੀ ਸਿੰਘਾਸਨ ਹੈ, ਅੰਤਸ਼ਕਰਨ ਰੂਪੀ ਸਿੰਘਾਸਨ ਹੈ, ਸਰੂਪ ਰੂਪੀ ਤਖਤ ਦੀ ਪ੍ਰਾਪਤੀ ਹੈ। ਮਿਲੇ ਹੈ ਸਾਰੰਗ ਪਾਣੀ। ਸਾਰੰਗ ਨਾਮ ਦਾ ਧਨੁਖ, ਤੀਰ ਕਮਾਨ ਹੱਥ ਦੇ ਵਿੱਚ ਧਾਰਨ ਕਰਕੇ ਰੱਖਣ ਵਾਲੇ ਪ੍ਰਮਾਤਮਾ ਜੀ ਹੁਣ ਮਿਲ ਪਏ ਨੇ। ਪ੍ਰਮਾਤਮਾ ਜੀ ਸ਼ਸਤਰ ਧਾਰੀ ਨੇ ਨਾ, ਸੰਖ ਚੱਕਰ ਗਦਾ ਹੈ ਧਾਰੀ। ਤੇ ਕਲਗੀਧਰ ਸਾਹਿਬ ਜੀ ਫਰਮਾਉਂਦੇ ਨੇ ਨਾ, ਖੜਗ ਕੇਤ ਮੈਂ ਸਰਨ ਤਿਹਾਰੀ। ਹੇ ਸ੍ਰੀ ਸਾਹਿਬ ਦੇ ਖੜਗ ਦੇ ਧਾਰਨੇ ਕਰਨੇ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ। ਕਹਿਣੇ ਤੋਂ ਭਾਵ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸ਼ਸਤਰ ਧਾਰੀ ਗੁਰਮਤਿ ਤੇ ਗੁਰਬਾਣੀ ਨੇ ਕਥਨ ਕਰਨਾ ਕੀਤਾ ਹੈ। ਤੇ ਭਗਤ ਕਬੀਰ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਉਸ ਤੀਰ ਕਮਾਨ ਦੇ ਧਾਰਨੀ ਨੂੰ, ਉਸ ਸ਼ਸਤਰਾਂ ਦੇ ਧਾਰਨੀ ਨੂੰ ਅਸਾਂ ਨੇ ਹੁਣ ਪ੍ਰਾਪਤ ਕਰ ਲਿਆ ਹੈ। ਸਰੂਪ ਰੂਪੀ ਤਖਤ ਦੇ ਉੱਪਰ ਜੂ ਅਸਵਾਰ ਹੋ ਗਏ ਆ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਬਚਨਾ ਕਰਨਾ ਕਰਦੇ ਨੇ ਹੁਣ, ਕਬੀਰਾ ਅਸੀਂ ਕਬੀਰ ਰਾਮ ਜੀ ਦੇ ਨਾਲ ਮਿਲ ਕੇ ਇੱਕ ਸਰੂਪ ਹੋ ਗਏ ਆ। ਹੁਣ ਕੋਈ ਵੱਖਰਾ ਫਰਕ ਨਹੀਂ ਰਹਿ ਗਿਆ, ਹੁਣ ਦੋ ਤੋਂ ਇੱਕ ਹੀ ਹੋ ਗਏ ਆ। ਕਲਗੀਧਰ ਸਾਹਿਬ ਜੀ ਦੇ ਬਚਨਾਂ ਅਨੁਸਾਰ ਦੁਐ ਤੇ ਏਕ ਰੂਪ ਹੋਇਆ ਗਇਓ। ਗਰੀਬ ਨਿਵਾਜ ਸਾਹਿਬ ਜੀ ਜਿਸ ਵੀ ਅਵਸਥਾ ਵਿੱਚ ਆ ਕਰਕੇ ਆਪਣਾ ਮਨ, ਆਪਣਾ ਤਨ, ਆਪਣਾ ਧਨ ਸਤਿਗੁਰੂ ਜੀ ਨੂੰ ਅਰਪਣ ਕਰਕੇ ਸੇਵਾ ਵਿੱਚ ਲੱਗ ਜਾਈਏ ਨਾ, ਸਰੂਪ ਰੂਪ ਤਖਤ ਦੀ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਨੇ, ਪ੍ਰਾਪਤੀ ਕਰਵਾ ਦਿੰਦੇ ਨੇ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਿੱਖੋ ਜਦੋਂ ਮਨ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਰੰਗਿਆ ਜਾਂਦਾ, ਫਿਰ ਕਿਹੜੀਆਂ ਕਿਹੜੀਆਂ ਬਰਕਤਾਂ ਕਥਨ ਕਰਕੇ ਦਸੀਏ। ਨਰਕਾਂ ਦੀ ਅੱਗ ਸਾੜਦੀ ਨਹੀਂ, ਵਿਕਾਰਾਂ ਦੀ ਅੱਗ ਸਾੜਦੀ ਨਹੀਂ, ਜੀਵ ਆਵਾ ਗਾਉਣ ਵਿੱਚ ਜਾਂਦਾ ਨਹੀਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਰੇ ਦੁੱਖਾਂ ਚੋਂ ਕੱਢ ਲੈਂਦੇ ਨੇ। ਮਹਾਰਾਜ ਜਿਨ੍ਹਾਂ ਦੁੱਖਾਂ ਚੋਂ ਨਾਮ ਦੀ ਬਰਕਤ, ਨਾਮ ਦਾ ਸਿਮਰਨ ਗੁਰੂ ਦੀ ਕਿਰਪਾ ਦੁਆਰਾ ਜੀਵ ਨੂੰ ਛੁਡਾ ਲੈਂਦਾ ਹੈ, ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਕੇ ਫਰਮਾ ਕਰਕੇ ਦੱਸਣਾ ਕਰੋ ਜੀਵ ਨੂੰ ਕਿਵੇਂ ਸਤਿਗੁਰੂ ਜੀ ਦੁੱਖਾਂ ਦੇ ਵਿੱਚੋਂ ਕੱਢਦੇ ਨੇ, ਕਿੰਨਾ ਕਿੰਨਾ ਦੁੱਖਾਂ ਵਿੱਚੋਂ ਕੱਢ ਲੈਂਦੇ ਨੇ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਮਹੱਲਾ 5ਵਾਂ ਦੇ ਸਰਲੇਖ ਦੁਆਰਾ ਗੌੜੀ ਰਾਗ ਦੇ ਅੰਦਰ 5ਵੇਂ ਪਾਤਸ਼ਾਹ ਜੀ ਆਪਣੇ ਸ੍ਰੀ ਕੰਠ ਚੋਂ, ਮੁਖਾਰ ਬਿੰਦ ਚੋਂ, ਜ਼ੁਬਾਨੇ ਪਾਕ ਚੋਂ ਉਚਾਰਨ ਕਰਕੇ ਅੰਮ੍ਰਿਤਮਈ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਹਰ ਸੰਗ ਰਾਤੇ ਭਾਏ ਨਾ ਜਲੈ। ਭਾਹੇ ਨਾ ਮੈਂ ਅੱਗ ਦਾ। ਗੁਰਸਿੱਖੋ ਹਰ ਸੰਗ ਰਾਤੇ, ਜਿਨ੍ਹਾਂ ਜੀਵਾਂ ਦੇ, ਜਿਨ੍ਹਾਂ ਜਗਿਆਸੂਆਂ ਦੇ, ਜਿਨ੍ਹਾਂ ਸਤ ਸੰਗੀਆਂ ਦੇ, ਜਿਨ੍ਹਾਂ ਪ੍ਰੇਮੀਆਂ ਦੇ, ਜਿਨ੍ਹਾਂ ਗੁਰਸਿੱਖਾਂ ਦੇ, ਭਗਤ ਜਨਾਂ ਦੇ ਹਰ ਸੰਗ ਰਾਤੇ, ਜਿਹੜੇ ਹਿਰਦੇ ਨੇ, ਜਿਹੜੇ ਮਨ ਨੇ ਹਰੀ ਪਰਮਾਤਮਾ ਜੀ ਦੇ ਨਾਮ ਦੇ ਵਿੱਚ ਰੰਗੇ ਗਏ ਨੇ ਨਾ, ਫਿਰ ਉਹ ਹਿਰਦੇ ਭਾਹੇ ਅੱਗ ਦੇ ਵਿੱਚ ਕਦੇ ਸੜਦੇ ਨਹੀਂ। ਮਹਾਰਾਜ ਕਿਹੜੀ ਅੱਗ ਦੇ ਵਿੱਚ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਹ ਕ੍ਰੋਧ ਦੀ ਅਗਨੀ ਹੈ ਨਾ, ਜਿਹੜੀ ਤਨ ਨੂੰ ਵੀ ਸਾੜਦੀ ਹੈ ਤੇ ਮਨ ਨੂੰ ਵੀ ਸਾੜਦੀ ਹੈ। ਵਿਗਿਆਨੀ ਇਸ ਗੱਲ ਨੂੰ ਮੰਨਦੇ ਨੇ ਕਿ 8 ਘੰਟੇ ਜ਼ਬਰਦਸਤ ਮੁਸ਼ੱਕਤ ਕਰਨੀ, ਖੇਤਾਂ ਵਿੱਚ ਮਿਹਨਤ ਕਰਨੀ, ਖੂਨ ਪਸੀਨਾ ਇੱਕ ਕਰਕੇ ਜਿੰਨੀ ਮਿਹਨਤ ਕਰਨੇ, ਤੇ 8 ਘੰਟਿਆਂ ਵਿੱਚ ਸਰੀਰ ਦੀ એનર્ਜੀ ਲੱਗਦੀ ਹੈ ਨਾ, ਓਨੀ એનર્ਜੀ ਵੇਸਟ ਹੋ ਜਾਂਦੀ ਹੈ ਕੇਵਲ ਤਾਂ ਕੇਵਲ 5 ਮਿੰਟ ਕ੍ਰੋਧ ਕਰਨ ਦੇ ਨਾਲ। 5 ਮਿੰਟ ਗੁੱਸਾ ਕਰ ਲਿਆ, 8 ਘੰਟੇ ਜ਼ਬਰਦਸਤ ਮਿਹਨਤ ਕਰ ਲਈ, ਦੋਵਾਂ ਦਾ ਜਿਹੜਾ ਹੈ ਬਰਾਬਰ ਬਲ ਖਰਚ ਹੋ ਜਾਂਦਾ ਹੈ। ਸਰੀਰ ਦੀ ਇਤਨੀ એનર્ਜੀ ਵੇਸਟ, ਇਤਨੀ ਤਾਕਤ ਜਾਇਆ ਹੋ ਜਾਂਦੀ ਹੈ ਕ੍ਰੋਧ ਕਰਨ ਦੇ ਨਾਲ। ਕ੍ਰੋਧ ਜਿੱਥੇ ਤਨ ਨੂੰ ਸਾੜਦਾ, ਉੱਥੇ ਮਨ ਨੂੰ ਵੀ ਸਾੜਦਾ ਹੈ। ਤੇ ਕਵੀ ਹਰਦਿਆਲ ਜੀ ਪਹਿਲਾਂ ਤੇ ਕਹਿੰਦੇ ਜੀ ਜਿਹੜਾ ਕ੍ਰੋਧ ਇੱਕ ਜ਼ਹਿਰ ਹੈ, ਜ਼ਹਿਰ। ਫਿਰ ਕਹਿਣਾ ਕਰਦੇ ਨਹੀਂ ਪਿਆਰਿਓ, ਜਿਹੜਾ ਕਾਲਕੂਟ ਜ਼ਹਿਰ ਹੈ ਤੇ ਕ੍ਰੋਧ ਹੈ, ਇਸ ਦੇ ਵਿੱਚ ਵੱਡਾ ਅੰਤਰ ਮੰਨੋ। ਕਾਲਕੂਟ ਅਰ ਕ੍ਰੋਧ ਮੈਂ ਬੜੋ ਅੰਤਰੋ ਜਾਨ। ਵੱਡਾ ਭਾਰੀ ਅੰਤਰ ਹੈ, ਬੜਾ ਫਰਕ ਹੈ ਕ੍ਰੋਧ ਦੇ ਵਿੱਚ ਤੇ ਜ਼ਹਿਰ ਦੇ ਵਿੱਚ। ਪੁੱਛਿਆ ਜੀ ਫਰਕ ਕੀ ਹੈ? ਤੇ ਕਹਿਣਾ ਕੀਤਾ ਜਿਹੜਾ ਜ਼ਹਿਰ ਹੈ ਨਾ, ਜਿਸ ਭਾਂਡੇ ਦੇ ਵਿੱਚ ਪਾਇਆ ਹੋਵੇ ਉਸ ਭਾਂਡੇ ਨੂੰ ਨਹੀਂ ਸਾੜਦਾ। ਬੋਤਲ ਵਿੱਚ ਪਾਇਆ ਹੋਵੇ, ਬਾਟੇ ਵਿੱਚ ਪਾਇਆ ਹੋਵੇ, ਗਲਾਸ ਵਿੱਚ ਪਾਇਆ ਹੋਵੇ, ਜਿਸ ਭਾਂਡੇ ਵਿੱਚ ਪਾਇਆ ਹੋਵੇ ਨਾ, ਕ੍ਰੋਧ ਨਿਜ ਆਸਰੈ ਨਾਂ ਦਾ ਹੈ, ਜਿਸ ਆਸਰੇ ਰਹਿੰਦਾ ਉਸ ਨੂੰ ਨਹੀਂ ਸਾੜਦਾ। ਵਾਹਿਗੁਰੂ ਜਿਹੜਾ ਜ਼ਹਿਰ ਹੈ, ਜਿਸ ਦੇ ਆਸਰੇ ਰਹਿੰਦਾ ਉਸ ਨੂੰ ਨਹੀਂ ਸਾੜਦਾ, ਜਿਸ ਭਾਂਡੇ 'ਚ ਪਾਇਆ ਉਸ ਨੂੰ ਸਾੜਦਾ ਨਹੀਂ। ਪਰ ਕ੍ਰੋਧ ਜ਼ਹਿਰ ਦੇ ਨਾਲੋਂ ਵੀ ਖਤਰਨਾਕ ਹੈ, ਜਿਸ ਦੇ ਆਸਰੇ ਰਹਿੰਦਾ ਹੈ, ਜਿਸ ਹਿਰਦੇ 'ਚ ਰਹਿੰਦਾ ਹੈ, ਉਸ ਹਿਰਦੇ ਨੂੰ ਵੀ ਸਾੜਦਾ ਹੈ ਤੇ ਸਰੀਰ ਦੇ ਬਲ ਨੂੰ ਵੀ ਸਾੜਦਾ ਹੈ।
ਇਸ ਕਰਕੇ ਜਿਹੜਾ ਇਹ ਕ੍ਰੋਧ ਹੈ ਹਿਰਦੇ ਨੂੰ ਸਾੜਦਾ ਹੈ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਹੇ ਨਾ ਜਲੈ, ਉਹ ਹਿਰਦਾ ਫਿਰ ਕ੍ਰੋਧ ਦੀ ਅੱਗ ਵਿੱਚ ਨਹੀਂ ਸੜਦਾ ਹੈ, ਉਹ ਹਿਰਦਾ ਫਿਰ ਕਾਮ ਦੀ ਅੱਗ ਵਿੱਚ ਨਹੀਂ ਸੜਦਾ ਹੈ। ਤ੍ਰਿਸ਼ਨਾ ਦੀ ਵੱਡੀ ਭਾਰੀ ਅੱਗ ਹੈ ਨਾ, ਜਿਸ ਹਿਰਦੇ ਦੇ ਅੰਦਰ ਪ੍ਰਵੇਸ਼ ਕਰ ਜਾਂਦੀ ਏ, ਕਾਰੂ ਬਾਦਸ਼ਾਹ ਵਾਂਗੂ 40 ਗੰਜ ਮਾਇਆ ਦੇ ਜੋੜ ਲਵੇ ਤਾਂ ਵੀ ਇਹ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ। ਤੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਬਚਨ ਆਉਂਦਾ, ਜੇ ਸਾਖੀ ਨੂੰ ਬਾਰੀਕੀ ਦੇ ਨਾਲ ਵਾਚੀਏ ਘੋਖੀਏ ਨਾ, ਤੇ ਜਿਸ ਬਾਦਸ਼ਾਹ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦਰਸ਼ਨ ਦਿੱਤੇ, ਉਸ ਬਾਦਸ਼ਾਹ ਦਾ ਨਾਮ ਹਾਰੂਨ ਬਾਦਸ਼ਾਹ ਸੀ। ਉਸ ਬਾਦਸ਼ਾਹ ਤੋਂ ਪਹਿਲਾਂ ਜਿਹੜਾ ਬਾਦਸ਼ਾਹ ਸੀ ਉਸ ਦਾ ਨਾਮ ਕਾਰੂ ਸੀ। ਤੇ ਸੰਸਾਰ ਦੇ ਅੰਦਰ ਜਿਵੇਂ ਸਤਿਗੁਰੂ ਸਾਹਿਬ ਜੀ ਵਿਚਰਦਿਆਂ ਹੋਇਆਂ ਪੀਰ ਦਸਤਗੀਰ ਦੇ ਕੋਲ ਗਏ, ਤੇ ਜਿਹੜਾ ਉਸ ਪੀਰ ਦੀ ਗੱਦੀ ਤੇ ਬੈਠਦਾ ਸੀ ਉਸ ਦਾ ਨਾਮ ਦਸਤਗੀਰ ਹੋ ਜਾਂਦਾ ਸੀ। ਉਹ 27ਵਾਂ ਪੀਰ ਦਸਤਗੀਰ ਸੀ ਜਿਸ ਦੇ ਕੋਲ ਸਤਿਗੁਰੂ ਜੀ ਗਏ ਸਨ। ਰਾਜਾ ਜਨਕ, ਸੀਤਾ ਜੀ ਦੇ ਪਿਤਾ ਜੀ, ਰਾਮਚੰਦਰ ਜੀ ਦੇ ਸਹੁਰਾ ਸਾਹਿਬ ਜੀ, ਜਿਹੜਾ ਉਸ ਰਾਜ ਤਖਤ ਤੇ ਬੈਠਦਾ ਸੀ ਉਸ ਦਾ ਨਾਮ ਜਨਕ ਹੋ ਜਾਂਦਾ ਸੀ। ਉਹ ਤੀਜਾ ਜਨਕ ਸੀ ਜਿਸ ਦੀ ਸੁਪੁੱਤਰੀ ਸੀਤਾ ਜੀ ਸੀ ਤੇ ਰਾਮਚੰਦਰ ਜੀ ਦੇ ਨਾਲ ਵਿਆਹ ਹੋਇਆ ਸੀ। ਇਸੇ ਪ੍ਰਕਾਰ ਇਹ ਰਾਜੇ ਦੀ ਗੱਦੀ ਐਸੀ ਸੀ, ਜਿਹੜਾ ਇਸ ਗੱਦੀ ਤੇ ਬੈਠਦਾ ਸੀ ਉਸ ਦਾ ਨਾਮ ਕਾਰੂ ਹੋ ਜਾਂਦਾ ਸੀ, ਪਰ ਅਸਲ ਦੇ ਵਿੱਚ ਇਸ ਦਾ ਨਾਮ ਹਾਰੂਨ ਸੀ। ਤੇ ਜਿਹੜੇ 40 ਗੰਜ ਇਕੱਠੇ ਕੀਤੇ ਸਨ, ਇਸ ਤੋਂ ਪਹਿਲੇ ਬਾਦਸ਼ਾਹ ਨੇ ਇਕੱਠੇ ਕੀਤੇ ਸਨ। ਹਾਰੂਨ ਬਾਦਸ਼ਾਹ ਜਿਸ ਦਾ ਨਾਮ ਕਾਰੂ ਹੋ ਗਿਆ ਸੀ, ਐਸਾ ਲਾਲਚੀ ਸੀ, 4 ਗੰਜ ਮਾਇਆ ਦੇ ਹੋਰ ਜੋੜ ਕੇ 44 ਗੰਜ ਕਰ ਲਏ, ਪਰ ਹਿਰਦੇ ਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਸਾਧ ਸੰਗਤ ਜੀ ਨਹੀਂ ਬੁਝਦੀ ਹੈ, ਨਹੀਂ ਜਾਂਦੀ ਹੈ, ਹੋਰ ਮੱਚਦੀ ਹੈ। ਤੇ ਇਸੇ ਪ੍ਰਕਾਰ ਬਚਨ ਆਉਂਦੇ ਨੇ, ਜਿਹੜੀ ਭਾਈ ਤ੍ਰਿਸ਼ਨਾ ਦੀ ਅੱਗ ਹੈ ਨਾ, ਇਹ ਅੱਗ ਦਾ ਐਸਾ ਭਾਂਬੜ ਹੈ, ਅੱਗ ਬਲਦੀ ਹੋਵੇ, ਲਟਾਲਟ ਭਾਂਬੜ ਮੱਚਦੇ ਹੋਣ, ਤੇ ਕੋਈ ਪੁਰਸ਼ ਉਸ ਦੇ ਉੱਪਰ ਲੱਕੜਾਂ ਸੁੱਟੀ ਜਾਵੇ, ਹੋਰ ਲੱਕੜਾਂ ਸੁੱਟੇ, ਹੋਰ ਅੱਗ ਬੁਝਦੀ, ਭੜਕਦੀ ਹੈ, ਬੁਝਦੀ ਨਹੀਂ, ਹੋਰ ਲੱਕੜਾਂ ਪਾ ਦੇਵੇ, ਹੋਰ ਪਾ ਦੇਵੇ, ਪਾਈ ਹੀ ਜਾਵੇ, ਪਾਈ ਹੀ ਜਾਵੇ। ਤੇ ਕੋਈ ਪੁੱਛੇ ਭਾਈ ਕੀ ਕਰ ਰਹੇ ਹੈ, ਤੇ ਲੱਕੜਾਂ ਪਾਉਣ ਵਾਲਾ ਆਖੇ ਜੀ ਮੈਂ ਅੱਗ ਬੁਝਾ ਰਿਹਾ ਹੈ। ਹੁਣ ਸਿਆਣਾ ਪੁਰਸ਼ ਕਹਿਣਾ ਕਰਦਾ, ਲੱਕੜਾਂ ਦੇ ਨਾਲ ਅੱਗ ਮੱਚਣੀ ਹੈ, ਬੁਝਣੀ ਨਹੀਂ। ਕਹਿੰਦਾ ਨਹੀਂ, ਅੱਗ ਭੁੱਖੀ ਬੜੀ ਹੈ, ਇਸ ਦੀ ਭੁੱਖ ਦੂਰ ਹੋ ਜਾਵੇਗੀ, ਜਦੋਂ ਰੱਜ ਜਾਵੇਗੀ ਨਾ ਫਿਰ ਆਪੇ ਬੁਝ ਜਾਵੇਗੀ। ਤੇ ਪਿਆਰਿਓ, ਇਸ ਨੂੰ ਸਮਝਦਾਰੀ ਨਹੀਂ, ਬੇਵਕੂਫੀ ਕਿਹਾ ਜਾ ਸਕਦਾ ਹੈ, ਨਾ ਸਮਝੀ ਕਿਹਾ ਜਾ ਸਕਦਾ ਹੈ। ਜਿਵੇਂ ਅੱਗ ਦੇ ਉੱਪਰ ਲੱਕੜਾਂ ਪਾਉਂਦੇ ਰਹਿਣ ਦੇ ਨਾਲ ਅੱਗ ਕਦੇ ਬੁਝਦੀ ਨਹੀਂ, ਹੋਰ ਭੜਕਦੀ ਹੈ, ਹੋਰ ਮੱਚਦੀ ਹੈ। ਇਸੇ ਪ੍ਰਕਾਰ ਜਿਸ ਹਿਰਦੇ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗ ਜਾਂਦੀ ਹੈ ਨਾ, ਜੀਵ ਸੋਚਦਾ ਮੈਨੂੰ ਇਹ ਪਦਾਰਥ ਮਿਲ ਜਾਵੇ, ਹੁਣ ਮੇਰਾ ਮਨ ਸੁਖੀ ਹੋ ਜਾਵੇਗਾ, ਨਵਾਂ ਘਰ, ਨਵਾਂ ਬੰਗਲਾ, ਨਵੇਂ ਤਰੀਕੇ, ਨਵੇਂ ਸਾਧਨ ਮਾਇਆ ਪ੍ਰਾਪਤੀ ਕਰਨੇ ਦੇ ਫਿਰ ਸੌਖਾ ਹੋ ਜਾਵਾਂਗਾ। ਪਰ ਜਿਸ ਦੇ ਹਿਰਦੇ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਮੱਚਦੀ ਏ, ਉਹ ਜਿਵੇਂ ਜਿਵੇਂ ਪਦਾਰਥਾਂ ਰੂਪੀ ਲੱਕੜਾਂ ਪੈਂਦੀਆਂ ਨੇ, ਅੱਗ ਹੋਰ ਭੜਕਦੀ ਹੈ। ਤੇ ਸਾਧ ਸੰਗਤ ਜੀ, ਬਹੁਤ ਬਾਰੀਕੀਆਂ ਹੁੰਦੀਆਂ, ਇਸ ਨੂੰ ਵਾਚਣਾ ਵੀ ਜ਼ਰੂਰੀ ਹੈ। ਫਿਰ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ ਜੀ, ਕੀ ਫਿਰ ਪਦਾਰਥ ਨਾ ਲਿਆਈਏ, ਬੱਚੇ ਨਾ ਪਾਲੀਏ? ਬੱਚਿਆਂ ਦੇ ਸਿਰ ਤੇ ਛੱਤ ਵੀ ਚਾਹੀਦੀ ਹੈ, ਪਦਾਰਥ ਵੀ ਲੋੜੀਂਦੇ ਚਾਹੀਦੇ ਨੇ। ਇੱਥੇ ਇੱਕ ਗੱਲ ਦਾ ਖਿਆਲ ਰੱਖਣਾ, ਇੱਕ ਤਾਂ ਧਰਮ ਦੀ ਕਿਰਤ ਕਰਕੇ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ, ਤੇ ਇੱਕ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਕਰਕੇ ਦੂਸਰਿਆਂ ਦਾ ਹੱਕ ਮਾਰ ਕੇ ਮਾਇਆ ਇਕੱਤਰ ਕਰਨੀ ਹੈ। ਇਹ ਬਚਨ ਉਸ ਵਾਸਤੇ ਨੇ ਜਿਹੜੇ ਦੂਸਰਿਆਂ ਦਾ ਹੱਕ ਮਾਰ ਕੇ, ਪਾਪ ਕਰਮ ਕਰਕੇ, ਦੂਸਰਿਆਂ ਦੀ ਮਾਇਆ ਖੋਹ ਖਿੰਚ ਕਰਕੇ, ਡਾਕੇ ਮਾਰ ਕੇ, ਧਾੜੇ ਮਾਰ ਕੇ ਆਪਣੀ ਤ੍ਰਿਸ਼ਨਾ ਦੀ ਅੱਗ ਬੁਝਾਉਣ ਦਾ ਯਤਨ ਕਰਦੇ। ਇਹ ਪ੍ਰਮਾਣ ਉਹਨਾਂ ਵਾਸਤੇ ਹੈ। ਹਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਲਿਆਵੈ, ਦੂਜਿਆਂ ਦੀਆਂ ਹੱਟੀਆਂ ਭੰਨ ਕੇ, ਸੰਨਾ ਲਾ ਕੇ, ਘਰਾਂ ਦੀਆਂ ਦੀਵਾਰਾਂ ਪਾੜ ਕੇ ਪਦਾਰਥ ਕੱਢ ਲਿਆਉਂਦੇ। ਇਹ ਬਚਨ ਤ੍ਰਿਸ਼ਨਾ ਦੀ ਅੱਗ ਉਹਨਾਂ ਦੇ ਹਿਰਦੇ ਨੂੰ ਸਾੜਦੀ, ਉਹਨਾਂ ਦੇ ਪਰਥਾਏ ਹੈ। ਜਿਹੜੇ ਭਾਉ ਭਗਤੀ ਦੇ ਵਿੱਚ ਰਹਿ ਕਰਕੇ ਸਤਿਗੁਰੂ ਜੀ ਦੇ ਉਪਦੇਸ਼ਾਂ ਦੀ ਕਮਾਈ ਕਰਦਿਆਂ, ਨਾਮ ਦਾ ਸਿਮਰਨ ਕਰਦਿਆਂ ਧਰਮ ਦੀ ਕਿਰਤ ਕਰਦੇ ਨੇ, ਚਾਹੇ ਉਸ ਕਿਰਤ ਦਾ ਫਲ ਸੈਂਕੜਿਆਂ ਵਿੱਚ ਜਾਂ ਹਜ਼ਾਰਾਂ ਵਿੱਚ ਜਾਂ ਲੱਖਾਂ ਕਰੋੜਾਂ ਵਿੱਚ ਕਿਉਂ ਨਾ ਹੋਵੇ, ਉਸ ਦੇ ਵਿੱਚੋਂ ਸਤਿਗੁਰੂ ਜੀ ਦੇ ਨਾਮ ਤੇ ਦਸਵੰਧ ਕੱਢਿਆ ਜਾਵੇ। ਗਊ ਗਰੀਬ ਦੀ ਰੱਖਿਆ ਵਾਸਤੇ, ਮਜ਼ਲੂਮਾਂ ਵਾਸਤੇ, ਲੋੜਵੰਦਾਂ ਵਾਸਤੇ ਖਰਚ ਕੀਤਾ ਜਾਵੇ। ਸਤਿਗੁਰੂ ਜੀ ਦੀਆਂ ਇਮਾਰਤਾਂ ਵਾਸਤੇ, ਲੰਗਰਾਂ ਵਾਸਤੇ ਖਰਚ ਕੀਤਾ ਜਾਵੇ ਤੇ ਬਾਕੀ ਵਰਤਿਆ ਜਾਵੇ। ਉਹ ਕਮਾਈ ਬਿਖ ਰੂਪ ਨਹੀਂ, ਉਹ ਅੰਮ੍ਰਿਤ ਰੂਪ ਹੋ ਜਾਂਦੀ ਹੈ, ਸਫਲੀ ਹੁੰਦੀ ਹੈ। ਇਤਨੀ ਕੁ ਵਿਚਾਰ ਜ਼ਰੂਰ ਹਿਰਦੇ ਅੰਦਰ ਧਾਰਨ ਕਰਕੇ ਰੱਖਣੀ। ਪਰ ਜਿਹੜੇ ਪਾਪ ਦੀ ਕਿਰਤ ਕਰਦਿਆਂ ਦੂਸਰਿਆਂ ਦੀ ਮਾਇਆ ਖੋਹ ਕੇ ਵੀ ਲਿਆਉਣੀ, ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਹਿਰਦੇ ਵਿੱਚ ਹੋਰ ਮੱਚਦੇ ਨੇ। ਉਹ ਅੱਗ ਦੇ ਭਾਂਬੜ ਤ੍ਰਿਸ਼ਨਾਲੂਆਂ ਦੇ ਬੁਝਦੇ ਨਹੀਂ। ਕਾਰੂ ਵਾਂਗੂ, ਹਾਰੂਨ ਬਾਦਸ਼ਾਹ ਵਾਂਗੂ ਚਾਹੇ 40 ਤੋਂ ਵੀ 44 ਗੰਜ ਕਿਉਂ ਨਾ ਜੋੜ ਲਵੇ,
ਪਰ ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਨਾਮ ਰੰਗਣ ਦੇ ਅੰਦਰ ਰੱਗੇ ਗਏ, ਫਿਰ ਭਾਹੇ ਨਾ ਜਲੈ, ਫਿਰ ਤ੍ਰਿਸ਼ਨਾ ਦੀ ਅੱਗ ਉਹਨਾਂ ਦੇ ਹਿਰਦੇ ਨੂੰ ਨਹੀਂ ਸਾੜਦੀ ਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੌਤਕ ਵਰਤਾਇਆ ਸੀ ਨਾ, ਉਸ ਦੇ ਮਹਿਲ ਦੇ ਦਰਵਾਜ਼ੇ ਦੇ ਸਾਹਮਣੇ ਜਾ ਕਰਕੇ ਠੀਕਰੀਆਂ ਇਕੱਠੀਆਂ ਕਰਕੇ ਚੁਗ ਚੁਗ ਕੇ ਇਕੱਠੀਆਂ ਕਰਕੇ ਆਪਣੀ ਝੋਲੀ ਚ ਪਾਈ ਜਾਂਦੇ ਨੇ। ਬਾਦਸ਼ਾਹ ਨੂੰ ਸੁਨੇਹਾ ਭੇਜਿਆ, ਤੈਨੂੰ ਕੋਈ ਮਿਲਣ ਵਾਸਤੇ ਆਇਆ ਹੈ। ਬਾਦਸ਼ਾਹ ਆ ਕਰਕੇ ਤੱਕਦਾ, ਹੈ ਤੇ ਫਕੀਰ ਨੇ, ਫਕੀਰ ਤਾਂ ਤਿਆਗੀ ਹੁੰਦੇ ਨੇ, ਇਹ ਕਿਹੋ ਜਿਹੇ ਫਕੀਰ ਨੇ, ਨਿਕੰਮੀਆਂ ਠੀਕਰੀਆਂ ਇਕੱਠੀਆਂ ਕਰਕੇ ਝੋਲੀ ਚ ਪਾਈ ਜਾਂਦੇ ਨੇ। ਪੁੱਛਣਾ ਕੀਤਾ, ਮਹਾਰਾਜ ਇਹ ਕੀ ਕਰਦੇ ਹੋ? ਪੁੱਛਿਆ, ਜੀ ਠੀਕਰੀਆਂ ਇਕੱਠੀਆਂ ਕਰ ਰਹੇ ਆ, ਜਦੋਂ ਲੋਕ ਚੋਂ ਪਰਲੋਕ ਵਿੱਚ ਜਾਵਾਂਗੇ ਤੇ ਨਾਲ ਲੈ ਜਾਵਾਂਗੇ। ਹੈਰਾਨ ਹੋਇਆ, ਕੁਝ ਹੱਸਿਆ, ਕਹਿਣ ਲੱਗਾ, ਜੀ ਤੁਸੀਂ ਬਾਹਲੇ ਹੀ ਭੋਲੇ ਲੱਗਦੇ ਹੋ, ਬੜੇ ਦੀਵਾਨੇ ਮਸਤਾਨੇ ਹੀ ਲੱਗਦੇ ਹੋ, ਤੁਹਾਨੂੰ ਇਸ ਗੱਲ ਦਾ ਪਤਾ ਨਹੀਂ, ਇਥੋਂ ਤੇ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ। ਤੇ ਮਹਾਰਾਜ ਜੀ ਕਹਿੰਦੇ, ਕਾਰੂ ਬਾਦਸ਼ਾਹ ਫਿਰ ਕੀ ਇੱਕ ਠੀਕਰ ਵੀ ਸਾਡੇ ਨਾਲ ਨਹੀਂ ਜਾਵੇਗੀ? ਕਹਿੰਦਾ, ਨਹੀਂ ਮਹਾਰਾਜ, ਕੁਝ ਵੀ ਨਾਲ ਨਹੀਂ ਜਾਵੇਗਾ। ਤੇ ਸਤਿਗੁਰੂ ਜੀ ਨੇ ਫਿਰ ਸਹੀ ਸਮਾਂ ਜਾਣ ਕਰਕੇ ਉਪਦੇਸ਼ ਦਾ ਤੀਰ ਮਾਰਨਾ ਕੀਤਾ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਸ਼ੇਕ। ਐਸਾ ਬਾਣ ਉਪਦੇਸ਼ ਦਾ ਮਾਰਿਆ, ਹਿਰਦਾ ਵਿੰਨ ਕੇ ਰੱਖ ਦਿੱਤਾ ਹੈ। ਕਾਰੂ, ਜੇ ਸਾਡੀ ਨਿਕੰਮੀ ਨਿੱਕੀ ਜਿਹੀ ਠੀਕਰੀ ਨਾਲ ਨਹੀਂ ਜਾ ਸਕਦੀ, ਤੇ ਜਿਹੜੇ 44 ਗੰਜ ਤੂੰ ਇਕੱਠੇ ਕਰਕੇ ਬੈਠਾ, ਗਰੀਬਾਂ ਨੂੰ, ਮਜ਼ਲੂਮਾਂ ਨੂੰ, ਪ੍ਰਜਾ ਨੂੰ ਇੰਨਾ ਦੁੱਖ ਦੇਣਾ ਕਿ ਉਹ 44 ਗੰਜ ਨਾਲ ਲੈ ਜਾਵੇਗਾ? ਜੇ ਤੇਰਾ ਵੱਡਾ ਭਰਾ ਕਾਰੂ ਬਾਦਸ਼ਾਹ ਨਾਲ ਨਹੀਂ ਲਿਜਾ ਸਕਿਆ, ਤੇ ਹਾਰੂਨ ਨਾਲ ਤੂੰ ਵੀ ਨਹੀਂ ਲੈ ਕੇ ਜਾ ਸਕਦਾ। ਇਹ ਵੀ ਇੱਥੇ ਦੇ ਇੱਥੇ ਹੀ ਰਹਿ ਜਾਣੇ ਨੇ। ਤੇ ਜਿਹੜਾ ਸਾਧ ਸੰਗਤ ਜੀ ਹਿਰਦੇ ਨੂੰ ਕੁਸੁੰਭਾ ਰੰਗ, ਮਾਇਆ ਨੂੰ ਇਕੱਤਰ ਕਰਨੇ ਦਾ ਰੰਗ, ਮਾਇਆ ਦਾ ਪ੍ਰੇਮ ਚੜਿਆ ਸੀ ਨਾ, ਸਤਿਗੁਰੂ ਜੀ ਨੇ ਉਪਦੇਸ਼ ਰੂਪੀ ਜਲ ਪਾ ਕੇ ਸਾਰਾ ਹੀ ਉਤਾਰ ਦਿੱਤਾ। ਤੇ ਜਿਹੜੀ ਹਿਰਦੇ ਦੇ ਅੰਦਰ ਲਟਾ ਲਟ ਅੱਗ ਮੱਚਦੀ ਸੀ ਤ੍ਰਿਸ਼ਨਾ ਦੀ, ਸਤਿਗੁਰੂ ਜੀ ਨੇ ਨਾਮ ਜਲ ਦੇ ਨਾਲ ਬੁਝਾ ਦੇਣਾ ਕੀਤੀ ਏ। ਮਨ ਨਾਮ ਦੇ ਵਿੱਚ ਰੰਗ ਦਿੱਤਾ ਹੈ, ਟਹਿ ਕਰਕੇ ਚਰਨੀ ਪੈ ਗਿਆ। ਸੱਚੇ ਪਾਤਸ਼ਾਹ ਕਿਰਪਾ ਕਰੋ, ਬਖਸ਼ ਲਓ, ਬਖਸ਼ ਲਓ। ਸੱਚ ਦਾ ਉਪਦੇਸ਼ ਦੇਣਾ ਕੀਤਾ, ਬਾਦਸ਼ਾਹ ਮਨ ਦਾ ਬਾਦਸ਼ਾਹ ਬਣ, ਮਨ ਦਾ। ਪ੍ਰਜਾ ਦੇ ਵਿੱਚ ਆਪਣਾ ਬਸਤਰ ਬਦਲ ਕਰਕੇ, ਲਿਬਾਸ ਬਦਲ ਕਰਕੇ, ਆਮ ਇਨਸਾਨ ਬਣ ਕੇ ਘੁੰਮ ਕੇ ਦੇਖ, ਲੋਕ ਤੈਨੂੰ ਬਾਦਸ਼ਾਹ ਨਹੀਂ ਕਸਾਈ ਕਹਿੰਦੇ ਨੇ, ਕਸਾਈ। ਇਤਨਾ ਜ਼ੁਲਮ, ਤਰੱਦਦ, ਤਸ਼ੱਦਦ ਪ੍ਰਜਾ ਤੇ ਕਰਦਾ, ਕਿਸੇ ਨੂੰ ਸੁੱਖ ਦਿੱਤਾ ਨਹੀਂ। ਰਾਜੇ ਦਾ ਧਰਮ ਹੁੰਦਾ ਪ੍ਰਜਾ ਦੀ ਪਾਲਣਾ ਪੁੱਤਰਾਂ ਵਾਂਗੂ, ਆਪਣੀ ਔਲਾਦ ਵਾਂਗੂ ਕਰੇ। ਮਹਾਰਾਜ ਮੇਰੇ ਲਈ ਕੀ ਉਪਦੇਸ਼ ਹੈ? ਤੇ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇਣਾ ਕੀਤਾ, ਲੋੜਵੰਦਾਂ ਨੂੰ ਬਸਤਰ ਦੇ, ਇਸੇ ਪ੍ਰਕਾਰ ਭੋਜਨ ਦਾ ਦਾਨ ਦੇਣਾ ਕਰ, ਜਗ੍ਹਾ ਜਗ੍ਹਾ ਤੇ ਲੰਗਰ ਲਾ, ਧਰਮਸ਼ਾਲਾ ਬਣਾ, ਦੋਵੇਂ ਵੇਲੇ ਸਤ ਸੰਗਤ ਹੋਣ, ਨਾਮ ਦੀਆਂ ਗੁਲਜ਼ਾਰਾਂ ਪੈਣ, ਕੀਰਤਨ ਦੀਆਂ ਜਿਹੜੀਆਂ ਧੁਨੀਆਂ ਨੇ ਵਾਤਾਵਰਨ ਦੇ ਵਿੱਚ ਗੂੰਜਦੀਆਂ ਹੋਣ, ਮਨਾਂ ਨੂੰ ਸੁੱਖ ਦਿੰਦੀਆਂ ਹੋਣ, ਤੇ ਤੂੰ ਪ੍ਰਜਾ ਦੀ ਸੇਵਾ ਪੁੱਤਰਾਂ ਵਾਂਗੂ, ਔਲਾਦ ਵਾਂਗੂ ਕਰਕੇ, ਸਰੀਰ ਕਰਕੇ ਸੁੱਖ ਦੇਣਾ ਕਰ। ਤੇ ਜਿਸ ਦੇ ਹਿਰਦੇ ਦੇ ਅੰਦਰ ਸਾਧ ਸੰਗਤ ਜੀ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਮੱਚਦੇ ਸਨ, ਸਤਿਗੁਰੂ ਜੀ ਨੇ ਨਾਮ ਦੀ ਰੰਗਣ ਹਿਰਦੇ ਵਿੱਚ ਚਾੜ ਦਿੱਤੀ। ਜਿਹੜਾ ਤ੍ਰਿਸ਼ਨਾਲੂ ਸੀ ਉਹ ਪਰ ਉਪਕਾਰੀ ਹੋ ਗਿਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰ ਉਪਕਾਰ ਨੇ। ਜਦੋਂ ਤੱਕ ਮਾਇਆ ਦੀ ਰੰਗਣ ਚੜੀ ਸੀ, ਤ੍ਰਿਸ਼ਨਾਲੂ ਸੀ, ਗੁਰੂ ਉਪਦੇਸ਼ ਦੁਆਰਾ ਨਾਮ ਦੀ ਰੰਗਣ ਚੜੀ, ਤਾਂ ਉਹੀ ਉਹ ਕਾਰੂ ਬਾਦਸ਼ਾਹ ਪਰ ਉਪਕਾਰੀ ਬਾਦਸ਼ਾਹ ਬਣ ਗਿਆ, ਲੋਕ ਪਰਲੋਕ ਸਵਾਰ ਲਿਆ। ਸਤਿਗੁਰੂ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਜਿਸ ਦਾ ਹਿਰਦਾ ਨਾਮ ਰੰਗਣ ਦੇ ਅੰਦਰ ਰੰਗਿਆ ਜਾਂਦਾ ਨਾ, ਉਹ ਫਿਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹਿਰਦਾ ਨਹੀਂ ਸੜਦਾ ਹੈ। ਸੱਜਣ ਨਾਮ ਰੱਖਿਆ ਠੱਗ ਸੀ ਨਾ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ, ਜੀਵ ਨੂੰ ਕਤਲ ਕਰਨ ਲੱਗਿਆ ਵੀ ਨਹੀਂ ਸੀ ਸੋਚਦਾ, ਧਨ ਖੋਹ ਕਰਕੇ ਮਾਰ ਕੇ ਖੂਹ 'ਚ ਹੀ ਸੁੱਟ ਦਿੰਦਾ ਸੀ। ਸਤਿਗੁਰੂ ਜੀ ਨੇ ਨਾਮ ਦੀ ਰੰਗਣ ਚਾੜ ਦਿੱਤੀ, ਪਰ ਉਪਕਾਰੀ ਬਣਾ ਦਿੱਤਾ। ਫਿਰ ਜਿਹੜਾ ਠੱਗ ਸੀ ਸੱਚਮੁੱਚ ਦਾ ਸੱਜਣ ਬਣ ਗਿਆ। ਐਸਾ ਸੱਜਣ ਬਣਿਆ, ਪਰ ਉਪਕਾਰੀ ਜੀਵਨ ਹੋ ਗਿਆ। ਆਪਣਾ ਜੀਵਨ ਦੂਸਰਿਆਂ ਦੀ ਸੇਵਾ ਦੇ ਵਿੱਚ ਹੀ ਲਾ ਦਿੱਤਾ, ਕਿਉਂਕਿ ਜਿਹੜਾ ਹਿਰਦਾ ਹੈ ਹੁਣ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸੜਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਸ ਦਾ ਮਨ ਰੰਗਿਆ ਜਾਂਦਾ ਨਾਮ ਰੰਗਣ ਦੇ ਅੰਦਰ, ਤ੍ਰਿਸ਼ਨਾ ਦੀ ਅੱਗ ਵਿੱਚ, ਕ੍ਰੋਧ ਦੀ ਅੱਗ ਵਿੱਚ, ਕਾਮ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਵਿੱਚ, ਲਾਲਚਾਂ ਦੀ ਅੱਗ ਵਿੱਚ, ਨਿੰਦਿਆ ਚੁਗਲੀ ਦੀ ਅੱਗ ਵਿੱਚ, ਉਸ ਦਾ ਹਿਰਦਾ ਫਿਰ ਨਹੀਂ ਸੜਦਾ ਹੈ, ਪਰ ਉਪਕਾਰੀ ਜੀਵਨ ਉਸ ਦਾ ਹੋ ਜਾਂਦਾ ਹੈ। ਇਸੇ ਹੀ ਪ੍ਰਕਾਰ ਹਰ ਸੰਗ ਰਾਤੇ ਭਾਏ ਨਾ ਜਲੈ। ਪਿਆਰਿਓ, ਜਿਨ੍ਹਾਂ ਦੇ ਹਿਰਦੇ ਹਰੀ ਪਰਮਾਤਮਾ ਜੀ ਦੇ ਪ੍ਰੇਮ ਰੰਗਣ ਦੇ ਅੰਦਰ ਰੰਗੇ ਜਾਂਦੇ ਨੇ ਨਾ,
ਦੁਬਾਰਾ ਮਾਤਾ ਦੇ ਗਰਭ ਦੀ ਅਗਨੀ ਦੇ ਵਿੱਚ ਆ ਕਰਕੇ ਗਰਭ ਜੂਨੀਆਂ ਵਿੱਚ ਨਹੀਂ ਸੜਦੇ ਨੇ। ਕਰਮਾਂ ਦਾ ਲੇਖਾ ਦੇਣ ਵਾਸਤੇ ਨਰਕਾਂ ਦੀ ਅੱਗ ਵਿੱਚ ਨਹੀਂ ਸੜਦੇ ਨੇ। ਇਸ ਪ੍ਰਕਾਰ ਲੋਕ ਤੇ ਪਰਲੋਕ ਉਹਨਾਂ ਦਾ ਸਫਲਾ ਹੋ ਜਾਂਦਾ ਹੈ। ਤਨ ਮਨ ਉਹਨਾਂ ਦੇ ਸ਼ਾਂਤ ਹੁੰਦੇ ਹਨ ਜੀ। ਹਰ ਸੰਗ ਰਾਤੇ ਮਾਇਆ ਨਹੀਂ ਛਲੈ। ਤੇ ਜਿਹੜੇ ਹਰੀ ਪਰਮਾਤਮਾ ਜੀ ਦੇ ਪ੍ਰੇਮ ਦੇ ਅੰਦਰ ਰੰਗੇ ਹੋਏ ਹਿਰਦੇ ਨੇ ਨਾ, ਉਹਨਾਂ ਦੇ ਨਾਲ ਮਾਇਆ ਵੀ ਛਲ ਨਹੀਂ ਕਰ ਸਕਦੀ। ਮਾਇਆ ਵੀ ਉਹਨਾਂ ਨੂੰ ਛਲਦੀ ਨਹੀਂ। ਜਿਹੜੀ ਮਾਇਆ ਛਲ ਰੂਪ ਹੈ ਨਾ, ਮਾਇਆ ਛਲ ਭਾਈ, ਇਹ ਜਿਹੜੀ ਮਾਇਆ ਛਲ ਰੂਪ ਹੈ ਜੀ, ਕਿਵੇਂ ਛਲਦੀ ਹੈ? ਹਜ਼ੂਰ ਫਰਮਾਵਣਾ ਕਰਦੇ ਨੇ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਜਦੋਂ ਗੋਬਿੰਦ ਜੀ ਦਾ ਭਜਨ, ਵਾਹਿਗੁਰੂ ਜੀ ਦਾ ਸਿਮਰਨ ਜੀਵਨ ਦੇ ਵਿੱਚ ਨਾ ਸ਼ਾਮਲ ਹੋਵੇ ਤੇ ਮਾਇਆ ਹੜ ਦੇ ਜਲ ਵਾਂਗੂ ਸ਼ੁਭ ਕਰਮਾਂ ਨੂੰ ਤੇ ਸੁੱਖਾਂ ਨੂੰ ਰੋੜ ਕੇ ਲੈ ਜਾਂਦੀ ਹੈ। ਜਦੋਂ ਗੋਬਿੰਦ ਜੀ ਦਾ ਸਿਮਰਨ ਹਿਰਦੇ ਵਿੱਚ ਨਾ ਹੋਵੇ, ਹਿਰਦੇ ਦੀ ਸੁੱਖ ਸ਼ਾਂਤੀ ਨੂੰ ਮਾਇਆ ਦਾ ਲਾਲਚ ਰੋੜ ਕੇ ਲੈ ਜਾਂਦਾ ਹੈ। ਸੁੱਕਾ ਘਾਹ ਹੋਵੇ, ਅੱਗ ਲਾ ਦਈਏ, ਬੜੀ ਲਟਾਲਟ ਮਚਦੀ ਪਰ ਝਾਟੀ ਬੁੱਝ ਜਾਂਦੀ ਹੈ। ਸੂਰਜ ਦੇ ਅੱਗੇ ਕੋਈ ਬੱਦਲ ਦੀ ਟੁਕੜੀ ਆ ਜਾਵੇ, ਧਰਤੀ ਤੇ ਪਰਛਾਵਾਂ ਪੈਂਦਾ ਛਾਂ ਹੋ ਜਾਂਦੀ ਹੈ। ਪਰ ਜੇ ਕੋਈ ਕਹੇ ਮੇਰੇ ਮਕਾਨ ਦੀ ਛੱਤ ਵਰਗੀ ਛਾਂ ਹੋ ਗਈ, ਤੇ ਮਕਾਨ ਦੀ ਛੱਤ ਤਾਂ ਕਈ ਸਾਲ ਤੱਕ ਛਾਂ ਦੇਵੇਗੀ, ਪਰ ਜਿਹੜੀ ਬੱਦਲ ਦੀ ਛਾਇਆ ਉਹ ਖਿਨ ਮਾਤਰ ਦੀ ਹੈ, ਉਸੇ ਵੇਲੇ ਹੀ ਅੱਗੇ ਲੰਘ ਜਾਂਦੀ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਅੱਗ ਮੱਚਦੀ ਬੜੀ ਸੁੱਕੇ ਘਾਹ ਦੀ, ਪਰ ਥੋੜੇ ਸਮੇਂ ਲਈ। ਮਾਇਆ ਆ ਕੇ ਹਿਰਦੇ ਨੂੰ ਭਰਮਾ ਤੇ ਜਾਂਦੀ, ਪਰ ਸਦਾ ਕੋਲ ਨਹੀਂ ਰਹਿੰਦੀ, ਥੋੜੇ ਸਮੇਂ ਲਈ ਆਉਂਦੀ ਹੈ। ਬੱਦਲ ਦੀ ਛਾਇਆ ਧਰਤੀ ਉੱਪਰ ਪੈਂਦੀ, ਪਰ ਉਹ ਛਾਇਆ ਸਥਿਰ ਨਹੀਂ ਹੁੰਦੀ, ਥੋੜੇ ਜਿਹੇ ਸਮੇਂ ਦੀ ਹੁੰਦੀ ਹੈ। ਮਾਇਆ ਚਮਤਕਾਰਾਂ ਤੇ ਵਿਖਾਉਂਦੀ, ਪਰ ਥੋੜੇ ਜਿਹੇ ਸਮੇਂ ਵਾਸਤੇ। ਕਹਿਣ ਤੋਂ ਭਾਵ ਮਾਇਆ ਦਾ ਸੁੱਖ ਸਦੀਵ ਨਹੀਂ ਹੈ। ਗੋਬਿੰਦ ਵਾਹਿਗੁਰੂ ਜੀ ਦੇ ਨਾਮ ਦੇ ਭਜਨ ਤੋਂ ਬਿਨਾਂ ਹੜਦੇ ਜਲ ਵਾਂਗੂ, ਹੜਦਾ ਜਲ ਜਿੱਧਰ ਜਾਂਦਾ ਹੈ ਤਬਾਹੀ ਮਚਾ ਦਿੰਦਾ ਹੈ, ਰੋੜ ਕੇ ਲੈ ਜਾਂਦਾ ਹੈ, ਵੱਡੇ ਭਾਰੀ ਨੁਕਸਾਨ ਕਰਦਾ ਹੈ। ਇਹ ਜਿਹੜਾ ਮਾਇਆ ਦਾ ਲਾਲਚ ਜਿਸ ਹਿਰਦੇ ਵਿੱਚ ਪੈ ਜਾਵੇ, ਸ਼ੁਭ ਗੁਣਾਂ ਨੂੰ ਰੋੜ ਕੇ ਲੈ ਜਾਂਦਾ ਹੈ, ਸਦ ਗੁਣਾਂ ਦੇ ਵਿੱਚ ਭਿਆਨਕ ਤਬਾਹੀ ਮਚਾ ਦਿੰਦਾ ਹੈ, ਜੀਵ ਦੇ ਆਤਮਿਕ ਲਾਹੇ ਨੂੰ ਵੱਡਾ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਭਗਤ ਕਬੀਰ ਸਾਹਿਬ ਜੀ ਵਚਨ ਕਰਦੇ ਨੇ, ਕਹਿੰਦੇ ਸਾਡੇ ਕੋਲ ਜਿਹੜੀ ਮਾਇਆ ਹੈ ਨਾ, ਬੜੇ ਰੂਪ ਬਦਲ ਬਦਲ ਕੇ ਆਉਂਦੀ ਹੈ। ਕਦੇ ਇਸਤਰੀ ਦਾ ਮੋਹ ਰੂਪ ਧਾਰਨ ਕਰਕੇ ਆਉਂਦੀ ਹੈ, ਕਦੇ ਧੀਆਂ ਪੁੱਤਰਾਂ ਦਾ ਮੋਹ ਰੂਪ ਲੈ ਕਰਕੇ ਆਉਂਦੀ ਹੈ, ਕਦੇ ਦਾਸੀ ਬਣ ਕੇ ਆਉਂਦੀ ਹੈ, ਤੇ ਕਦੇ ਰਾਣੀ ਬਣ ਕੇ ਆਉਂਦੀ ਹੈ। ਕਬੀਰ ਆਏ ਮੁਝ ਹੈ ਪਹਿ ਅਨਕ ਕਰਹਿ ਕਰ ਭੇਸ, ਬੜੇ ਲਿਬਾਸ ਬਦਲ ਬਦਲ ਕੇ ਆਈ, ਹਮ ਰਾਖੇ ਗੁਰ ਆਪਨੇ। ਸਾਨੂੰ ਸਾਡੇ ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਰੱਖ ਲਿਆ ਹੈ। ਉਨ ਕੀਨੋ ਆਦੇਸ, ਉਹ ਜਿਹੜੀ ਮਾਇਆ ਸੀ, ਆਦੇਸ ਫਿਰ ਮੱਥਾ ਟੇਕ ਕੇ ਮੁੜਦੀ ਹੈ। ਤੇ ਸਾਧ ਸੰਗਤ ਜੀ, ਮਾਇਆ ਅਤਿਅੰਤ ਸੁੰਦਰ ਸਰੂਪ ਧਾਰਨ ਕਰਕੇ, ਰਾਣੀ ਦਾ ਲਿਬਾਸ ਧਾਰਨ ਕਰਕੇ, ਬੜੇ ਹਾਵ ਭਾਵ ਕਰਦਿਆਂ ਸ਼ਿੰਗਾਰਾਂ ਦੇ ਸਹਿਤ ਭਗਤ ਕਬੀਰ ਸਾਹਿਬ ਜੀ ਦੇ ਦਰਵਾਜ਼ੇ ਤੇ ਆਉਂਦੀ ਹੈ ਤੇ ਆ ਕੇ ਮੱਥਾ ਟੇਕਦੀ ਹੈ। ਭਗਤ ਕਬੀਰ ਸਾਹਿਬ ਜੀ ਅੱਗੇ ਆਉਣ ਦੀ ਆਗਿਆ ਨਹੀਂ ਦਿੰਦੇ ਤੇ ਨਮਸਕਾਰ ਕਰਕੇ ਉੱਥੋਂ ਮੁੜ ਜਾਂਦੀ ਹੈ। ਉਹ ਨਕੀਨੋ ਆਦੇਸ, ਨਮਸਕਾਰ ਕਰਦੀ ਹੈ, ਮੁੜ ਜਾਂਦੀ ਹੈ। ਭਗਤ ਸਾਹਿਬ ਜੀ ਦੇ ਧਰਮ ਸਪਤਨੀ, ਤਿੰਨਾਂ ਦੇ ਮਹਿਲ, ਸਾਡੇ ਸਤਿਕਾਰਯੋਗ ਮਾਤਾ ਲੋਈ ਜੀ ਨੇ ਤੱਕਿਆ ਤੇ ਪੁੱਛਿਆ, ਭਗਤ ਜੀ ਇਹ ਬੀਬੀ ਕੌਣ ਹੈ? ਮੈਂ ਰੋਜ਼ ਤੱਕਦੀ ਏ, ਬੜੇ ਸੁੰਦਰ ਸਰੂਪ ਵਾਲੀ, ਬੜੇ ਅਮੀਰ ਘਰ ਦੀ ਕੋਈ ਰਾਣੀ ਲੱਗਦੀ ਹੈ, ਕੋਈ ਪਟਰਾਣੀ ਲੱਗਦੀ ਹੈ। ਸਾਰੇ ਗਰੀਬ ਗੁਰਬੇ ਜਗਿਆਸੂ ਅਧਿਕਾਰੀ ਤੁਹਾਡੀ ਸੰਗਤ ਵਿੱਚ ਬੈਠਦੇ ਨੇ, ਪਰ ਮਹਾਰਾਜ ਜੀ ਇਹਨੂੰ ਕਦੇ ਮੌਕਾ ਹੀ ਨਹੀਂ ਦਿੱਤਾ। ਇਸ ਨੂੰ ਤੁਸੀਂ ਇਸ਼ਾਰਾ ਕਰ ਦਿੰਦੇ ਹੋ, ਮਨਾ ਕਰ ਦਿੰਦੇ ਹੋ, ਦਰਵਾਜ਼ਾ ਦਹਲੀਜ਼ ਕਦੇ ਲੰਘਣ ਨਹੀਂ ਦਿੱਤੀ। ਮਹਾਰਾਜ ਕੌਣ ਹੈ ਜਿਸ ਨੂੰ ਤੁਸੀਂ ਦਰਵਾਜ਼ੇ ਤੋਂ ਮੋੜ ਦਿੰਦੇ ਹੋ, ਅੱਗੇ ਨਹੀਂ ਆਉਣ ਦਿੰਦੇ? ਤੇ ਕਹਿਣਾ ਕੀਤਾ, ਲੋਈ ਜੀ ਇਹ ਮਾਇਆ, ਇਹ ਮਾਇਆ ਰਾਣੀ ਦਾ ਸੁੰਦਰ ਸਰੂਪ ਧਾਰਨ ਕਰਕੇ ਛਲ ਕਰਨ ਵਾਸਤੇ ਆਉਂਦੀ ਹੈ। ਹਿਰਦੇ ਦੇ ਅੰਦਰ ਨਾਮ ਦੀ ਬਰਕਤ ਐਸੀ ਹੈ, ਇਸ ਦੀ ਪਛਾਣ ਹੋ ਜਾਂਦੀ ਹੈ, ਮੋੜ ਦਿੰਦੇ ਆ। ਛਲ ਰੂਪ ਮਾਇਆ, ਸਾਨੂੰ ਤੇਰੀ ਲੋੜ ਨਹੀਂ, ਜਾ ਮੁੜ ਜਾ। ਇਹ ਦੂਜੇ ਦਿਨ ਫਿਰ ਮੱਥਾ ਟੇਕਣ ਆਉਂਦੀ ਹੈ, ਫਿਰ ਮੋੜ ਦਿੰਦੇ ਆ, ਫਿਰ ਆਉਂਦੀ ਹੈ, ਫਿਰ ਮੋੜ ਦਿੰਦੇ ਆ, ਬਾਰ-ਬਾਰ ਆਉਂਦੀ ਹੈ, ਛਲ ਕਰੇਗੀ। ਤੇ ਮਾਤਾ ਲੋਈ ਜੀ ਕਹਿਣ ਲੱਗੇ, ਭਗਤ ਸਾਹਿਬ ਜੀ ਘਰ ਦੇ ਵਿੱਚ ਇੰਨੀ ਗਰੀਬੀ ਹੈ, ਜੇ ਆਉਂਦੀ ਹੈ ਤੇ ਕੁਛ ਮਾਇਆ ਪ੍ਰਾਪਤ ਕਰ ਹੀ ਲਈਏ, ਜ਼ਰੂਰ ਦੁੱਖ ਝੱਲਣੇ ਨੇ। ਕਹਿੰਦੇ ਲੋਈ ਜੀ ਛਲ ਕਰੇਗੀ, ਮਾਇਆ ਛਲ ਸਰੂਪ ਹੈ, ਇਸ ਕਰਕੇ ਆਗਿਆ ਨਹੀਂ ਦਿੰਦੇ। ਤੇ ਮਾਤਾ ਜੀ ਦੇ ਮਨ ਵਿੱਚ ਆਇਆ ਕਿ ਸਾਡੇ ਭਰਾਤਾ ਜੀ, ਸਾਡੇ ਭਰਾ ਵੀ ਤੇ ਗਰੀਬ ਹੀ ਨੇ, ਉਹਨਾਂ ਦੇ ਕੋਲ ਭੇਜ ਦਈਏ, ਮਾਇਆ ਦੇ ਸੁੱਖ ਲੈਣਗੇ। ਭਗਤ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਅੰਗੀਕਾਰ ਨਹੀਂ ਕਰਨੀ ਤੇ ਮੇਰੇ ਭਰਾਵਾਂ ਕੋਲ ਭੇਜ ਦਿਓ, ਉਹ ਤੇ ਮਾਇਆ ਦੇ ਸੁੱਖ ਲੈਣ, ਉਹਨਾਂ ਪਾਸ ਵੀ ਬੜੀ ਗਰੀਬੀ ਹੈ, ਉਪਜੀਵਿਕਾ ਬੜੇ ਕਸ਼ਟਾਂ ਦੇ ਨਾਲ ਚੱਲ ਰਹੀ ਏ, ਘਰ ਗ੍ਰਸਥੀ ਬੜੀ ਔਖੀ ਚੱਲਦੀ ਏ, ਉਹਨਾਂ ਨੂੰ ਸੁੱਖ ਦੇ ਦਿਓ। ਕਹਿਣ ਲੱਗੇ, ਲੋਈ ਜੀ ਹੈ ਤੇ ਛਲ ਸਰੂਪ,
ਛਲ ਕਰ ਦਈਏ, ਧੋਖਾ ਕਰ ਦਈਏ, ਇਸ ਪ੍ਰਕਾਰ ਯੋਗ ਨਹੀਂ। ਕਹਿੰਦੇ ਮਹਾਰਾਜ ਜੀ ਕਿਰਪਾ ਕਰ ਦਿਓ, ਤੁਹਾਡਾ ਕਿਹੜਾ ਕੁਛ ਜਾਂਦਾ, ਤੁਸਾਂ ਤੇ ਹੁਕਮ ਹੀ ਦੇਣਾ, ਤੁਸਾਂ ਅੰਗੀਕਾਰ ਨਹੀਂ ਕਰਨੀ, ਮੇਰੇ ਭਰਾਵਾਂ ਨੂੰ ਤਾਂ ਸੁੱਖ ਬਖਸ਼ ਦਿਓ। ਕਹਿਣ ਲੱਗੇ ਠੀਕ ਹੈ ਲੋਈ ਜੀ, ਜੇ ਜ਼ਿਆਦਾ ਕਹਿੰਦੇ ਹੋ ਤੇ ਕੱਲ ਹੁਕਮ ਲਾ ਦਿਆਂਗੇ। ਅਗਲੇ ਦਿਨ ਆਈ ਮਾਇਆ, ਟੇਕਿਆ ਦਹਲੀਜ਼ ਤੇ ਮੱਥਾ, ਆਗਿਆ ਮੰਗੀ ਤੇ ਹੁਕਮ ਦੇ ਦਿੱਤਾ, ਮਾਇਆ ਜਾ ਲੋਈ ਜੀ ਦੇ ਭਰਾਵਾਂ ਕੋਲ ਚਲੇ ਜਾ। ਮਾਇਆ ਬੜੀ ਪ੍ਰਸੰਨ ਚਿਤ ਹੋ ਕਰਕੇ ਮਾਤਾ ਲੋਈ ਜੀ ਦੇ ਘਰ ਵਿੱਚ ਪ੍ਰਵੇਸ਼ ਕਰ ਗਈ। ਹੁਣ ਮਾਇਆ ਨੇ ਪ੍ਰਵੇਸ਼ ਕੀਤਾ ਤੇ ਕਲਾ ਐਸੀ ਵਰਤੀ, ਭਰਾ ਭਰਾ ਆਪਸ ਵਿੱਚ ਲੜ ਪਏ। ਜਦੋਂ ਲੜੇ ਨੇ ਤੇ ਜਿਹੜਾ ਕੱਪੜਾ ਬੁਣਨ ਵਾਲੀਆਂ ਖੱਡੀਆਂ ਲਾਈਆਂ ਸਨ, ਖੱਡੀਆਂ ਪੁੱਟ ਲਈਆਂ। ਤੇ ਸਾਧ ਸੰਗਤ ਜੀ ਜਦੋਂ ਖੱਡੀਆਂ ਪੁੱਟੀਆਂ ਤਾਂ ਥੱਲਿਓਂ ਘੜੇ ਮੋਹਰਾਂ ਦੇ ਨਿਕਲ ਆਏ। ਮਾਇਆ ਹੀ ਮਾਇਆ, ਜਿੰਨਾ ਪੁੱਟਦੇ ਮਾਇਆ ਹੀ ਮਾਇਆ, ਬਹੁਤ ਵੱਡਾ ਖਜ਼ਾਨਾ ਹੀ ਮਿਲ ਗਿਆ। ਇੰਨੀ ਮਾਇਆ ਪ੍ਰਾਪਤ ਹੋਈ, ਰਾਜਿਆਂ ਵਰਗੇ ਮਹਿਲ ਬਣਾ ਲਏ ਤੇ ਰਾਜੇ ਦੇ ਨਾਲੋਂ ਜ਼ਿਆਦਾ ਖਜ਼ਾਨੇ ਮਾਇਆ ਦੇ ਭਰ ਗਏ। ਹੁਣ ਰਾਜਾ ਸੋਚਦਾ ਐਸੇ ਧਨਾੜ ਨੇ, ਇੰਨੇ ਵੱਡੇ ਇਹ ਬੰਦੇ ਨੇ, ਜੇਕਰ ਇਹਨਾਂ ਨੂੰ ਆਪਣੇ ਰਾਜ ਦੇ ਵਿੱਚ ਉੱਚੀ ਪਦਵੀ ਦੇ ਦਿਆਂ, ਵਜ਼ੀਰ ਬਣਾ ਲਵਾਂ ਤੇ ਮੇਰੀ ਸੋਭਾ ਵੱਧ ਜਾਏਗੀ। ਹੁਣ ਮਾਇਆ ਦੀ ਵਡਿਆਈ ਮਿਲੀ ਏ ਤੇ ਰਾਜੇ ਨੇ ਆਪਣੇ ਵਜ਼ੀਰ ਬਣਾ ਲਿਆ। ਕੁਝ ਸਮਾਂ ਵਜ਼ੀਰੀ ਕਰਦਿਆਂ ਲੰਘਿਆ ਤੇ ਕਿਸੇ ਗਵਾਂਢੀ ਰਾਜੇ ਨੇ ਸਿਕੰਦਰ ਲੋਦੀ ਬਾਦਸ਼ਾਹ ਦੇ ਬੇਟੇ ਨੂੰ ਆਪਣੀ ਬੇਟੀ ਦੇ ਵਾਸਤੇ ਵਜ਼ੀਰ ਨੂੰ ਭੇਜਿਆ ਰਿਸ਼ਤਾ ਦੇ ਕੇ ਕਿ ਜਾ ਸਿਕੰਦਰ ਲੋਦੀ ਦੇ ਬੇਟੇ ਨੂੰ ਮੇਰੀ ਧੀ ਦਾ ਨਾਤਾ ਕਰਕੇ ਆ। ਤੇ ਸਾਧ ਸੰਗਤ ਜੀ ਹੁਣ ਸਿਕੰਦਰ ਲੋਦੀ ਬਾਦਸ਼ਾਹ ਦੇ ਵਜ਼ੀਰ ਕੌਣ ਨੇ? ਮਾਤਾ ਲੋਈ ਜੀ ਦੇ ਭਰਾ। ਤੇ ਜਦੋਂ ਰਾਜੇ ਨੂੰ ਮਿਲਣਾ ਪਹਿਲਾਂ ਤੇ ਵਜ਼ੀਰਾਂ ਨੂੰ ਮਿਲਣਾ ਪੈਂਦਾ ਨਾ। ਹੁਣ ਗਵਾਂਢੀ ਦੇਸ਼ ਦਾ ਜਿਹੜਾ ਆਇਆ ਹੋਇਆ ਰਾਜੇ ਦਾ ਵਜ਼ੀਰ ਸੀ, ਮਾਤਾ ਲੋਈ ਜੀ ਦੇ ਭਰਾਵਾਂ ਨੂੰ ਮਿਲਿਆ ਤੇ ਦੱਸਣਾ ਕੀਤਾ, ਮੇਰੇ ਆਉਣ ਦਾ ਪ੍ਰਯੋਜਨ ਇਹ ਹੈ, ਮੈਂ ਰਾਜੇ ਦੇ ਬੇਟੇ ਨੂੰ, ਸ਼ਹਿਜ਼ਾਦੇ ਨੂੰ, ਰਾਜੇ ਦੀ ਬੇਟੀ ਦਾ ਰਿਸ਼ਤਾ ਲੈ ਕਰਕੇ ਆਇਆ, ਜਿਸ ਦੇ ਪਾਸ ਮੈਂ ਵਜ਼ੀਰ ਹਾਂ। ਤੇ ਮਾਤਾ ਲੋਈ ਜੀ ਦੇ ਭਰਾ ਕਹਿਣ ਲੱਗੇ, ਜਿਹੜਾ ਬਾਦਸ਼ਾਹ ਦਾ ਪੋਤਾ ਉਹ ਤੇ ਕਮਲਾ ਝਮਲਾ ਜਿਹਾ ਹੈਗਾ, ਸਿੱਧਾ ਜਿਹਾ ਹੈਗਾ, ਸਿੱਧੜ ਜਿਹਾ, ਮੰਦਬੁੱਧੀ ਜਿਹਾ, ਉਹਦੇ ਨਾਲ ਰਾਜੇ ਦੀ ਬੇਟੀ ਵਿਆਹ ਕੇ ਕਿਉਂ ਤੇ ਇਸ ਦੀ ਜ਼ਿੰਦਗੀ ਬਰਬਾਦ ਕਰਦੇ ਹੋ? ਤੇ ਜਿਹੜਾ ਸਾਡਾ ਬੇਟਾ ਹੈ ਨਾ ਅੱਲਾ ਰੱਖਾ, ਇਹ ਬੜਾ ਸਿਆਣਾ ਤੇ ਸਮਝਦਾਰ ਹੈ, ਤੁਸੀਂ ਏਦਾਂ ਕਰੋ, ਰਾਜੇ ਦੀ ਬੇਟੀ ਦਾ ਨਾਤਾ ਸਾਡੇ ਬੇਟੇ ਨੂੰ ਕਰ ਦਿਓ। ਮਨ ਵਿੱਚ ਲਾਲਚ ਹੈ ਨਾ, ਕਿਉਂਕਿ ਮਾਇਆ ਨੇ ਵਰਤਾਵਾ ਵਰਤਾਇਆ ਕਿ ਅੱਗੇ ਰਾਜੇ ਦੇ ਵਜ਼ੀਰ ਆ, ਹੁਣ ਦੂਜੇ ਰਾਜੇ ਦੇ ਕੁੜਮ ਬਣ ਜਾਵਾਂਗੇ, ਵਡਿਆਈ ਹੋਰ ਵਧੇਗੀ। ਉਸ ਵਜ਼ੀਰ ਨੇ ਆਏ ਹੋਏ ਨੇ ਬੁਰਾ ਮਨਾਇਆ ਤੇ ਸਿਕੰਦਰ ਲੋਦੀ ਨੂੰ ਕਹਿਣਾ ਕੀਤਾ, ਬਾਦਸ਼ਾਹ ਕਿਹੋ ਜਿਹੇ ਵਜ਼ੀਰ ਰੱਖੇ ਨੇ, ਤੇਰੇ ਪੁੱਤ ਦੀ ਨਿੰਦਿਆ ਕਰਦੇ ਨੇ ਤੇ ਮੈਨੂੰ ਪ੍ਰੇਰਣਾ ਕਰਦੇ ਨੇ ਕਿ ਮੈਂ ਤੇਰੇ ਬੇਟੇ ਨੂੰ ਛੱਡ ਕੇ ਤੇ ਉਹਨਾਂ ਦੇ ਬੇਟੇ ਨੂੰ ਨਾਤਾ ਕਰ ਜਾਵਾਂ। ਸਿਕੰਦਰ ਲੋਦੀ ਨੂੰ ਗੁੱਸਾ ਚੜਿਆ, ਕਹਿੰਦਾ ਬੜੇ ਵਿਗੜੇ ਹੋਏ ਨੇ, ਸਜ਼ਾ ਦੇ ਹੱਕਦਾਰ ਨੇ। ਤੇ ਵਜ਼ੀਰ ਵੀ ਕਹਿਣ ਲੱਗੇ, ਜੀ ਐਸੇ ਜਿਹੜੇ ਕੀਤੀ ਨੂੰ ਨਾ ਜਾਣਨ ਵਾਲੇ, ਜਿਸ ਥਾਲੀ ਵਿੱਚ ਖਾਂਦੇ ਉਸੇ 'ਚ ਛੇਕ ਕਰਨੇ ਵਾਲੇ ਨੇ, ਐਸੇ ਤੇ ਬਾਰੂਦ ਲਾ ਕੇ ਉਡਾ ਦੇਣੇ ਚਾਹੀਦੇ ਨੇ। ਸਿਕੰਦਰ ਲੋਦੀ ਨੇ ਉਸੇ ਵੇਲੇ ਹੁਕਮ ਦਿੱਤਾ, ਕਹਿਣ ਲੱਗਾ, ਇੱਕ ਥੋੜਾ ਚਿਰ ਰਹਿਣ ਵਾਲਾ, ਪੱਕਾ ਮਜ਼ਬੂਤੀ ਵਾਲਾ ਨਹੀਂ, ਇੱਕ ਮਹਿਲ ਐਸਾ ਬਣਾ ਕਰੋ ਜਿਸ ਦੇ ਥੱਲੇ ਵੀ ਬਾਰੂਦ ਲਾ ਦਿਓ ਤੇ ਛੱਤਾਂ 'ਚ ਵੀ ਬਾਰੂਦ, ਸਭ ਜਗ੍ਹਾ ਬਾਰੂਦ ਹੀ ਬਾਰੂਦ ਲਾ ਦਿਓ। ਰਾਜੇ ਦਾ ਹੁਕਮ ਲੱਗਾ ਹੈ, ਹਜ਼ਾਰਾਂ ਬੰਦੇ ਲੱਗ ਗਏ ਨੇ, ਇੱਕ ਮਹਿਲ ਤਿਆਰ ਕਰ ਦਿੱਤਾ, ਬਾਰੂਦ ਹੀ ਬਾਰੂਦ ਵਿਛਾ ਦਿੱਤਾ ਹੈ। ਤੇ ਵਜ਼ੀਰ ਨੂੰ ਆਖਿਆ, ਉਹਨਾਂ ਨੂੰ ਕਹਿ ਜਾ, ਇੱਕ ਦਿਨ ਨੀਅਤ ਕਰ ਜਾ ਕਿ ਤੇਰੇ ਬੇਟੇ ਦੇ ਨਾਲ ਰਾਜੇ ਦੀ ਬੇਟੀ ਦੀ ਕੁੜਮਾਈ ਕਰ ਚੱਲਿਆ ਤੇ ਫਲਾਣੇ ਦਿਨ ਨੂੰ ਵਿਆਹ ਕੀਤਾ ਜਾਵੇਗਾ। ਉਸ ਵਜ਼ੀਰ ਨੇ ਕਹਿ ਦਿੱਤਾ। ਹੁਣ ਸਿਕੰਦਰ ਲੋਦੀ ਨੇ ਨਵਾਂ ਮਹਿਲ ਬਣਾ ਦਿੱਤਾ, ਬਾਰੂਦ ਉਸ ਦੇ ਵਿੱਚ ਲਾ ਦਿੱਤਾ ਤੇ ਇਹਨਾਂ ਨੂੰ ਕਹਿਣਾ ਕੀਤਾ, ਤੁਹਾਡੇ ਬੇਟੇ ਦਾ ਵਿਆਹ ਹੈ, ਤੁਹਾਨੂੰ ਸ਼ਾਹੀ ਮਹੱਲ ਦੇਣੇ ਆ, ਇੱਥੇ ਆ ਕੇ ਆਪਣੇ ਬੇਟੇ ਦਾ ਵਿਆਹ ਕਰੋ। ਆਪਣੇ ਸਾਰੇ ਸਕੇ ਸੰਬੰਧੀਆਂ ਨੂੰ ਲੈ ਕਰਕੇ ਬਾਰੂਦ ਵਾਲੇ ਮਹਿਲ ਵਿੱਚ ਪ੍ਰਵੇਸ਼ ਕਰ ਗਏ। ਹੁਣ ਰਾਜਾ ਪੁੱਛਦਾ, ਸਾਰੇ ਆ ਗਏ ਨੇ, ਕੋਈ ਬਚਿਆ ਤੇ ਨਹੀਂ ਕਿ ਸਾਰੇ ਪਰਿਵਾਰ ਕੁੱਲ ਖਾਨਦਾਨ ਨੂੰ ਇੱਕੇ ਵਾਰ ਖਤਮ ਹੀ ਕਰ ਦੇਣਾ ਹੈ? ਮੈਂ ਇਹਨਾਂ ਨੂੰ ਵਜ਼ੀਰ ਬਣਾਇਆ, ਇਹਨਾਂ ਨੇ ਮੇਰੇ ਪੁੱਤ ਦੀ ਨਿੰਦਿਆ ਕੀਤੀ, ਹੁਣ ਛੱਡਣਾ ਨਹੀਂ, ਕੋੜਮਾ ਹੀ ਖਤਮ ਕਰ ਦੇਣਾ ਹੈ। ਇਧਰੋਂ ਕਾਂਚੀਪੁਰੀ ਚੋਂ ਮਾਤਾ ਲੋਈ ਜੀ ਕਹਿੰਦੇ ਨੇ, ਭਗਤ ਕਬੀਰ ਜੀ ਛੇਤੀ ਛੇਤੀ ਚੱਲੀਏ, ਉੱਥੇ ਬੜੇ ਚਾਅ ਹੋਣਗੇ, ਬੜੀਆਂ ਖੁਸ਼ੀਆਂ ਹੋਣਗੀਆਂ, ਬੜੀਆਂ ਵਧਾਈਆਂ ਹੋਣਗੀਆਂ, ਬੜੇ ਸੁੱਖ ਹੋਣਗੇ, ਬੜੇ ਆਨੰਦ ਹੋਣਗੇ, ਉੱਥੇ ਤੇ ਘੋੜੀਆਂ ਗਾਈਆਂ ਜਾਂਦੀਆਂ ਹੋਣੀਆਂ, ਅਸੀਂ ਵੀ ਜਾ ਕੇ ਖੁਸ਼ੀ ਦੇ ਵਿੱਚ ਸ਼ਾਮਲ ਹੋਈਏ। ਤੇ ਭਗਤ ਜੀ ਵਕਤ ਟਾਲ ਰਹੇ ਨੇ, ਲੋਈ ਜੀ ਉਹ ਤੇ ਜਾ ਕੇ ਪਤਾ ਲੱਗੂ ਉੱਥੇ ਕੀ ਵਰਤਾਰਾ ਵਰਤ ਰਿਹਾ ਹੈ, ਅਜੇ ਨਹੀਂ ਕਿਹਾ ਜਾ ਸਕਦਾ। ਜਾਣ ਬੁੱਝ ਕੇ ਕਵੇਲਾ ਕਰ ਰਹੇ ਨੇ, ਵਕਤ ਟਾਲ ਰਹੇ ਨੇ। ਇੱਧਰ ਉਸ ਸਮੇਂ ਦਾ ਸਾਧ ਸੰਗਤ ਜੀ ਇੱਕ ਰਿਵਾਜ ਐਵੇਂ ਸੀ, ਹਾਥੀ ਘੋੜੇ ਇਤਿਆਦਿਕ ਬਣਾਏ ਜਾਂਦੇ ਸਨ, ਜਿਵੇਂ ਅੱਜ ਕੱਲ੍ਹ ਰਾਵਣ ਇਤਿਆਦਿਕ ਦੇ ਪੁਤਲੇ ਬਣਾਏ ਜਾਂਦੇ ਨੇ, ਉਹਨਾਂ ਵਿੱਚ ਬਾਰੂਦ ਲਾਇਆ ਜਾਂਦਾ ਸੀ, ਬੁਰਜ ਬਣਾਏ ਜਾਂਦੇ, ਬਾਰੂਦ ਲਾਇਆ ਜਾਂਦਾ ਸੀ। ਤੇ ਜਿਵੇਂ ਅੱਜ ਕੱਲ੍ਹ ਆਤਿਸ਼ਬਾਜ਼ੀ ਕੀਤੀ ਜਾਂਦੀ ਤੇ ਆਕਾਸ਼ ਵਿੱਚ ਜਾ ਕੇ ਰੰਗ ਕੱਢਦੀਆਂ ਨੇ ਨਾ ਆਤਿਸ਼ਬਾਜ਼ੀਆਂ, ਬਾਰੂਦ ਲਾ ਕੇ ਐਵੇਂ ਬੁਰਜ ਤੇ ਹਾਥੀ ਘੋੜੇ ਉਡਾਏ ਜਾਂਦੇ ਸਨ, ਜਿਹੜੇ ਆਕਾਸ਼ ਵਿੱਚ ਜਾ ਕੇ ਰੰਗ ਕੱਢਿਆ ਕਰਦੇ ਸਨ।
ਤੇ ਬਾਦਸ਼ਾਹ ਦੇ ਹੁਕਮ ਦੇ ਨਾਲ ਉਹਨਾਂ ਹਾਥੀ ਘੋੜੇ ਤੇ ਬੁਰਜਾਂ ਵਿੱਚ ਵੀ ਬਾਰੂਦ ਲਾ ਦਿੱਤਾ। ਰਾਜਾ ਪੁੱਛਦਾ ਕੋਈ ਰਹਿ ਤੇ ਨਹੀਂ ਗਿਆ, ਸਾਰੇ ਆ ਗਏ ਨੇ। ਤੇ ਸਿਕੰਦਰ ਲੋਧੀ ਦੇ ਵਜ਼ੀਰਾਂ ਨੇ ਕਹਿਣਾ ਕੀਤਾ ਬਾਕੀ ਤੇ ਸਾਰਾ ਕੋੜਮਾ ਕੋਲ ਖਾਨਦਾਨ ਸਕੇ ਸੰਬੰਧੀ ਆ ਗਏ ਨੇ, ਪਰ ਆ ਕਾਂਸ਼ੀ ਵਾਲੇ ਭਗਤ ਕਬੀਰ ਜੀ ਨਹੀਂ ਅਜੇ ਆਏ। ਰਾਜਾ ਕਹਿਣ ਲੱਗਾ ਬਾਕੀ ਸਾਰੇ ਆ ਗਏ ਨੇ? ਕਹਿੰਦੇ ਜੀ ਆ ਗਏ ਨੇ। ਰਾਜਾ ਕਹਿਣ ਲੱਗਾ ਜੇ ਇੱਕ ਅੱਧਾ ਬਚ ਵੀ ਗਿਆ ਤੇ ਕੋਈ ਗੱਲ ਨਹੀਂ, ਇਹਨਾਂ ਚੋਂ ਕੋਈ ਬਾਹਰ ਨਾ ਚੱਲ ਜੇ, ਪਹਿਲਾਂ ਇਹਨਾਂ ਨੂੰ ਖਤਮ ਕਰੋ। ਹੁਕਮ ਦਿੱਤਾ। ਉਸੇ ਵੇਲੇ ਬਾਰੂਦ ਵਾਲੇ ਮਹਿਰ ਨੂੰ ਅੱਗ ਲਾ ਦਿੱਤੀ ਗਈ। ਬਾਰੂਦ ਜਦੋਂ ਫਟਿਆ ਧਰਤੀ ਕੰਬਣ ਲੱਗੀ, ਜਿਵੇਂ ਭੁਚਾਲ ਆ ਗਿਆ। ਬੁਰਜ ਉੱਡਦੇ ਨੇ, ਹਾਥੀ ਘੋੜੇ ਉੱਡਦੇ ਨੇ। ਜਦੋਂ ਆਕਾਸ਼ ਵਿੱਚ ਐਵੇਂ ਬਾਰੂਦ ਫਟਦਾ ਦੇਖਿਆ, ਚਾਨਣ ਹੁੰਦਾ ਦੇਖਿਆ, ਤੇ ਮਾਤਾ ਲੋਈ ਜੀ ਦੂਰੋਂ ਵੇਖ ਕੇ ਕਹਿੰਦੇ ਨੇ ਮਹਾਰਾਜ ਜੀ, ਭਗਤ ਜੀ ਦੇਖੋ ਮੇਰੇ ਭਰਾਤਾ ਕੈਸਾ ਉਤਸ਼ਾਹ ਕਰ ਰਹੇ ਨੇ, ਆਪਣੇ ਪੁੱਤਰ ਦੇ ਆਨੰਦ ਕਾਰਜ ਵਿਆਹ ਦੀ ਖੁਸ਼ੀ 'ਚ ਕੈਸਾ ਉਤਸ਼ਾਹ ਕਰ ਰਹੇ ਨੇ। ਭਗਤ ਜੀ ਕਹਿੰਦੇ ਜਾ ਕੇ ਪਤਾ ਲੱਗੇਗਾ, ਅਜੇ ਨਹੀਂ ਕਿਹਾ ਜਾ ਸਕਦਾ। ਜਦੋਂ ਉੱਥੇ ਪਹੁੰਚ ਕਰਕੇ ਤੱਕਣਾ ਕੀਤਾ ਤੇ ਜਿਉਂਦਾ ਕੋਈ ਵੀ ਨਹੀਂ, ਨਾ ਕੋਈ ਵਧਾਈ ਹੈ, ਨਾ ਕੋਈ ਖੁਸ਼ੀ ਹੈ, ਨਾ ਕੋਈ ਰੌਣਕ ਹੈ। ਲੋਥਾਂ ਹੀ ਲੋਥਾਂ ਪਈਆਂ ਨੇ, ਖੂਨ ਹੀ ਖੂਨ ਲਿਬੜਿਆ। ਮਾਤਾ ਲੋਈ ਜੀ ਰੋਣ ਲੱਗੇ ਨੇ, ਇਹ ਕੀ ਵਰਤਾਰਾ ਵਰਤ ਗਿਆ। ਮੈਂ ਤੇ ਆਪਣੇ ਭਰਾਵਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਵਾਸਤੇ ਆਈ ਸਾਂ, ਪਰ ਜਿਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਸੀ ਉਹਨਾਂ ਚੋਂ ਜਿਉਂਦਾ ਕੋਈ ਨਹੀਂ ਬਚਿਆ। ਮਹਾਰਾਜ ਇਹ ਕੀ ਕੌਤਕ ਵਰਤਿਆ। ਤੇ ਭਗਤ ਜੀ ਕਹਿਣ ਲੱਗੇ ਲੋਈ ਤੈਨੂੰ ਆਖਿਆ ਸੀ ਨਾ ਮਾਇਆ ਛਲ ਰੂਪ ਹੈ, ਛਲ ਕਰੇਗੀ। 4 ਦਿਨਾਂ ਦਾ ਸੁੱਖ ਤੇ ਦਿੱਤਾ ਹੈ, ਪਰ ਦੇਖ ਲੈ ਧਰੋ ਕਰਕੇ ਸਾਰੇ ਹੀ ਮਰਵਾ ਦਿੱਤੇ। ਮਾਇਆ ਛਲ ਕਰਦੀ ਹੈ, ਤਾਂ ਹੀ ਤਾਂ ਇਸ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਸੀ ਦਿੰਦੇ। ਤੇ ਇਸ ਵੇਲੇ ਮਨ ਤੇ ਬੜਾ ਦੁਖੀ ਹੈ, ਪਰ ਭਗਤ ਜੀ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ ਕਿ ਜੇਕਰ ਮੈਂ ਭਰਾਵਾਂ ਵਾਸਤੇ ਮਾਇਆ ਨਾ ਮੰਗਦੀ, ਇਹ ਦੁਨਿਆਵੀ ਲਾਲਚ ਤੇ ਸੁੱਖ ਨਾ ਮੰਗਦੀ, ਅੱਜ ਇਹ ਜਿਉਂਦੇ ਹੁੰਦੇ। ਤੇ ਜੇ ਕਿਧਰੇ ਇਹਨਾਂ ਵਾਸਤੇ ਦੌਲਤ ਦੀ ਜਗ੍ਹਾ ਤੇ ਭਗਤ ਜੀ ਤੋਂ ਨਾਮ ਮੰਗ ਲਿਆ ਹੁੰਦਾ ਤੇ ਸ਼ਾਇਦ ਉੱਚੀਆਂ ਅਵਸਥਾ ਵਾਲੇ ਵੀ ਹੁੰਦੇ। ਵੱਡੀ ਦੌਲਤ ਨਾਮ ਦੀ ਹੈ। ਮਾਤਾ ਜੀ ਪਛਤਾਉਂਦੇ ਨੇ, ਮੈਂ ਇਹ ਮਾਇਆ ਕਿਉਂ ਮੰਗ ਲਈ, ਨਾਮ ਰੂਪੀ ਦੌਲਤ, ਨਾਮ ਰੂਪੀ ਖਜ਼ਾਨਾ ਭਗਤ ਜੀ ਤੋਂ ਕਿਉਂ ਨਾ ਮੰਗ ਲਿਆ। ਫਿਰ ਉਸ ਦਿਨ ਤੋਂ ਲੈ ਕਰਕੇ ਮਾਤਾ ਲੋਈ ਜੀ ਨੇ ਕਦੇ ਵੀ ਮਾਇਆ ਇਤਿਆਦਿਕ ਪਦਾਰਥਾਂ ਦੀ ਮੰਗ ਨਾ ਕੀਤੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਹੜੇ ਤ੍ਰਿਸ਼ਨਾ ਦੀ ਅੱਗ ਵਿੱਚ ਸੜੇ ਹੁੰਦੇ ਨੇ ਨਾ, ਰਾਜੇ ਦੇ ਵਜ਼ੀਰ ਬਣ ਜਾਣ ਤਾਂ ਵੀ ਤ੍ਰਿਸ਼ਨਾ ਬੁਝਦੀ ਨਹੀਂ। ਕਹਿੰਦੇ ਇੱਕ ਦੇ ਵਜ਼ੀਰਿਆਂ ਦੂਜੇ ਦੇ ਕੁੜਮ ਬਣ ਜਾਈਏ। ਸ਼ਾਇਦ ਸਾਡਾ ਪੁੱਤ ਅੱਜ ਉਸ ਦਾ ਜਵਾਈ ਬਣੇਗਾ ਤਾਂ ਆਉਣ ਵਾਲੇ ਸਮੇਂ 'ਚ ਰਾਜਾ ਹੀ ਬਣ ਜੇ, ਵਜ਼ੀਰਾਂ ਤੋਂ ਰਾਜੇ ਬਣ ਜਾਈਏ। ਲਾਲਚ ਅੱਗੇ ਤੋਂ ਅੱਗੇ ਵੱਧਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜੇ ਤੇ ਮਾਇਆ ਦੇ ਲਾਲਚੀ ਨੇ ਹਿਰਦੇ ਦੀ ਅਵਸਥਾ ਐਸੀ ਹੈ, ਪਰ ਜਿਹੜੇ ਨਾਮ ਦੇ ਰਸੀਏ ਨੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਤਿੰਨਾਂ ਦੇ ਜਿਹੜੇ ਮਨ ਹਨ ਉਹ ਨਹੀਂ ਸੜਦੇ ਹਨ ਜੀ। ਹਰ ਸੰਗ ਰਾਤੇ ਨਹੀਂ ਡੂਬੈ ਜਲਾ। ਤੇ ਜਿਹੜੇ ਹਰੀ ਪਰਮਾਤਮਾ ਜੀ ਦੇ ਨਾਮ ਦੇ ਰੰਗ ਦੇ ਅੰਦਰ ਰੰਗੇ ਹੋਏ ਨੇ ਉਹਨਾਂ ਨੂੰ ਜਲ ਵੀ ਡੋਬਦਾ ਨਹੀਂ। ਜਿਹੜੀ ਮਾਇਆ ਉਹਨਾਂ ਦੇ ਨਾਲ ਛਲ ਨਹੀਂ ਕਰਦੀ ਤੇ ਜਲ ਡੋਬ ਨਹੀਂ ਸਕਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਦੁਨੀਆ ਦਾ ਪਾਰ ਉਤਾਰਾ ਕਰਦਿਆਂ ਹੋਇਆਂ ਹਬਸ਼ ਵਲਾਇਤ ਗਏ ਨੇ, ਹਬਸ਼ੀਆਂ ਦੇ ਦੇਸ਼। ਇੱਥੇ ਦਾ ਰਾਜਾ ਹੈ ਲਾਜਵਰਦ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਣਾ ਕਰਦੇ ਨੇ, ਜਦੋਂ ਸਤਿਗੁਰੂ ਜੀ ਹਬਸ਼ ਵਲਾਇਤ ਗਏ ਤੇ ਆਕਾਸ਼ ਚੋਂ ਇੱਕ ਖਿੱਲਤ ਉਤਰੀ ਹੈ, ਚੋਲਾ ਉਤਰਿਆ ਹੈ, ਜਿਸ ਦੇ ਉੱਪਰ ਅਰਬੀ, ਫਾਰਸੀ, ਸੰਸਕ੍ਰਿਤ ਇਤਿਆਦਿਕ 5 ਭਾਸ਼ਾਵਾਂ ਦੇ ਵਿੱਚ ਕੁਰਾਨ ਦੇ 30 ਸਿਪਾਰੇ ਲਿਖੇ ਹੋਏ ਨੇ। 5 ਭਾਸ਼ਾਵਾਂ ਤੇ 30 ਸਿਪਾਰੇ। ਰੰਗ ਇਸ ਦਾ ਐਸਾ ਵਾ ਜਾਣਿਆ ਨਹੀਂ ਜਾਂਦਾ ਕਿ ਕਿਹੜਾ ਰੰਗ ਕਥਨ ਕਰੀਏ। ਬੜਾ ਅਦਭੁਤ ਚੋਲਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਚੋਲੇ ਨੂੰ ਲੈ ਕਰਕੇ ਆਪਣੇ ਪਵਿੱਤਰ ਸਰੀਰ ਤੇ ਧਾਰਨ ਕਰ ਲਿਆ ਹੈ ਤੇ ਰਾਜੇ ਦੀ ਰਾਜਧਾਨੀ ਵਾਲੇ ਸ਼ਹਿਰ ਵਿੱਚ ਜਾ ਕੇ ਬੈਠੇ ਨੇ। ਬੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। 3 ਸਾਧੂ ਆਏ ਨੇ, ਤੇਜ ਪ੍ਰਤਾਪ ਵਾਲੇ ਸਰੂਪ ਨੇ, ਤੇ ਚੋਲਾ ਐਸਾ ਅਦਭੁਤ ਪਾਇਆ। ਕੁਰਾਨ ਦੇ 30 ਸਿਪਾਰੇ ਲਿਖੇ ਨੇ 5 ਭਾਸ਼ਾਵਾਂ ਦੇ ਵਿੱਚ। ਰਾਜੇ ਦੇ ਸਿਪਾਹੀ ਵੀ ਆਉਂਦੇ ਆਉਂਦੇ ਇੱਧਰ ਦੀ ਲੰਘੇ ਤੇ ਤੱਕਿਆ ਤੇ ਜਾ ਕੇ ਰਾਜੇ ਨੂੰ ਦੱਸਿਆ, ਮਹਾਰਾਜ 3 ਵਿਦੇਸ਼ੀ ਐਸੇ ਆਏ ਨੇ, ਦੇਖਣ ਤੋਂ ਸਾਧੂ ਦਿਸਦੇ ਨੇ ਪਰ ਉਹ ਮੁਸਲਮਾਨ ਨਹੀਂ ਲੱਗਦੇ। ਪਰ ਜਿਹੜਾ ਗਲ ਦੇ ਵਿੱਚ ਚੋਲਾ ਪਾਇਆ ਕੁਰਾਨ ਦੇ 30 ਸਿਪਾਰੇ 5 ਭਾਸ਼ਾ ਵਿੱਚ ਲਿਖੇ ਨੇ। ਤੇ ਰਾਜੇ ਨੇ ਇਹ ਕਾਨੂੰਨ ਬਣਾਇਆ ਹੋਇਆ ਸੀ, ਜਿਹੜਾ ਵੀ ਗੈਰ ਮੁਸਲਮਾਨ ਉਸ ਦੇ ਰਾਜ ਵਿੱਚ ਆ ਜਾਵੇ ਉਸ ਨੂੰ ਕਤਲ ਕਰ ਦਿੰਦਾ ਸੀ। ਇਹ ਮੁਸਲਮਾਨਾਂ ਦਾ ਰਾਜ ਹੈ, ਕੋਈ ਦੂਜਾ ਨਹੀਂ ਆ ਸਕਦਾ। ਜਿਹੜਾ ਆਵੇਗਾ ਮਾਰ ਦਿੱਤਾ ਜਾਵੇਗਾ। ਕਹਿਣ ਲੱਗਾ ਜੇਕਰ ਕੁਰਾਨ ਦੇ ਸਿਪਾਰਿਆਂ ਵਾਲਾ ਚੋਲਾ ਪਾਇਆ ਤੇ ਜਾਓ ਜਾ ਕੇ ਚੋਲਾ ਲਾ ਕੇ ਲੈ ਆਓ। ਰਾਜੇ ਦੇ ਕਾਰਦਾਰ ਗਏ ਨੇ, ਸਿਪਾਹੀ ਗਏ ਨੇ ਤੇ ਬਚਨ ਕੀਤਾ, ਮਹਾਰਾਜ ਇਹ ਚੋਲਾ ਉਤਾਰ ਕੇ ਸਾਨੂੰ ਦੇ ਦਿਓ। ਮਹਾਰਾਜ ਜੀ ਕਹਿੰਦੇ ਭਾਈ ਚੋਲਾ ਵਾਹਿਗੁਰੂ ਜੀ ਵੱਲੋਂ ਉਤਰਿਆ, ਸਾਨੂੰ ਪਾਉਣ ਵਾਸਤੇ ਪ੍ਰਾਪਤ, ਪਹਿਨਣ ਵਾਸਤੇ ਪ੍ਰਾਪਤ ਹੋਇਆ, ਤੁਹਾਨੂੰ ਦੇਣ ਵਾਸਤੇ ਨਹੀਂ ਹੋਇਆ।
ਕਹਿੰਦੇ ਮਹਾਰਾਜ ਜੇਕਰ ਤੁਸੀਂ ਏਦਾਂ ਨਹੀਂ ਦਓਗੇ ਤੇ ਸਾਨੂੰ ਲੈਣਾ ਵੀ ਆਉਂਦਾ, ਅਸੀਂ ਆਪ ਲਾ ਲਵਾਂਗੇ। ਤੇ ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ, ਜੇ ਲਾਉਣ ਜੋਗੇ ਹੋ ਤੇ ਫਿਰ ਤੁਸੀਂ ਹੀ ਲਾ ਲਓ। ਸਾਧ ਸੰਗਤ ਜੀ ਬੜਾ ਯਤਨ ਕੀਤਾ ਚੋਲਾ ਲਾਉਣ ਦਾ, ਪਰ ਸਤਿਗੁਰੂ ਜੀ ਦੇ ਪਾਵਨ ਸਰੀਰ ਤੋਂ ਚੋਲਾ ਉਤਰਿਆ ਹੀ ਨਹੀਂ। ਸਰੀਰ ਦੇ ਨਾਲ ਜਿਵੇਂ ਜੁੜ ਜਾਂਦਾ ਨਾ, ਐਸੀ ਅਵਸਥਾ ਹੋਈ ਏ, ਖਿੱਚ ਖਿੱਚ ਕੇ ਬੜਾ ਜ਼ੋਰ ਲਾਇਆ। ਆਖਰ ਕਹਿੰਦੇ ਜੇ ਲੱਥਦਾ ਨਹੀਂ ਤੇ ਪਾੜ ਹੀ ਦਈਏ, ਪਰ ਨਾ ਪਾਟਦਾ ਹੈ ਨਾ ਲੱਥਦਾ ਹੈ। ਵਾਪਸ ਚਲੇ ਗਏ। ਰਾਜੇ ਨੇ ਤੇ ਕੋਈ ਚੇਟਕੀ, ਕੋਈ ਜਾਦੂਗਰ ਫਕੀਰ ਆਇਆ ਲੱਗਦਾ, ਨਹੀਂ ਚੋਲਾ ਲੱਥਦਾ। ਰਾਜੇ ਨੇ ਅਗਲਾ ਹੁਕਮ ਦਿੱਤਾ, ਜੇ ਲੱਥਦਾ ਨਹੀਂ ਤੇ ਜਿਸ ਫਕੀਰ ਨੇ ਚੋਲਾ ਪਾਇਆ ਉਸ ਫਕੀਰ ਨੂੰ ਹੀ ਮਾਰ ਦਿਓ। ਚੱਕੋ ਜਾ ਕੇ ਦਰਿਆ, ਡੂੰਘੀ ਨਦੀ ਵਿੱਚ ਸੁੱਟ ਦਿਓ, ਪਾਣੀ ਵਿੱਚ ਸੁੱਟ ਦਿਓ, ਡੋਬ ਕੇ ਮਾਰ ਦਿਓ। ਰਾਜੇ ਦਾ ਹੁਕਮ ਮੰਨ ਕੇ ਆਏ ਨੇ। ਬਹੁਤ ਸਾਰੇ ਮਨੁੱਖਾਂ ਨੇ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਚੁੱਕਿਆ। ਸਤਿਗੁਰੂ ਜੀ ਮੁਸਕਰਾਉਂਦੇ ਨੇ, ਕਮਲੇ ਕੀ ਕਰੀ ਜਾਂਦੇ ਨੇ, ਸਿੱਖਿਆ ਦੇਣੀ ਹੈ ਨਾ। ਮਹਾਰਾਜ ਜੀ ਕਿਸੇ ਪ੍ਰਕਾਰ ਦਾ ਬਲ ਨਹੀਂ ਵਿਖਾਉਂਦੇ, ਮੁਸਕਰਾਉਂਦੇ ਨੇ। ਮੁਸਕਰਾਉਂਦਿਆਂ ਹੋਇਆਂ ਸਤਿਗੁਰਾਂ ਨੂੰ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਅੰਗ ਤੇ ਬਸਤਰ ਦੇ ਇੱਕ ਧਾਗੇ ਤੱਕ ਨੂੰ ਪਾਣੀ ਨੇ ਗਿੱਲਾ ਵੀ ਨਹੀਂ ਕੀਤਾ। ਸਤਿਗੁਰੂ ਜੀ ਐਵੇਂ ਖੜੇ ਨੇ ਜਿਵੇਂ ਜ਼ਮੀਨ ਤੇ ਖੜੇ ਨੇ। ਸਤਿਗੁਰੂ ਜੀ ਦੇ ਸਰੀਰ ਦੇ ਨਾਲ ਪੱਥਰ ਬੰਨ ਕੇ ਪਾਣੀ ਵਿੱਚ ਡੋਬਣ ਦਾ ਯਤਨ ਕਰਦੇ, ਪਰ ਸਤਿਗੁਰੂ ਜੀ ਦੀ ਕਲਾ ਐਸੀ ਵਰਤੀ ਏ, ਰਾਜਾ ਰਾਮ ਮਾਇਆ ਫੇਰੀ। ਤੱਤਾਂ ਨੇ ਆਪਣੇ ਸੁਭਾਅ ਹੀ ਬਦਲ ਲਏ, ਸਤਿਗੁਰੂ ਜੀ ਨੂੰ ਪਾਣੀ ਨਹੀਂ ਡੋਬਦਾ। ਰਾਜੇ ਕੋਲ ਵਾਪਸ ਗਏ, ਬਾਦਸ਼ਾਹ ਬੜੇ ਯਤਨ ਕੀਤੇ ਨੇ, ਪਾਣੀ ਉਹਨਾਂ ਨੂੰ ਡੋਬਦਾ ਨਹੀਂ। ਕਹਿੰਦਾ ਜੇ ਪਾਣੀ ਨਹੀਂ ਡੋਬਦਾ ਤੇ ਅੱਗ ਜ਼ਰੂਰ ਸਾੜ ਦੇਵੇਗੀ। ਹਜ਼ਾਰਾਂ ਮਣ ਲੱਕੜਾਂ ਪਾ ਕੇ ਉਹਨਾਂ ਦੇ ਉੱਪਰ ਅੱਗ ਲਾ ਦਿਓ। ਜਿੱਥੇ ਸਤਿਗੁਰੂ ਜੀ ਬੈਠੇ ਨੇ, 4 ਸਫੇਰੇ ਨਾਲ ਨਾਲ ਲਗਾ ਕੇ ਲੱਕੜਾਂ ਹੀ ਲੱਕੜਾਂ ਹਜ਼ਾਰਾਂ ਮਣ ਬਾਲਣ ਇਕੱਠਾ ਕਰਕੇ ਉੱਪਰ ਵੀ ਪਾ ਦਿੱਤਾ ਤੇ ਲੱਕੜਾਂ ਨੂੰ ਅੱਗ ਲਾ ਦਿੱਤੀ ਏ। ਇਤਨਾ ਵੱਡਾ ਅੰਬਾਰ ਲੱਕੜਾਂ ਦਾ ਸੜ ਕੇ ਸਵਾਹ ਹੋ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤ ਕਰਤਾਰ ਫਰਮਾਉਂਦੇ ਜਿਉਂਦੇ ਤਿਉਂ ਹੀ ਬੈਠੇ ਨੇ। ਹੈਰਾਨ ਹੋ ਗਏ। ਰਾਜੇ ਨੂੰ ਜਾ ਕੇ ਦੱਸਿਆ, ਮਹਾਰਾਜ ਅੱਗ ਵੀ ਉਹਨਾਂ ਨੂੰ ਸਾੜਦੀ ਨਹੀਂ, ਭਾਹੇ ਨਾ ਜਲੈ ਪ੍ਰਤੱਖ ਅੱਗ ਵੀ ਨਹੀਂ ਸਾੜਦੀ। ਇਸੇ ਪ੍ਰਕਾਰ ਪਾਣੀ ਵੀ ਸਤਿਗੁਰੂ ਜੀ ਨੂੰ ਡੋਬ ਨਹੀਂ ਰਿਹਾ। ਮਹਾਰਾਜ ਜਲ ਨੇ ਡੋਬਿਆ ਨਹੀਂ, ਅੱਗ ਨੇ ਸਾੜਿਆ ਨਹੀਂ। ਰਾਜਾ ਆਪ ਚੱਲ ਕੇ ਆਇਆ, ਕਹਿੰਦਾ ਮੈਂ ਦੇਖਦਾ ਇਹਨਾਂ ਨੂੰ ਮੌਤ ਕਿਵੇਂ ਨਹੀਂ ਮਾਰਦੀ। ਕੋਲ ਖੜਾ ਹੋ ਗਿਆ, ਕਹਿੰਦਾ ਪੱਥਰ ਰੱਖ ਦਿਓ ਇਹਨਾਂ ਦੇ ਉੱਪਰ। ਕੋਲ 4 ਸਫੇਰੇ ਪੱਥਰ ਰੱਖੇ ਨੇ, ਹੋਰ ਢੇਰ ਲਾ ਦਿੱਤਾ। ਪੱਥਰ ਉੱਪਰ ਪਾਉਂਦਿਆਂ ਹਜ਼ਾਰਾਂ ਮਣ ਪੱਥਰ ਲਾ ਕੇ ਜਿਵੇਂ ਵੱਡਾ ਪਹਾੜ ਪੱਥਰਾਂ ਦਾ ਹੀ ਬਣਾਤਾ। ਆਪਣੇ ਵੱਲੋਂ ਸਤਿਗੁਰੂ ਸਾਹਿਬ ਜੀ ਨੂੰ ਪੱਥਰਾਂ ਦੇ ਵਿੱਚ ਦੱਬ ਕੇ ਤੇ ਬੜੀ ਤਸੱਲੀ ਦੇ ਨਾਲ ਵਾਪਸ ਗਿਆ। ਹੁਣ ਭਾਰ ਦੇ ਥੱਲੇ ਆ ਕਰਕੇ ਖਤਮ ਹੋ ਜਾਣਗੇ, ਹੁਣ ਨਹੀਂ ਬਾਹਰ ਆਉਣਗੇ। ਪਰ ਅਗਲੀ ਸਵੇਰ ਜਾ ਕਰਕੇ ਕਿਸੇ ਨੇ ਦੱਸਿਆ, ਜਿਨ੍ਹਾਂ ਫਕੀਰਾਂ ਨੂੰ, ਜਿਸ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤੁਸੀਂ ਪੱਥਰਾਂ ਦੇ ਪਹਾੜ ਬਣਾ ਕਰਕੇ ਥੱਲੇ ਦੱਬ ਦਿੱਤਾ ਸੀ, ਅੱਜ ਫੇਰ ਚੌਂਕੜਾ ਲਾ ਕੇ ਜਿਉਂਦੇ ਤਿਉਂ ਪਹਿਲੇ ਥਾਂ ਤੇ ਸੱਚੇ ਨੇ। ਕੁਛ ਨਹੀਂ ਹੋਇਆ ਉਹਨਾਂ ਨੂੰ। ਸਭਾ ਵਿੱਚ ਵਿਚਾਰ ਚੱਲੀ, ਫਿਰ ਇਹਨਾਂ ਨੂੰ ਖਤਮ ਕਿਵੇਂ ਕੀਤਾ ਜਾਵੇ। ਤੇ ਕਿਸੇ ਸਿਆਣੇ, ਕਿਸੇ ਦਾਨੇ ਪ੍ਰਧਾਨੇ ਨੇ, ਕਿਸੇ ਭੈ ਵਾਲੇ ਨੇ ਆਖਿਆ, ਰਾਜਨ ਜੇ ਚੇਟਕੀ ਫਕੀਰ ਹੁੰਦੇ, ਕੋਈ ਜਾਦੂਗਰ ਹੁੰਦਾ ਤੇ ਕਦ ਦਾ ਖਤਮ ਹੋ ਜਾਣਾ ਸੀ। ਮੌਤ ਨੂੰ ਮਾਤ ਦੇ ਦੇਣੀ ਇਹ ਕਲਾ ਕਿਸੇ ਜਾਦੂ ਵਿੱਚ ਨਹੀਂ ਹੁੰਦੀ। ਮੌਤ ਨੂੰ ਮਾਤ ਅੱਲਾਹ ਤਾਲਾ ਦੇ ਸਕਦਾ ਹੈ, ਪਰਵਰਦਗਾਰ ਦੇ ਸਕਦਾ ਹੈ। ਮੌਤ ਉਸ ਦੇ ਅਧੀਨ ਹੈ, ਅੱਲਾਹ ਤਾਲਾ ਮੌਤ ਦੇ ਅਧੀਨ ਨਹੀਂ। ਤੇ ਜੇ ਮੌਤ ਇਹਨਾਂ ਨੂੰ ਨਹੀਂ ਮਾਰਦੀ ਤੇ ਫਿਰ ਰਾਜਨ ਇਹਨਾਂ ਨੂੰ ਆਮ ਪੁਰਖ ਨਾ ਸਮਝ, ਜ਼ਰੂਰ ਪਰਵਰਦਗਾਰ ਉਹ ਅੱਲਾਹ ਤਾਲਾ ਹੀ ਸ਼ੁਭ ਉਪਦੇਸ਼ ਦੇਣ ਵਾਸਤੇ ਤੇਰੇ ਰਾਜ ਵਿੱਚ ਆਇਆ ਹੈ, ਜਾ ਕਰਕੇ ਸਤਿਕਾਰ ਕਰ। ਰਾਜਾ ਕੀਮਤੀ ਭੇਟਾਵਾਂ ਲੈ ਕਰਕੇ ਡਰਦਾ ਹੋਇਆ ਗਿਆ ਕਿ ਐਸੇ ਅੱਲਾਹ ਤਾਲਾ ਜੀ ਦੀ ਬੇਅਦਬੀ ਕਰਨੇ ਦੇ ਨਾਲ ਮੇਰੀ ਕੋਲੀ ਗਰਕ ਨਾ ਹੋ ਜਾਵੇ, ਮੇਰਾ ਰਾਜ ਭਾਗ ਹੀ ਨਾ ਜਾਂਦਾ ਰਵੇ, ਮੇਰਾ ਦੀਨ ਦੁਨੀ ਤਬਾਹ ਨਾ ਹੋ ਜਾਵੇ। ਕਾਲਾ ਰੰਗ ਹੈ, ਭਿਆਨਕ ਸਰੂਪ ਹੈ, ਡਰਿਆ ਹੋਇਆ ਹਿਰਦਾ ਹੈ। ਤਾਂ ਕਰਕੇ ਸਤਿਗੁਰੂ ਜੀ ਦੇ ਚਰਨ ਪਕੜ ਲਏ ਨੇ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ। ਬੜੀ ਅਵਗਿਆ ਕੀਤੀ ਏ, ਬੜੀ ਬੇਅਦਬੀ ਕੀਤੀ ਏ, ਬੜੀ ਨਾ ਸਮਝੀ ਕੀਤੀ ਏ। ਸੱਚੇ ਪਾਤਸ਼ਾਹ ਵੱਡਾ ਭਾਰੀ ਗੁਨਾਹਗਾਰ ਹਾਂ ਆਪ ਜੀ ਦਾ, ਮੇਰੀ ਖਾਤਾ ਬਖਸ਼ੋ, ਮੇਰਾ ਗੁਨਾਹ ਬਖਸ਼ੋ। ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਭਾਈ ਬਖਸ਼ਿਆ ਤਾਂ ਜਾਵੇਗਾ ਜੇ ਕਤਲੋ ਗਾਰਤ ਬੰਦ ਕਰੇਗਾ। ਤੇ ਦੂਸਰੇ ਧਰਮ, ਦੂਸਰੇ ਮਜ਼ਹਬ ਦਾ ਬੰਦਾ ਕੋਈ ਤੇਰੇ ਦੇਸ਼ ਵਿੱਚ ਆ ਜਾਵੇ, ਕਤਲ ਕਰਾ ਦੇਣਾ ਧਰਮ ਹੈ ਕੋਈ, ਇਨਸਾਨੀਅਤ ਹੈ ਕੋਈ? ਕਤਲੋ ਗਾਰਤ ਬੰਦ ਕਰ, ਫਿਰ ਬਖਸ਼ਾਂਗੇ। ਹੱਥ ਜੋੜੇ ਸੱਚੇ ਪਾਤਸ਼ਾਹ, ਬੰਦਾ ਮਾਰਨਾ ਤੇ ਬੜੀ ਦੂਰ ਦੀ ਗੱਲ, ਤੁਹਾਡੇ ਚਰਨੀ ਲੱਗ ਕਰਕੇ ਸੱਚੇ ਪਾਤਸ਼ਾਹ ਆਪ ਜੀ ਦਾ ਐਸਾ ਮੁਰੀਦ ਹੋਇਆ ਆਪਣੀ ਮਰਜ਼ੀ ਦੇ ਨਾਲ, ਤੇ ਮੈਂ ਇੱਕ ਕੱਖ, ਇੱਕ ਤੀਲਾ ਵੀ ਨਹੀਂ ਤੋੜ ਸਕਦਾ। ਸੱਚੇ ਪਾਤਸ਼ਾਹ ਕਿਰਪਾ ਕਰੋ, ਬਖਸ਼ ਲਓ। ਤੇ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਫਿਰ ਜ਼ੁਲਮ ਬੰਦ ਕਰ, ਪੂਰੇ ਦੇਸ਼ ਦੇ ਵਿੱਚ ਲੰਗਰ ਚਲਾ, ਲੋੜਵੰਦਾਂ ਨੂੰ ਬਸਤਰ ਦੇ, ਰੋਜ਼ਗਾਰ ਦੇ ਮੌਕੇ ਪੈਦਾ ਕਰ, ਤੇਰੇ ਰਾਜ ਵਿੱਚ ਕੋਈ ਭੁੱਖਾ ਨੰਗਾ ਨਾ ਰਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਈ ਦਿਨ ਉੱਥੇ ਰਹਿ ਕਰਕੇ ਰਾਜੇ ਨੂੰ ਆਪਣੀ ਸਤ ਸੰਗਤ ਬਖਸ਼ ਕਰਕੇ ਨਾਮ ਦਾ ਰਸੀਆ ਬਣਾਇਆ ਤੇ ਪਾਪ ਕਰਮਾਂ ਤੋਂ ਸਦਾ ਵਾਸਤੇ ਹਟਾ ਦਿੱਤਾ ਹੈ।
ਇਸ ਪ੍ਰਕਾਰ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਾਹਿਗੁਰੂ ਜੀ ਦੇ ਨਾਮ ਦੇ ਰਸੀਏ ਨੇ, ਉਹਨਾਂ ਨੂੰ ਅੱਗ ਵੀ ਨਹੀਂ ਸਾੜਦੀ, ਮਾਇਆ ਉਹਨਾਂ ਨੂੰ ਛਲਦੀ ਨਹੀਂ ਤੇ ਜਲ ਉਹਨਾਂ ਨੂੰ ਡੋਬਦਾ ਨਹੀਂ। ਭਗਤ ਕਬੀਰ ਸਾਹਿਬ ਜੀ ਨੂੰ ਵੀ ਮਾਇਆ ਦੇ ਢੇਰ ਦੇ ਉੱਪਰ ਸੰਗਲਾਂ ਦੇ ਨਾਲ ਬੰਨ੍ਹ ਕੇ ਜੂੜ ਕੇ ਉੱਤੇ ਫੇਰ ਲੱਕੜਾਂ ਪਾ ਕੇ ਅੱਗ ਲਾਈ ਸੀ ਨਾ। ਕਈ ਦਿਨ ਚਿਖਾ ਬਲਦੀ ਰਹੀ, ਜਦੋਂ ਚਿਖਾ ਬੁਝੀ ਤੇ ਭਗਤ ਕਬੀਰ ਜੀ ਰਾਮ ਰਾਮ ਕਹਿ ਕੇ ਫਿਰ ਉੱਠ ਖੜੇ ਹੋਏ। ਭਗਤ ਪ੍ਰਹਿਲਾਦ ਜੀ ਨਾਮ ਰੰਗਣ ਦੇ ਅੰਦਰ ਰੰਗੇ ਨੇ, ਹੋਲਕਾਂ ਦੀ ਗੋਦ ਵਿੱਚ ਬਿਠਾ ਕਰਕੇ ਵੱਡੇ ਭਾਰੀ ਲੱਕੜਾਂ ਦੇ ਢੇਰ ਤੇ ਬਿਠਾ ਕੇ ਅੱਗ ਲਾ ਦਿੱਤੀ ਨਾ। ਬ੍ਰਹਮਾ ਜੀ ਦਾ ਵਰ ਵੀ ਹੋਲਕਾਂ ਨੂੰ ਨਹੀਂ ਬਚਾ ਸਕਿਆ, ਬਸਤਰ ਉੱਡ ਕੇ ਪ੍ਰਹਿਲਾਦ ਤੇ ਪੈ ਗਿਆ। ਪ੍ਰਹਿਲਾਦ ਜੀ ਦਾ ਤੇ ਵਾਲ ਵੀ ਵਿੰਗਾ ਨਹੀਂ ਹੋਇਆ ਤੇ ਹੋਲਕਾਂ ਸੜ ਕੇ ਸਵਾਹ ਹੋ ਗਈ। ਬਚਿਆ ਕੌਣ ਦੋਵਾਂ ਚੋਂ? ਅੱਗ 'ਚ ਦੋਵੇਂ ਬੈਠੇ ਨੇ। ਇੱਕ ਨੂੰ ਨਾ ਸੜਨੇ ਦਾ ਵਰਦਾਨ ਹੈ, ਬਸਤਰ ਕੋਲ ਹੈ, ਸਰੀਰ ਤੇ ਲੈ ਲਈਏ ਤੇ ਅੱਗ ਸੜਦੀ ਨਹੀਂ। ਤੇ ਪ੍ਰਹਿਲਾਦ ਜੀ ਦੇ ਕੋਲ ਕੋਈ ਬਸਤਰ ਵੀ ਨਹੀਂ, ਬਟ ਹਿਰਦੇ ਦੇ ਵਿੱਚ ਨਾਮ ਹੈ। ਹਿਰਦੇ ਦੇ ਵਿੱਚ ਨਾਮ ਦੀ ਰੰਗਣ ਐਸੀ, ਪ੍ਰੇਮ ਐਸਾ ਹੈ ਕਿ ਨਾਮ ਦਾ ਆਸਰਾ ਹਿਰਦਾ ਡੋਲਦਾ ਹੀ ਨਹੀਂ। ਜਿਹਨੂੰ ਵਰ ਦਾ ਅਭਿਮਾਨ ਸੀ, ਬਸਤਰ ਦਾ ਹੰਕਾਰ ਸੀ, ਉਹ ਤੇ ਸੜ ਕੇ ਸਵਾਹ ਹੋ ਗਈ। ਤੇ ਜਿਸ ਦੇ ਹਿਰਦੇ ਦੇ ਵਿੱਚ ਨਾਮ ਸੀ, ਅੱਗ ਨੇ ਸਾੜਿਆ ਹੀ ਨਹੀਂ। ਇਸੇ ਪ੍ਰਕਾਰ ਬਚਨ ਨੇ ਨਾ ਸਤਿਗੁਰੂ ਜੀ ਦੇ ਤੇ ਭਾਈ ਗੁਰਦਾਸ ਸਾਹਿਬ ਜੀ ਦੇ ਵੀ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਪਾਣੀ ਉਹਨਾਂ ਨੂੰ ਡੋਬਦਾ ਨਹੀਂ, ਅੱਗ ਉਹਨਾਂ ਨੂੰ ਸਾੜਦੀ ਨਹੀਂ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਦਾ ਤੇ ਚੋਰ ਇਸ ਨਾਮ ਰੂਪੀ ਧਨ ਨੂੰ, ਦੌਲਤ ਨੂੰ ਖੋਹ ਨਹੀਂ ਸਕਦੇ। ਐਸਾ ਇਹ ਨਾਮ ਦਾ ਭੰਡਾਰਾ ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ ਨੂੰ, ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਬਖਸ਼ਣਾ ਕੀਤਾ ਹੈ। ਸੋ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਜਿਨ੍ਹਾਂ ਦਾ ਹਿਰਦਾ ਨਾਮ ਰੰਗਣ ਦੇ ਅੰਦਰ ਰੰਗਿਆ ਗਿਆ ਪਿਆਰਿਓ, ਅੱਗ ਸਾੜਦੀ ਨਹੀਂ, ਮਾਇਆ ਛਲਦੀ ਨਹੀਂ ਤੇ ਪਾਣੀ ਡੋਬਦਾ ਨਹੀਂ ਹੈ ਤਿਨਾਂ ਨੂੰ। ਹਰ ਸੰਗ ਰਾਤੇ ਸੁਫਲ ਫਲਾ। ਸੋ ਇਸੇ ਪ੍ਰਕਾਰ ਸੰਸਾਰ ਪਦਾਰਥਾਂ ਰੂਪੀ ਜਲ ਦੇ ਨਾਲ ਭਰਿਆ ਪਿਆ ਹੈ। ਪਦਾਰਥਾਂ ਰੂਪੀ ਸੰਸਾਰ ਸਾਗਰ ਉਹਨਾਂ ਨੂੰ ਨਹੀਂ ਡੋਬਦਾ ਹੈ ਜਿਹੜੇ ਹਿਰਦੇ ਨਾਮ ਰੰਗਣ ਦੇ ਨਾਲ ਰੰਗੇ ਹੋਏ ਨੇ। ਤੇ ਜਿਹੜੇ ਹਿਰਦੇ ਨਾਮ ਦੀ ਰੰਗਣ ਦੇ ਅੰਦਰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਰੰਗੇ ਹੋਏ ਨੇ ਨਾ, ਸੁਫਲ ਫਲਾ, ਉਹ ਗਿਆਨ ਰੂਪੀ ਫਲ ਦੇ ਸਹਿਤ ਫਲਦੇ ਨੇ ਤੇ ਆਪਣਾ ਜਨਮ ਸਫਲਾ ਕਰ ਲੈਂਦੇ ਨੇ। ਗਿਆਨ ਜਿਹੜਾ ਹੈ ਬ੍ਰਹਮ ਗਿਆਨ, ਇਹ ਭਗਤੀ ਦਾ ਫਲ ਹੈ। ਸੁਫਲ ਸ਼੍ਰੇਸ਼ਟ ਫਲ ਦੇ ਸਹਿਤ ਹੋਏ ਨੇ ਜੀ। ਕਿਹੜਾ ਫਲ ਮਿਲਿਆ? ਬ੍ਰਹਮ ਗਿਆਨ ਦੀ ਦਾਤ ਵਾਹਿਗੁਰੂ ਜੀ ਦੇ ਦਰ ਘਰ ਤੋਂ ਮਿਲੀ ਹੈ। ਗਰੀਬ ਨਿਵਾਜ ਕਿਰਪਾਲੂ ਜੀ ਕਿਰਪਾ ਕਰਕੇ ਹਿਰਦੇ ਦੇ ਅੰਦਰ ਬ੍ਰਹਮ ਦਾ ਅਨੁਭਵ ਪ੍ਰਕਾਸ਼ ਬਖਸ਼ ਦਿੰਦੇ ਹਨ। ਇਸ ਪ੍ਰਕਾਰ ਜਿੱਥੇ ਗਿਆਨ ਦੇ ਸਹਿਤ ਫਲਦੇ ਨੇ, ਦੁਨੀਆ ਦੇ ਵਿੱਚ ਵੱਡੇ ਪਰਿਵਾਰ, ਧੀਆਂ ਪੁੱਤਰਾਂ ਪੋਤ ਪੋਤਿਆਂ ਦੇ ਸਮੇਤ ਫਲਦੇ ਹਨ। ਉਹ ਸਭ ਭੈ ਮਿਟ ਹੈ ਤੁਮਾਰੇ ਨਾਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਿਰਦੇ ਦੇ ਅੰਦਰ ਡਰ ਵੀ ਤੇ ਹੁੰਦੇ ਨੇ, ਦੁਸ਼ਮਣਾਂ ਦਾ, ਜੰਮਣ ਮਰਨ ਕਾਲ ਜੰਮਾ ਇਤਿਆਤਕਾਂ ਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪਿਆਰਿਓ, ਜਿਸ ਦਾ ਹਿਰਦਾ ਨਾਮ ਰੰਗਣ ਦੇ ਅੰਦਰ ਰੰਗਿਆ ਗਿਆ, ਉਸ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿ ਜਾਂਦਾ। 5 ਪ੍ਰਕਾਰ ਦੇ ਹਿਰਦੇ ਦੇ ਵਿੱਚੋਂ ਭਰਮ, 7 ਪ੍ਰਕਾਰ ਦੇ ਵੱਡੇ ਭਾਰੀ ਡਰ ਤਿਸ ਦੇ ਮੁੱਕ ਜਾਂਦੇ ਨੇ। ਦੁਸ਼ਮਣਾਂ ਦਾ ਡਰ, ਰੋਗਾਂ ਦਾ ਡਰ, ਵਿਕਾਰਾਂ ਦਾ ਡਰ, ਧਰਮਰਾਜ ਦੇ ਲੇਖੇ ਦਾ ਡਰ, ਜਮਾਂ ਦਾ ਡਰ, ਗਰਭ ਅਗਨੀ ਦਾ ਡਰ, ਨਰਕਾਂ ਦੀ ਅੱਗ ਦਾ ਡਰ, 84 ਲੱਖ ਜੂਨੀਆਂ ਦੇ ਦੁੱਖਾਂ ਤੇ ਖੁਆਰੀ ਦਾ ਡਰ ਕਿਸੇ ਪ੍ਰਕਾਰ ਉਹਨਾਂ ਦੇ ਹਿਰਦੇ ਵਿੱਚ ਨਹੀਂ ਰਹਿ ਜਾਂਦਾ ਹੈ। ਇਸੇ ਹੀ ਪ੍ਰਕਾਰ ਸਭ ਭੈ ਮਿਟ ਹੈ ਤੁਮਾਰੇ ਨਾਏ। ਸਾਰੇ ਭੈ ਜਿਹੜੇ ਨੇ, ਡਰ ਮਿਟ ਜਾਂਦੇ ਨੇ ਵਾਹਿਗੁਰੂ ਜੀ ਤੁਮਾਰਾ ਨਾਏ, ਤੁਹਾਡਾ ਨਾਮ ਜਪਣ ਦੇ ਨਾਲ। ਐਸੀ ਆਪ ਜੀ ਦੇ ਨਾਮ ਦੇ ਅੰਦਰ ਬਰਕਤ ਹੈ। ਭੇਟਤ ਸੰਗ ਹਰ ਹਰ ਗੁਣ ਗਾਏ। ਮਹਾਰਾਜ ਇਹ ਨਾਮ ਰੂਪੀ ਦੌਲਤ ਮਿਲਦੀ ਕਿਹਨਾਂ ਨੂੰ ਹੈ? ਨਾਮ ਦੀ ਰੰਗਣ ਦੇ ਅੰਦਰ ਹਿਰਦਾ ਰੰਗਿਆ ਕਿਹਨਾਂ ਦਾ ਜਾਂਦਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਿਹੜੇ ਪੂਰੇ ਸਤਿਗੁਰੂ ਜੀ ਨੂੰ ਭੇਟਤ ਜਾ ਕਰਕੇ ਮਿਲਦੇ ਨੇ ਨਾ, ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਸਤ ਸੰਗਤ ਰੂਪੀ ਮੱਟੀ ਵਿੱਚ ਪਾ ਕਰਕੇ ਹਿਰਦੇ ਰੂਪੀ ਬਸਤਰ ਨੂੰ ਰੰਗ ਕਰਕੇ ਨਾਮ ਦੀ ਰੰਗਣ ਐਸੀ ਚਾੜਦੇ ਨੇ, ਫਿਰ ਹਰ ਵੇਲੇ ਹਰੀ ਪਰਮਾਤਮਾ ਜੀ ਦੇ ਨਾਮ ਨੂੰ ਹੀ ਜਪਦੇ ਨੇ। ਹਿਰਦੇ ਨੂੰ ਨਾਮ ਰੰਗ ਦੇ ਵਿੱਚ ਰੰਗ ਦੇਣਾ, ਇਹ ਵਡਿਆਈ, ਇਹ ਤਾਕਤ, ਇਹ ਬਲ ਸਤਿਗੁਰੂ ਜੀ ਦੇ ਹੱਥ ਵਿੱਚ ਹੈ। ਇਸ ਕਰਕੇ ਜਿਸ ਦਾ ਹਿਰਦਾ ਸਤਿਗੁਰੂ ਜੀ ਨਾਮ ਰੰਗਣ ਵਿੱਚ ਰੰਗਦੇ ਨੇ, ਉਸੇ ਦਾ ਹੀ ਹਿਰਦਾ ਰੰਗਿਆ ਜਾਂਦਾ ਹੈ। ਉਹੋ ਹੀ ਹਰ ਵੇਲੇ ਹਰੀ ਪਰਮਾਤਮਾ ਜੀ ਦੇ ਨਾਮ ਰੂਪੀ ਗੁਣਾਂ ਨੂੰ ਆਪਣੀ ਰਸਨਾ ਤੋਂ ਹਰ ਵੇਲੇ ਵਖਿਆਨ ਕਰਦਾ ਹੈ, ਗਾਉਂਦਾ ਹੈ, ਜਪਦਾ ਹੈ, ਸਿਮਰਦਾ ਹੈ। ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ, ਹਰ ਸੰਗ ਰਾਤੇ ਮਿਟੈ ਸਭ ਚਿੰਤਾ।
ਜਿਨ੍ਹਾਂ ਦੇ ਹਿਰਦੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੰਗਣ ਦੇ ਅੰਦਰ ਰੰਗੇ ਗਏ ਨੇ ਨਾ, ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਦੁਨੀਆ ਦੇ ਅੰਦਰ ਨਜ਼ਰ ਮਾਰ ਕਰਕੇ ਦੇਖੀਏ ਤੇ ਚਿੰਤਾ ਮੁਕਤ ਕੋਈ ਨਹੀਂ ਜੇ ਲੱਭਦਾ। ਸਤਿਗੁਰੂ ਜੀ ਫਰਮਾਉਂਦੇ ਨੇ, ਚਿੰਤਤ ਹੀ ਦੀਸੈ ਸਭ ਕੋਈ। ਚਾਹੇ ਕੋਈ ਕਿਸ਼ੋਰ ਅਵਸਥਾ ਵਾਲਾ ਹੈ, ਭਰ ਜਵਾਨੀ ਵਾਲਾ ਹੈ, ਪ੍ਰੌਢਿਆ ਅਵਸਥਾ ਵਾਲਾ ਹੈ, ਚਾਹੇ ਕੋਈ ਬਜ਼ੁਰਗ ਹੈ, ਚਾਹੇ ਕੋਈ ਇਸਤਰੀ ਹੈ, ਚਾਹੇ ਕੋਈ ਪੁਰਸ਼ ਹੈ, ਜਿਸ ਕਿਸੇ ਨੂੰ ਦੇਖ ਲਓ ਹਰ ਕੋਈ ਚਿੰਤਾ ਦੇ ਅੰਦਰ ਗਲਤਾਨ ਹੈ। ਤੇ ਡਾਕਟਰ ਕੋ ਜਾ ਕਰਕੇ ਟੀਕੇ ਲਵਾਉਂਦੇ ਨੇ, ਦਵਾਈ ਲੈ ਕੇ ਆਉਂਦੇ ਨੇ, ਤੇ ਡਾਕਟਰ ਵੀ ਕਹਿੰਦਾ ਜੀ ਚਿੰਤਾ ਨਾ ਕਰੋ, ਜੇ ਠੀਕ ਹੋਣਾ ਤੇ ਪਹਿਲਾਂ ਚਿੰਤਾ ਛੱਡ ਦਿਓ। ਡਾਕਟਰ ਸਿਰ ਪੀੜ ਢਿੱਡ ਪੀੜ ਦੀ ਦਵਾਈ ਤੇ ਦੇ ਦੂਗਾ, ਪਰ ਦੁਨੀਆ ਦੇ ਸਾਰੇ ਸਾਇੰਟਿਸਟ ਮਿਲਾ ਕਰਕੇ, ਸਾਰੇ ਡਾਕਟਰ ਮਿਲ ਕੇ ਅੱਜ ਤੱਕ ਐਸੀ ਗੋਲੀ ਨਹੀਂ ਬਣਾ ਸਕੇ ਜਿਹੜੀ ਚਿੰਤਾ ਨੂੰ ਦੂਰ ਕਰ ਦੇ। ਨੀਂਦ ਦੀ ਗੋਲੀ ਦੇ ਕੇ ਬੇਹੋਸ਼ ਤੇ ਕਰ ਦੇਣਗੇ ਵੀ 4 ਘੜੀਆਂ ਸੌਲਾ, ਸਰੀਰ ਹਲਕਾ ਹੋ ਜੇ, ਪਰ ਚਿੰਤਾ ਦੂਰ ਨਹੀਂ ਜੇ ਕਰ ਸਕਦੇ। ਚਿੰਤਤ ਹੀ ਦੀਸੈ ਸਭ ਕੋਏ, ਸਭ ਕੋਈ ਚਿੰਤਾ ਦੇ ਸਹਿਤ ਹੈ। ਕਿਸੇ ਨੂੰ ਬ੍ਰੇਨ ਸਟ੍ਰੋਕ ਆ ਗਿਆ, ਕਿਸੇ ਨੂੰ ਹਾਰਟ ਅਟੈਕ ਆ ਗਿਆ, ਕਾਰਨ ਕੀ ਜੀ? ਚਿੰਤਾ ਬੜੀ ਹੀ, ਪੁੱਤਾਂ ਤੋਂ ਦੁਖੀ ਸੀ, ਪੁੱਤਾਂ ਦੀ ਬੜੀ ਚਿੰਤਾ ਸੀ। ਮਹਾਰਾਜ ਜੀ ਬਚਨ ਕਰਦੇ, ਕਿਸੇ ਇੱਕ ਦਾ ਹਾਲ ਥੋੜਾ ਹੈ। ਜਿਤਨਾ ਦੁਨੀਆ ਸੰਸਾਰ ਦੇ ਅੰਦਰ ਲੋਕਾਂ ਨੂੰ ਦੇਖਿਆ ਜਾਂਦਾ, ਸਭ ਸੰਸਾਰ ਚਿੰਤਾ ਦੇ ਨਾਲ ਗਰਸਿਆ ਪਿਆ ਹੈ। ਤੇ ਸੱਚੇ ਪਾਤਸ਼ਾਹ ਫਿਰ ਇਸ ਚਿੰਤਾ ਰੂਪੀ ਰੋਗ ਤੋਂ ਉਬਰੀਏ ਕਿਵੇਂ, ਜਿਸ ਦੀ ਨਾ ਕੋਈ ਗੋਲੀ, ਨਾ ਕੋਈ ਕੈਪਸੂਲ, ਨਾ ਕੋਈ ਟੀਕਾ, ਨਾ ਕੋਈ ਇਲਾਜ, ਨਾ ਕੋਈ ਦਵਾ ਤੇ ਨਾ ਕੋਈ ਦਾਰੂ। ਮਹਾਰਾਜ ਇਸ ਚਿੰਤਾ ਤੋਂ ਛੁੱਟੀਏ ਕਿਵੇਂ? ਤੇ ਸਤਿਗੁਰੂ ਜੀ ਫਰਮਾਉਂਦੇ, ਪਿਆਰਿਓ, ਇਸ ਰੋਗ ਦਾ ਦਾਰੂ ਵੀ ਨਾਮ ਹੀ ਹੈ। ਚੇਤ ਹੈ ਏਕ ਤਹੀ ਸੁਖ ਹੋਏ। ਜਿਹੜਾ ਇੱਕ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੈ ਨਾ, ਉਹਦੀਆਂ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ, ਉਹ ਮਨ ਕਰਕੇ ਸੁਖੀ ਹੋ ਜਾਂਦਾ ਹੈ। ਸੋ ਇਸੇ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਜੀ, ਹਰ ਸੰਗ ਰਾਤੇ ਮਿਟੈ ਸਭ ਚਿੰਤਾ। ਭਾਵੇਂ ਕਿ ਸਾਰਾ ਸੰਸਾਰ ਚਿੰਤਾ ਦੇ ਅੰਦਰ ਗਲਤਾਨ ਹੈ, ਪਰ ਜਿਨ੍ਹਾਂ ਦੇ ਹਿਰਦੇ ਨਾਮ ਰੰਗਣ ਦੇ ਅੰਦਰ ਰੰਗੇ ਗਏ ਨਾ, ਸਾਧ ਸੰਗਤ ਜੀ, ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਕਿਸੇ ਪ੍ਰਕਾਰ ਦੀ ਹਿਰਦੇ ਦੇ ਵਿੱਚ ਚਿੰਤਾ ਹੀ ਨਹੀਂ ਰਹਿ ਜਾਂਦੀ। ਬੇਪਰਵਾਹੀ ਦੇ ਨਾਲ ਸਿਮਰਨ ਕਰਦਿਆਂ ਜੀਵਨ ਬਤੀਤ ਕਰਦੇ ਨੇ, ਕਿਉਂਕਿ ਜਿਸ ਦਾ ਫਿਕਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੋਵੇ, ਜਿਸ ਦੀ ਚਿੰਤਾ, ਜਿਸ ਦੀਆਂ ਜ਼ਰੂਰਤਾਂ ਦੀ ਪ੍ਰਵਾਹ ਸਤਿਗੁਰੂ ਕਲਗੀਧਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਵੇ, ਫਿਰ ਉਸ ਨੂੰ ਚਿੰਤਾ ਦੀ ਕੀ ਲੋੜ ਹੈ। ਜਿਵੇਂ ਜਿਹੜਾ ਤੇ ਸਿਆਣਾ ਵੱਡਾ ਬੱਚਾ ਹੈ 20-25 ਸਾਲ ਦਾ, ਉਹਨੂੰ ਆਪਣੀ ਚਿੰਤਾ ਹੁੰਦੀ, ਮੈਂ ਰੋਜ਼ਗਾਰ ਲੱਭਣਾ, ਮੈਂ ਕਮਾਈ ਕਰਕੇ ਲਿਆਉਣੀ, ਮੈਂ ਦੁਕਾਨ ਖੋਲਣੀ, ਮੈਂ ਦਿਹਾੜੀ ਲਾਉਣੀ, ਮੈਂ ਨੌਕਰੀ ਤੇ ਜਾਣਾ। ਪਰ ਜਿਹੜਾ ਮਾਤਾ ਦੀ ਗੋਦੀ ਦਾ ਬੱਚਾ ਹੈ, ਬਾਲਕ ਹੈ, ਉਹਨੂੰ ਥੋੜੀ ਕੋਈ ਚਿੰਤਾ। ਉਹਨੇ ਖਾਣਾ ਕੀਏ, ਪੀਣਾ ਕੀਏ, ਕਦੋਂ ਖਾਣਾ, ਕਦੋਂ ਪੀਣਾ, ਤੇ ਕਦੋਂ ਉਸ ਦਾ ਮਲ ਮੂਤਰ ਸਾਫ਼ ਕਰਕੇ ਉਸ ਨੂੰ ਸ਼ੁੱਧ ਰੱਖਣਾ, ਸਾਰੀ ਚਿੰਤਾ ਮਾਂ ਨੂੰ ਹੈ, ਕਿਉਂਕਿ ਮਾਤਾ ਦੀ ਗੋਦੀ ਵਿੱਚ ਜੂ ਹੋਇਆ। ਜਿਹੜੇ ਸਤ ਸੰਗਤ ਰੂਪੀ ਗੋਦੀ ਵਿੱਚ ਪੈ ਜਾਂਦੇ ਨੇ, ਸ਼ਰਨ ਰੂਪੀ ਗੋਦੀ ਵਿੱਚ ਪੈ ਜਾਂਦੇ ਨੇ, ਫਿਰ ਜਿਵੇਂ ਮਾਤਾ ਬੱਚੇ ਨੂੰ ਪਾਲਦੀ ਹੈ, ਸਤਿਗੁਰੂ ਜੀ ਆਪਣੇ ਗੁਰਸਿੱਖ ਨੂੰ ਪਾਲਦੇ ਨੇ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਹੋ ਗੁਰ ਸਦਾ ਦਇਆਲ। ਸਦਾ ਦਇਆਲਤਾ ਕਰਕੇ ਗੋਦੀ ਦੇ ਲਾਲ ਵਾਂਗੂ ਪਾਲਦੇ ਨੇ। ਫਿਰ ਉਸ ਸਤ ਸੰਗੀ ਨੂੰ, ਨਾਮ ਦੇ ਰਸੀਏ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਸਾਰੀਆਂ ਚਿੰਤਾਵਾਂ, ਸਾਰੀਆਂ ਜ਼ਰੂਰਤਾਂ ਵਾਹਿਗੁਰੂ ਜੀ ਪੂਰੀਆਂ ਕਰਕੇ ਚਿੰਤਾਵਾਂ ਸਾਰੀਆਂ ਹੀ ਉਸ ਦੀਆਂ ਮੇਟ ਦਿੰਦੇ ਨੇ। ਹਜ਼ੂਰ ਫਰਮਾਉਂਦੇ ਨੇ, ਭਾਈ ਕਿਸੇ ਪ੍ਰਕਾਰ ਦੀ ਚਿੰਤਾ, ਫਿਕਰ, ਝੋਰਾ, ਕਾੜਾ ਮਨ ਨੂੰ ਨਹੀਂ ਰਹਿ ਜਾਂਦਾ। ਜਿਸ ਹਿਰਦੇ ਅੰਦਰ ਨਾਮ ਵਸ ਗਿਆ, ਜਿਹੜੇ ਹਿਰਦੇ ਨੂੰ ਨਾਮ ਦੀ ਰੰਗਣ ਚੜ ਗਈ ਹੈ ਜੀ, ਹਰ ਸਿਉ ਸੋ ਰਚੈ ਜਿਸ ਸਾਧਕਾ ਮੰਤਾ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਫਿਰ ਐਸੇ ਹਰੀ ਜੀ ਦੇ ਰੰਗ ਦੇ ਅੰਦਰ ਤੇ ਸਾਰਿਆਂ ਨੂੰ ਹੀ ਆਪਣੇ ਹਿਰਦੇ ਰੰਗ ਲੈਣੇ ਚਾਹੀਦੇ ਨੇ। ਸਾਰਿਆਂ ਨੂੰ ਆਪਣੇ ਮਨ ਨਾਮ ਦੇ ਨਾਲ ਰੰਗ ਲੈਣੇ ਚਾਹੀਦੇ। ਸੱਚੇ ਪਾਤਸ਼ਾਹ ਸਾਰੇ ਕਿਉਂ ਨਹੀਂ ਨਾਮ ਜਪਦੇ? ਸਾਰੇ ਕਿਉਂ ਨਹੀਂ ਆਪਣੇ ਹਿਰਦਿਆਂ ਵਿੱਚ ਨਾਮ ਵਸਾ ਕਰਕੇ ਹਿਰਦੇ ਦੀ ਰੰਗਣ ਵਿੱਚ ਮਨ ਰੰਗ ਲੈਂਦੇ? ਤੇ ਗਰੀਬ ਨਿਵਾਜ ਫਰਮਾਉਂਦੇ ਨੇ, ਸਾਰਿਆਂ ਦੇ ਭਾਗ ਹੀ ਨਹੀਂ ਖੁੱਲਦੇ। ਇਹ ਤਾਂ ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਅਕਾਲ ਪੁਰਖ ਜੀ ਨੇ ਪ੍ਰੇਰਣਾ ਕਰਕੇ ਕੁਸੰਗਤ ਦੇ ਮਾਰਗ ਤੇ ਭੁੱਲੇ ਹੋਏ ਨੂੰ, ਜਾਂਦੇ ਨੂੰ ਸਤ ਸੰਗਤ ਦੇ ਮਾਰਗ ਤੇ ਤੋਰਤਾ। ਗੁਰੂ ਕੀ ਸ਼ਰਨ ਆ ਗਿਆ ਤੇ ਇਸ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਧਕਾ ਮੰਤਾ, ਸ੍ਰੇਸ਼ਟ ਸਤਿਗੁਰੂ ਜੀ ਨੇ ਆਪਣਾ ਗੁਰ ਮੰਤਰ ਦੇ ਦਿੱਤਾ, ਆਪਣਾ ਉਪਦੇਸ਼ ਦੇ ਦਿੱਤਾ। ਤੇ ਆਪਣੇ ਉਪਦੇਸ਼ ਦੇ ਦੁਆਰਾ ਨਾਮ ਜਪਾ ਕਰਕੇ ਜਿਨ੍ਹਾਂ ਦੇ ਹਿਰਦੇ ਪੂਰੇ ਸਤਿਗੁਰੂ ਜੀ ਨੇ, ਪੂਰੇ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਪੂਰੇ ਸਤਿਗੁਰੂ ਆਤਮਾ ਗ੍ਰੰਥ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ
ਨਾਮ ਬਾਣੀ ਦੇ ਮੰਤਰ ਉਪਦੇਸ਼ ਦੁਆਰਾ ਜਿਸ ਗੁਰਸਿੱਖ ਤੇ ਕਿਰਪਾਲਤਾ ਕਰ ਦਿੰਦੇ ਨੇ ਨਾ ਸਿੱਖੋ, ਉਸੇ ਦਾ ਹਿਰਦਾ ਰੰਗਿਆ ਜਾਂਦਾ ਨਾਮ ਦੀ ਰੰਗਣ ਦੇ ਵਿੱਚ। ਫਿਰ ਚੱਲਦਿਆਂ ਫਿਰਦਿਆਂ ਸੁੱਤਿਆਂ ਬੈਠਿਆਂ ਛਕਦਿਆਂ ਛਕਾਉਂਦਿਆਂ ਸਵਾਸ ਲੈਂਦਿਆਂ ਭੋਜਨ ਛਕਦਿਆਂ ਹਰ ਵੇਲੇ ਉਹ ਪ੍ਰੇਮੀ ਜਪਣਾ ਕਰਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਇਹ ਤੇ ਸਾਧਕਾ ਮੰਤਾ ਜਿਸ ਨੂੰ ਪ੍ਰਾਪਤ ਹੋ ਗਿਆ। ਸਤਿਗੁਰੂ ਜੀ ਦੀ ਸਿੱਖਿਆ, ਸਤਿਗੁਰੂ ਜੀ ਦਾ ਉਪਦੇਸ਼ ਜਿਸ ਨੂੰ ਸਤ ਸੰਗਤ ਦੁਆਰੇ ਮਿਲਿਆ, ਉਸ ਦਾ ਹਿਰਦਾ ਨਾਮ ਰੰਗਣ ਦੇ ਅੰਦਰ ਰੰਗਿਆ ਜਾਂਦਾ ਹੈ। ਸਾਰੇ ਇਸ ਵੱਡੀ ਭਾਰੀ ਦਾਤ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਹਨ ਜੀ। ਹਰ ਸੰਗ ਰਾਤੇ ਜਮਕੀ ਨਹੀਂ ਤਰਾਸ। ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦੇ ਪਦਾਰਥਾਂ ਦੀ ਚਿੰਤਾ ਤੇ ਭਾਵੇਂ ਮਿਟ ਜਾਵੇ, ਪਰ ਮੌਤ ਦੀ ਖੌਫਤਾਈ ਤੇ ਬਣਿਆ ਹੀ ਰਹਿੰਦਾ ਹੈ ਨਾ। ਜਮਾ ਦਾ ਡਰ ਤੇ ਤਾਂ ਵੀ ਬਣਿਆ ਹੀ ਰਹਿੰਦਾ ਹੈ ਨਾ। ਤੇ ਹਜ਼ੂਰ ਫਰਮਾਉਂਦੇ ਨੇ ਜਮਾ ਦਾ ਡਰ ਉਹਨਾਂ ਨੂੰ ਜਿਨ੍ਹਾਂ ਦਾ ਹਿਰਦਾ ਮਾਇਆ ਤੇ ਵਿਕਾਰਾਂ ਦੇ ਲੋਭ ਲਾਲਚਾਂ ਚ ਰੰਗਿਆ ਹੈ। ਜਿਨ੍ਹਾਂ ਦੇ ਹਿਰਦੇ, ਜਿਨ੍ਹਾਂ ਦੇ ਮਨ ਹਰੀ ਪ੍ਰਮਾਤਮਾ ਜੀ ਦੇ ਨਾਮ ਦੇ ਅੰਦਰ ਰੰਗੇ ਨੇ ਨਾ, ਉਹਨਾਂ ਨੂੰ ਜੰਮ ਦੀ ਵੀ ਤਰਾਸ ਨਹੀਂ ਲੱਗਦੀ ਹੈ, ਜਮਾ ਦਾ ਵੀ ਡਰ ਨਹੀਂ, ਜਮਾ ਦੀ ਵੀ ਖੌਫਤਾਈ ਨਹੀਂ, ਬਲਕਿ ਭਗਵੰਤ ਭਗਤ ਕਉ ਭਾਉ ਕਿਛ ਨਾਹੀ ਆਦਰ ਦੇਵਤ ਜਾਮ। ਜਿਹੜੇ ਜੰਮ ਨੇ ਉਹਨਾਂ ਦੀ ਜਿੰਦ ਕੱਢਣ ਵਾਸਤੇ ਤੇ ਨੇੜੇ ਆ ਹੀ ਨਹੀਂ ਸਕਦੇ। ਤੇ ਗੁਰਮੁਖ ਪਿਆਰੇ ਕਿਤੇ ਸੁਤੇ ਇਸੇ ਦੇ ਵਿਚਰਦਿਆਂ ਜੰਮਪੁਰੀ ਵਿੱਚ ਵੀ ਚਲੇ ਜਾਣ ਤੇ ਜਿਹੜੇ ਜਮਦੂਤ ਨੇ ਭੇਟਾ ਰੱਖ ਕੇ ਚਰਨਾਂ ਤੇ ਮੱਥੇ ਟੇਕਦੇ ਨੇ, ਅੱਜ ਅਸੀਂ ਵੱਡਿਆਂ ਭਾਗਾਂ ਵਾਲੇ ਹੋ ਗਏ ਨਾਮ ਦੇ ਰਸੀਆ ਗੁਰਸਿੱਖ ਜੀ, ਤੁਹਾਡੇ ਦੀਦਾਰ ਜੋ ਹੋ ਗਏ। ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਨਾਮ ਰੰਗਣ ਦੇ ਅੰਦਰ ਲਬਰੇਜ਼ ਨੇ, ਰੰਗੇ ਹੋਏ ਨੇ ਪਿਆਰਿਓ, ਉਹਨਾਂ ਨੂੰ ਕਿਸੇ ਪ੍ਰਕਾਰ ਜਮਾ ਦੀ ਖੌਫਤਾਈ, ਜਮਾ ਦਾ ਡਰ ਵੀ ਨਹੀਂ ਰਹਿੰਦਾ ਹੈ। ਹਰ ਸੰਗ ਰਾਤੇ ਪੂਰਨ ਆਸ। ਜਿਹੜੇ ਹਰੀ ਪਰਮਾਤਮਾ ਜੀ ਦੇ ਨਾਮ ਦੇ ਅੰਦਰ ਰੰਗੇ ਹੋਏ ਹਿਰਦੇ ਨੇ ਨਾ, ਉਹਨਾਂ ਪੁਰਸ਼ਾਂ ਦੀਆਂ ਸਾਰੀਆਂ ਆਸਾਂ ਮੁਰਾਦਾਂ ਮਨੋ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ। ਸਤਿਗੁਰੂ ਜੀ ਦੇ ਦਰ ਤੋਂ ਜੋ ਵੀ ਮੰਗਦੇ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਐਸੀ ਦਾਤ ਮੰਗ ਲੈਣ ਜਿਹੜੀ ਭਾਗਾਂ ਵਿੱਚ ਵੀ ਨਾ ਹੋਵੇ। ਭਾਈ ਆਦਮ ਜੀ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਆ ਕੇ ਸੇਵਾ ਕੀਤੀ ਤੇ ਉਸ ਦੀ ਧਰਮ ਪਤਨੀ ਨੇ 70 ਸਾਲ ਦੀ ਅਵਸਥਾ ਦੇ ਵਿੱਚ ਪੁੱਤਰ ਦੀ ਮੰਗ ਕੀਤੀ ਸੀ ਨਾ। ਭਾਵੇਂ ਕਿ ਭਾਗਾਂ ਵਿੱਚ ਨਹੀਂ ਸੀ, ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਅੰਤਰ ਧਿਆਨ ਹੋ ਕੇ ਦੇਖਿਆ ਤੁਹਾਡੇ ਕਰਮਾਂ 'ਚ ਔਲਾਦ ਹੈ ਹੀ ਨਹੀਂ, ਪੁੱਤਰ ਸੁਖ ਹੈ ਹੀ ਨਹੀਂ। ਪਰ ਗੁਰੂ ਦਰ ਦੀ ਸੇਵਾ ਕੀਤੀ ਏ, ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਕਰਮਾਂ 'ਚ ਨਹੀਂ ਤਾਂ ਵੀ ਬਖਸ਼ ਦਿੱਤਾ। ਭਾਈ ਆਦਮ, ਸਾਡੇ ਘਰ ਵਿੱਚ 4 ਸਾਹਿਬਜ਼ਾਦਿਆਂ ਨੇ ਜਨਮ ਲੈਣਾ ਸੀ, 3 ਸਾਹਿਬਜ਼ਾਦੇ ਪ੍ਰਗਟ ਹੋ ਚੁੱਕੇ ਨੇ, ਚੌਥਾ ਸਾਹਿਬਜ਼ਾਦਾ ਭਗਤੀ ਦੀ ਅੰਸ਼ 'ਚੋਂ ਤੈਨੂੰ ਬਖਸ਼ਿਆ, ਤੇਰੇ ਘਰ ਜਨਮ ਲਵੇਗਾ, ਨਾਮ ਭਾਈ ਭਗਤੂ ਰੱਖੀ। ਬੀਬੀ ਸੁਲੱਖਣੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਈ ਨਾ, ਤੇ ਸਤਿਗੁਰੂ ਜੀ ਨੇ ਬਚਨ ਕੀਤਾ ਤੇਰੇ ਭਾਗਾਂ ਵਿੱਚ ਪੁੱਤਰ ਹੈ ਹੀ ਨਹੀਂ। ਤੇ ਭਾਈ ਗੁਰਦਾਸ ਜੀ ਦੀ ਪ੍ਰੇਰਣਾ ਦੇ ਨਾਲ ਅਗਲੇ ਦਿਨ ਫਿਰ ਆ ਗਈ। ਮਹਾਰਾਜ ਉੱਥੇ ਵੀ ਲਿਖਣ ਵਾਲੇ ਤੁਸੀਂ, ਇੱਥੇ ਵੀ ਲਿਖਣ ਵਾਲੇ ਤੁਸੀਂ, ਜੇ ਮੇਰੇ ਮਾੜੇ ਭਾਗਾਂ ਕਰਕੇ ਮੈਂ ਉੱਥੇ ਨਹੀਂ ਲਿਖਾ ਸਕੀ, ਉੱਥੇ ਨਹੀਂ ਲਿਖੇ, ਤੇ ਮਹਾਰਾਜ ਹੁਣ ਲਿਖ ਦਿਓ। ਕਲਮ ਸਿਆਹੀ ਦੀ ਦਵਾਤ ਕਾਗਜ਼ ਅੱਗੇ ਕਰ ਦਿੱਤਾ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ 7 ਬਖਸ਼ ਦਿੱਤੇ। ਜਿਹਦੇ ਭਾਗਾਂ 'ਚ ਇੱਕ ਨਹੀਂ ਸੀ, ਜਦੋਂ ਆਸ ਲੈ ਕਰਕੇ ਸਤਿਗੁਰੂ ਜੀ ਦੇ ਦਰ ਤੇ ਆਏ ਤੇ ਮਹਾਰਾਜ ਜੀ ਨੇ ਝੋਲੀਆਂ ਹੀ ਭਰ ਦਿੱਤੀਆਂ, ਭੁੱਖਾਂ ਹੀ ਕੱਢ ਦਿੱਤੀਆਂ, ਇੱਕ ਦੀ ਥਾਂ 7 ਦੇ ਦਿੱਤੇ। ਹਜ਼ੂਰ ਫਰਮਾਵਣਾ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਨਾਮ ਰੰਗਣ 'ਚ ਰੰਗੇ ਜਾਂਦੇ ਨੇ, ਜਿਹੜੇ ਇੱਕ ਸਤਿਗੁਰੂ ਜੀ ਤੋਂ ਬਿਨਾਂ ਕਿਸੇ ਦੂਸਰੇ ਤੇ ਆਸ ਨਹੀਂ ਨਾ ਰੱਖਦੇ, ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ, ਸਾਰੀਆਂ ਇੱਛਾਵਾਂ, ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਹਨ ਜੀ। ਹਰ ਸੰਗ ਰਾਤੇ ਦੁੱਖ ਨਾ ਲਾਗੈ। ਜਿਹੜੇ ਹਰੀ ਪਰਮਾਤਮਾ ਜੀ ਦੇ ਨਾਮ ਦੇ ਅੰਦਰ ਰੰਗੇ ਹੋਏ ਨੇ ਨਾ, ਉਹਨਾਂ ਨੂੰ ਜੰਮਣ ਅਤੇ ਮਰਨ ਦਾ ਦੁੱਖ ਨਹੀਂ ਲੱਗਦਾ ਹੈ। ਜੰਮਣ ਮਰਨ ਵਿੱਚ ਨਹੀਂ ਆਉਂਦੇ ਨੇ। 84 ਦੇ ਗੇੜੇ ਤਿੰਨਾਂ ਦੇ ਕੱਟੇ ਜਾਂਦੇ ਨੇ। ਤੇ ਜੇ ਦੁਨੀਆਦਾਰੀ ਦੇ ਅੰਦਰ ਰਹਿੰਦਿਆਂ ਸਰੀਰ ਤੇ ਕੋਈ ਰੋਗ ਆ ਵੀ ਜਾਵੇ ਨਾ, ਉਹ ਜਿਹੜਾ ਰੋਗ ਸਰੀਰ ਤੱਕ ਹੀ ਰਹਿੰਦਾ ਹੈ, ਮਨ ਨੂੰ ਦੁਖੀ ਨਹੀਂ ਕਰ ਸਕਦਾ ਹੈ। ਇਸ ਪ੍ਰਕਾਰ ਸਰੀਰ ਦੇ ਦੁੱਖ ਹੋ ਕੇ ਵੀ ਉਹਨਾਂ ਨੂੰ ਦੁੱਖ ਮਨ ਨੂੰ ਨਹੀਂ ਪਾਉਂਦੇ। ਤੇ ਜੰਮਣ ਮਰਨ ਦੇ ਤਿੰਨਾਂ ਦੇ ਦੁੱਖ ਮਿਟ ਜਾਂਦੇ ਹਨ ਜਿਨ੍ਹਾਂ ਦੇ ਹਿਰਦੇ ਨਾਮ ਦੇ ਅੰਦਰ ਰੰਗੇ ਹਨ, ਰੱਤੇ ਹੋਏ ਹਨ। ਹਰ ਸੰਗ ਰਾਤਾ ਅਨ ਦਿਨ ਜਾਗੈ। ਜਿਹੜਾ ਹਰੀ ਪਰਮਾਤਮਾ ਜੀ ਦੇ ਨਾਮ ਰੰਗਣ ਦੇ ਅੰਦਰ ਰੰਗਿਆ ਹੋਇਆ ਜਿਸ ਪ੍ਰਾਣੀ ਦਾ ਹਿਰਦਾ ਨਾ, ਉਹ ਅਨ ਦਿਨ ਜਾਗੈ। ਰਾਤ ਦਿਨ ਗਿਆਨ ਜਾਗਰਤ ਅਵਸਥਾ ਦੇ ਵਿੱਚ ਜਾਗਦਾ ਹੈ। ਇੱਕ ਸਰੀਰ ਦਾ ਸੌਣਾ ਤੇ ਸਰੀਰ ਦਾ ਜਾਗਣਾ ਹੈ, ਇੱਕ ਮਨ ਦੀ ਅਵਸਥਾ ਦਾ ਸੌਣਾ ਤੇ ਜਾਗਣਾ ਹੈ। ਅਗਿਆਨੀ ਦਾ ਮਨ ਪਦਾਰਥਾਂ ਵੱਲ ਜਾਗਦਾ ਹੈ ਤੇ ਨਾਮ ਵੱਲੋਂ ਸੁੱਤਾ ਹੈ,
ਪਰ ਜਿਹੜਾ ਗਿਆਨਵਾਨ ਅਰਥਾਤ ਸ਼ਰਧਾ ਪੂਰਵਕ ਸਿੱਖ ਹੈ ਨਾ, ਜਿਸ ਦੇ ਹਿਰਦੇ ਦੇ ਅੰਦਰ ਭਾਵਨਾ ਹੈ, ਉਸ ਦਾ ਜਿਹੜਾ ਹਿਰਦਾ ਹੈ ਸਤਿਗੁਰੂ ਜੀ ਦੇ ਨਾਮ ਜਪਣ ਵੱਲ ਜਾਗਦਾ ਹੈ। ਤੇ ਜਿਹੜੇ ਨਾਮ ਜਪਦੇ ਨੇ ਅਣ ਦਿਨ ਜਾਗੈ, ਰਾਤ ਦਿਨ ਪ੍ਰਮਾਤਮਾ ਜੀ ਦੇ ਸਿਮਰਨ ਕਰਨ ਰੂਪੀ ਗਿਆਨ ਜਾਗਰਤ ਅਵਸਥਾ ਦੇ ਵਿੱਚ ਜਾਗਦੇ ਨੇ। ਮਹਾਰਾਜ ਇਹਨਾਂ ਰੰਗੇ ਹੋਏ ਹਿਰਦੇ ਵਾਲਿਆਂ ਦੀ ਪਛਾਣ ਕੀ ਹੈ? ਤੇ ਹਜ਼ੂਰ ਫਰਮਾਉਂਦੇ ਨੇ ਨਾ, ਰੱਤੇ ਸੋਈ ਰੱਤੇ ਸੇਈ ਜੇ ਮੁਖ ਨਾ ਮੋੜਨ। ਜਿਹੜੇ ਵਾਹਿਗੁਰੂ ਜੀ ਦੇ ਸਿਮਰਨ ਵੱਲੋਂ ਕਦੇ ਮੁਖ ਨਹੀਂ ਮੋੜਦੇ। ਰਾਤ ਦਿਨ ਚਲਤ ਵੈਸਤ ਸੋਵਤ ਜਾਗਤ, ਗੁਰ ਮੰਤਰ ਹਿਰਦੈ ਚਤਾਰ। ਸਤਿਗੁਰੂ ਜੀ ਦੇ ਮੰਤਰ ਨੂੰ, ਸੱਚੇ ਨਾਮ ਨੂੰ, ਸਤਨਾਮ ਸ੍ਰੀ ਵਾਹਿਗੁਰੂ ਹਰ ਵੇਲੇ ਜਿਹੜੇ ਜਪਦੇ ਹੀ ਰਹਿੰਦੇ ਨੇ, ਇਹ ਉਹਨਾਂ ਦੀ ਪਛਾਣ ਹੈ। ਤੇ ਗਿਆਨ ਜਾਗਰਤ ਅਵਸਥਾ ਦੀ ਪਛਾਣ ਇਹੋ ਹੀ ਹੈ, ਉਹਨਾਂ ਨੂੰ ਕਦੇ ਨਾਮ ਭੁੱਲਦਾ ਨਹੀਂ। ਹਰ ਵੇਲੇ ਉਠਤ ਬੈਠਤ ਸੋਵਤ ਨਾਮ ਹੀ ਜਪ ਕਰਕੇ ਆਪਣੀਆਂ ਸਾਰੀਆਂ ਅਵਸਥਾ ਨੂੰ, ਜਾਗਤ ਸੁਪਨ ਸੁਖੋਪਤ, ਤਿੰਨਾਂ ਹੀ ਅਵਸਥਾਵਾਂ ਨੂੰ ਪਿਆਰਿਓ ਉਹ ਸਫਲੀਆਂ ਕਰ ਲੈਂਦੇ ਹਨ। ਹਰ ਸੰਗ ਰਾਤਾ ਸਹਿਜ ਘਰ ਵਸੈ। ਤੇ ਜਿਸ ਦਾ ਹਿਰਦਾ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਰੰਗਿਆ ਹੋਇਆ ਨਾ, ਉਹ ਸਹਿਜ ਸੁਭਾਵਕ ਹੀ ਘਰ ਆਪਣੇ ਸਰੂਪ ਰੂਪੀ ਘਰ, ਅੰਤਸ਼ਕਰਨ ਰੂਪੀ ਘਰ ਦੇ ਵਿੱਚ ਵਸਦਾ ਹੈ। ਉਹਨਾਂ ਦੇ ਮਨ ਨੂੰ ਭਟਕਣਾ ਨਹੀਂ, ਉਹਨਾਂ ਦਾ ਮਨ ਆਕਾਸ਼ਾਂ ਪਾਤਾਲਾਂ ਦੇ ਚੱਕਰ ਨਹੀਂ ਕੱਢਦਾ ਹੈ। ਉਹ ਤੇ ਗਿਆਨ ਜਾਗਰਤ ਅਵਸਥਾ ਨੂੰ ਪ੍ਰਾਪਤ ਕਰਕੇ ਅੰਤਸ਼ਕਰਨ ਰੂਪੀ ਘਰ ਦੇ ਵਿੱਚ ਟਿਕ ਜਾਂਦਾ ਹੈ। ਇਸੇ ਹੀ ਪ੍ਰਕਾਰ ਹਰ ਸੰਗ ਰਾਤਾ ਸਹਿਜ ਘਰ ਵਸੈ। ਜਿਹੜਾ ਹਿਰਦਾ ਹਰੀ ਪਰਮਾਤਮਾ ਜੀ ਦੇ ਨਾਮ ਦੇ ਅੰਦਰ ਰੰਗਿਆ ਹੋਇਆ, ਉਹ ਸਹਿਜ ਗਿਆਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਅੰਤਕਾਲ ਸੱਚਖੰਡ ਰੂਪੀ ਘਰ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਦੀ ਅਭੇਦਤਾ ਪ੍ਰਾਪਤ ਕਰਦਾ ਹੈ। ਵਾਹਿਗੁਰੂ ਜੀ ਦੇ ਵਿੱਚ ਹੀ ਜਾ ਵਸਦਾ ਹੈ, ਲੀਨ ਹੋ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਹਰ ਸੰਗ ਰਾਤੇ ਭ੍ਰਮ ਭਉ ਨਸੈ। ਜਿਨ੍ਹਾਂ ਪ੍ਰਾਣੀਆਂ ਦੇ ਹਿਰਦੇ ਹਰੀ ਪਰਮਾਤਮਾ ਜੀ ਦੇ ਨਾਮ ਦੇ ਅੰਦਰ ਰੰਗੇ ਹੋਏ ਨੇ, ਉਹਨਾਂ ਦੇ ਹਿਰਦੇ 5 ਪ੍ਰਕਾਰ ਦੇ ਵੱਡੇ ਭਾਰੀ ਭਰਮ, ਤੇ ਇਸੇ ਪ੍ਰਕਾਰ 7 ਪ੍ਰਕਾਰ ਦੇ ਜਿਹੜੇ ਡਰ ਨੇ ਲੋਕ ਅਤੇ ਪਰਲੋਕ ਦੇ, ਉਹ ਸਾਰੇ ਨਸੈ ਨਾਸ ਹੋ ਜਾਂਦੇ ਨੇ। ਨਸੈ ਨਾਸੀ ਜਾਂਦੇ ਨੇ, ਦੌੜ ਹੀ ਜਾਂਦੇ ਨੇ, ਨੇੜੇ ਨਹੀਂ ਟਿਕਦੇ। ਜਿਹੜੇ ਨਾਮ ਦੇ ਰਸੀਏ ਹਨ ਭਾਈ, ਐਸੀ ਤਿੰਨਾਂ ਨੂੰ ਬਖਸ਼ਿਸ਼ ਮਿਲਦੀ ਹੈ। ਹਰ ਸੰਗ ਰਾਤੇ ਮਤ ਊਤਮ ਹੋਏ। ਜਿਹੜੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੰਗਣ ਦੇ ਅੰਦਰ ਰੰਗੇ ਹੋਏ ਨੇ ਨਾ, ਉਹਨਾਂ ਦੀ ਜਿਹੜੀ ਮਤ ਹੈ ਉੱਤਮ ਹੋ ਜਾਂਦੀ ਹੈ, ਸਰਵ ਸ਼੍ਰੇਸ਼ਟ ਹੋ ਜਾਂਦੀ ਹੈ, ਆਤਮ ਵਿਸ਼ੈਣੀ ਮਤ ਹੋ ਜਾਂਦੀ ਹੈ। ਆਤਮ ਸਵਰੂਪ ਨੂੰ ਜਾਣਨੇ ਵਾਲੀ ਨਿਰਮਲ ਬੁੱਧ ਤਿੰਨਾਂ ਨੂੰ ਪ੍ਰਾਪਤ ਹੁੰਦੀ ਹੈ। ਤਿੰਨਾਂ ਦੀ ਬੁੱਧੀ ਜਿਹੜੀ ਹੰਗਤਾ ਦੇ ਸਹਿਤ ਨਹੀਂ ਹੁੰਦੀ ਹੈ। ਇਹ ਵੱਡੀ ਭਾਰੀ ਦਾਤ ਸਤਿਗੁਰੂ ਜੀ ਕਿਰਪਾਲਤਾ ਕਰਕੇ ਬਖਸ਼ਦੇ ਨੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਮਨ ਨੂੰ ਸਦਾ ਨੀਵਾ ਰੱਖਣਾ, ਮੈਂ ਤੇ ਕੁਛ ਵੀ ਨਹੀਂ। ਇਹ ਸਰੀਰ ਅੱਜ ਵੀ ਮਿੱਟੀ ਦੀ ਢੇਰੀ ਤੇ ਕੱਲ ਵੀ ਮਿੱਟੀ ਦੀ ਢੇਰੀ, ਇਸ ਦਾ ਮੂਲ ਹੀ ਮਿੱਟੀ ਹੈ, ਮਿੱਟੀ ਤੋਂ ਬਣਿਆ। ਇਹ ਜਿਹੜੀ ਦੇਹੀ ਹੈ ਸਰੀਰ ਮਿੱਟੀ ਤੋਂ ਬਣਿਆ ਤੇ ਮਿੱਟੀ 'ਚ ਮਿਲ ਜਾਣਾ, ਮੈਂ ਤੇ ਕੁਛ ਵੀ ਨਹੀਂ। ਇਸ ਪ੍ਰਕਾਰ ਮਨ ਨੂੰ ਨੀਵਾ ਰੱਖਦੇ ਕਿ ਮੈਂ ਕੁਛ ਵੀ ਨਹੀਂ, ਤੇ ਮਤ ਨੂੰ ਉੱਚਾ ਕੀ ਰੱਖਣਾ? ਜਿਹੜਾ ਨਾਮ ਦੇ ਵਿੱਚ ਜੋੜ ਕਰਕੇ ਰੱਖਣਾ ਹੈ, ਸਿਮਰਨ ਦੇ ਵਿੱਚ ਬਿਰਤੀ ਟਿਕਾ ਕਰਕੇ ਰੱਖਣੀ। ਇਹ ਮਤ ਨੂੰ ਉੱਚਾ ਰੱਖਣਾ ਹੈ। ਸਿਮਰਨ ਕਰਨ ਵਾਲਿਆਂ ਦੀ ਦੁਨੀਆ ਦੇ ਪਦਾਰਥਾਂ ਤੋਂ ਸੁਰਤ ਉੱਚੀ ਹੋ ਜਾਂਦੀ ਹੈ, ਉੱਚੇ ਪਰਮੇਸ਼ਰ ਜੀ ਦੇ ਅੰਦਰ ਹੀ ਲੀਨ ਰਹਿੰਦੀ ਹੈ ਜੀ। ਹਰ ਸੰਗ ਰਾਤੇ ਨਿਰਮਲ ਸੋਏ। ਜਿਹੜੇ ਹਰੀ ਪਰਮਾਤਮਾ ਜੀ ਦੇ ਨਾਮ ਦੇ ਅੰਦਰ ਰਾਤੇ ਰੰਗੇ ਹੋਏ ਨੇ ਨਾ, ਨਿਰਮਲ ਸੋਏ, ਉਹਨਾਂ ਦੀ ਉਜਲ ਸੋਭਾ ਹੁੰਦੀ ਹੈ, ਉਹਨਾਂ ਦੀ ਵਡਿਆਈ ਹੁੰਦੀ ਹੈ। ਮੈਲ ਤੋਂ ਰਹਿਤ ਉਹਨਾਂ ਦੇ ਸ਼ੁਭ ਨਿਸ਼ਕਾਮ ਕਰਮ ਹੁੰਦੇ ਨੇ। ਦੁਨੀਆ ਦੇ ਅੰਦਰ ਚੰਦ ਦੀ ਚਾਂਦਨੀ ਵਾਂਗੂ ਤਿੰਨਾਂ ਦਾ ਉਜਲ ਜਸ ਪ੍ਰਕਾਸ਼ਦਾ ਹੈ। ਕਹੋ ਨਾਨਕ ਤਿਨ ਕੋ ਬਲ ਜਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਹਿਰਦੇ ਨਾਮ ਰੰਗਣ ਦੇ ਅੰਦਰ ਰੰਗੇ ਗਏ ਸੱਚੇ ਪਾਤਸ਼ਾਹ, ਆਪ ਜੀ ਤਿੰਨਾਂ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ, ਜਿਨ੍ਹਾਂ ਦੇ ਹਿਰਦੇ ਲੋਭ ਲਾਲਚ ਵਿਕਾਰਾਂ ਪਾਪਾਂ ਤੋਂ ਉੱਪਰ ਉੱਠ ਕਰਕੇ ਵਾਹਿਗੁਰੂ ਜੀ ਦੇ ਸਿਮਰਨ ਨੂੰ ਧਾਰਨ ਕਰਦੇ ਨੇ, ਗੁਰ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਆਉਂਦੇ ਨੇ, ਉਪਦੇਸ਼ ਨੂੰ ਕਮਾ ਕਰਕੇ ਨਾਮ ਦੇ ਰਸੀਏ ਬਣਦੇ ਨੇ, ਅਸੀਂ ਉਹਨਾਂ ਤੋਂ ਸਦਾ ਕੁਰਬਾਨ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਆਪਾ ਵਾਰਦੇ ਹਾਂ ਉਹਨਾਂ ਤੋਂ, ਆਪਾ ਨਿਸ਼ਾਵਰ ਕਰਦੇ ਹਾਂ ਉਹਨਾਂ ਤੋਂ।
ਜਿਨ੍ਹਾਂ ਦੇ ਹਿਰਦੇ ਨਾਮ ਦੇ ਵਿੱਚ ਰੰਗੇ ਹੋਏ ਨੇ। ਇਤਨਾ ਅਦਬ ਸਤਕਾਰ, ਇਤਨੀ ਵਡਿਆਈ ਗਰੀਬ ਨਿਵਾਜ ਸਤਿਗੁਰੂ ਜੀ ਨਾਮ ਰਸੀਆਂ ਨੂੰ ਦਿੰਦੇ ਹਨ ਜੀ। ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ, ਜਿਨ੍ਹਾਂ ਨੂੰ ਜਗਿਆਸੂਆਂ ਨੂੰ ਨਾਮ ਰਸੀਆਂ ਨੂੰ ਮੇਰਾ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਕਦੇ ਵਿਸਰਦਾ ਹੀ ਨਹੀਂ। ਵਾਹਿਗੁਰੂ ਜੀ ਦੇ ਨਾਮ ਨੂੰ ਕਦੇ ਭੁਲਾਉਂਦੇ ਹੀ ਨਹੀਂ, ਸਿਮਰਨ ਨੂੰ ਕਦੇ ਛੱਡਦੇ ਹੀ ਨਹੀਂ, ਹਿਰਦੇ ਚੋਂ ਯਾਦ ਨੂੰ ਕਦੇ ਵਿਸਾਰਦੇ ਹੀ ਨਹੀਂ। ਹਰ ਵੇਲੇ ਉੱਠਦਿਆਂ ਬੈਠਦਿਆਂ ਸਹਿਤ ਪਿਆਰ ਦੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਐਸੇ ਜਪਣ ਵਾਲਿਆਂ ਤੋਂ, ਆਰਾਧਨ ਵਾਲਿਆਂ ਤੋਂ, ਪਿਆਰ ਕਰਨ ਵਾਲਿਆਂ ਤੋਂ, ਸਤਿਗੁਰੂ ਜੀ ਨੂੰ ਸਮਰਪਿਤ ਹੋਣ ਵਾਲਿਆਂ ਤੋਂ ਸੱਚੇ ਪਾਤਸ਼ਾਹ ਫਰਮਾਨ ਕਰਨਾ ਕਰਦੇ ਨੇ, ਅਸੀਂ ਆਪਾ ਆਪ ਕੁਰਬਾਨ ਕਰਦੇ ਹਾਂ, ਨਿਸ਼ਾਵਰ ਕਰਦੇ ਹਾਂ, ਸਦਕੇ ਘੋਲੀ ਵਾਰਨੇ ਜਾਂਦੇ ਹਾਂ ਉਹਨਾਂ ਤੋਂ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰਸਿੱਖਾਂ ਦੀ ਬੇਨਤੀ ਕਰਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਮ ਜਪਣ ਦੇ ਨਾਲ ਹਿਰਦਾ ਮਨ ਨਾਮ ਦੇ ਵਿੱਚ ਸੁਰਤ ਜੋੜਨਾ ਕਰੀਏ ਤੇ ਵਡਿਆਈਆਂ ਕੀ ਮਿਲਦੀਆਂ ਨੇ, ਬਖਸ਼ਿਸ਼ਾਂ ਕੀ ਹੁੰਦੀਆਂ ਨੇ, ਪਦਾਰਥ ਕਿਵੇਂ ਮਿਲਦੇ ਨੇ, ਵਾਹਿਗੁਰੂ ਜੀ ਰਖਵਾਲੀ ਕਿਵੇਂ ਕਰਦੇ ਨੇ, ਸ਼ੁਭ ਗੁਣਾਂ ਨੂੰ ਪ੍ਰਗਟ ਕਰਨਾ ਕੀਤਾ ਤੇ ਸ਼ੁਭ ਸਿੱਖਿਆ ਦੇਣੀ ਇਹ ਸਿੱਖੋ। ਹੇ ਜਗਿਆਸੂ ਜਨੋ, ਇਹ ਸਾਰੀਆਂ ਦਾਤਾਂ ਤੇ ਬਖਸ਼ਿਸ਼ਾਂ ਤੁਹਾਨੂੰ ਵੀ ਪ੍ਰਾਪਤ ਹੋ ਜਾਣਗੀਆਂ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਨਾਮ ਦੇ ਰਸੀਏ ਹੋ ਜਾਵੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਵਿਖੇ ਬੇਨਤੀ ਕਰੀਏ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾਲਤਾ ਕਰੋ, ਇਹ ਸਾਧਕਾ ਮੰਤਾ ਸਾਡੇ ਹਿਰਦੇ ਵਿੱਚ ਵੀ ਵਸਾ ਦਿਓ। ਸ੍ਰੇਸ਼ਟ ਸਤਿਗੁਰੂ ਜੀ ਆਪਣੀ ਸਿੱਖਿਆ ਸਾਡੇ ਹਿਰਦੇ ਵਿੱਚ ਵੀ ਵਸਾ ਦਿਓ, ਤਾਂ ਕਿ ਆਪ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਕਮਾਈ ਕਰਕੇ ਆਪ ਜੀ ਦੀ ਸਨਮੁਖਤਾ ਪ੍ਰਾਪਤ ਕਰ ਸਕੀਏ, ਆਪ ਜੀ ਦੀਆਂ ਖੁਸ਼ੀਆਂ ਲੈ ਸਕੀਏ ਜੀ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਇਆਲਤਾ ਕਿਰਪਾਲਤਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਘਰੋਂ ਗੁਰਸਿੱਖੀ ਜੀਵਨ, ਗੁਰਮੁਖ ਨਾਮਦਾਨ ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ ਦੀਆਂ ਦਾਤਾਂ ਬਖਸ਼ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਬਣਾ ਕਰਕੇ ਰੱਖ ਲੈਣ। ਸਭਨਾਂ ਦੀਆਂ ਯਾਤਰਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਫਲਾਂ ਕਰਨੀਆਂ ਜੀ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਤੇ ਸੰਗਤਾਂ ਦੇ ਚਰਨਾਂ ਵਿਖੇ ਅਰਦਾਸ ਬੇਨਤੀ ਹੈ, ਸਤਿਗੁਰੂ ਜੀ ਦਇਆ ਨਿਧ ਨੇ, ਮਹਿਮਾ ਅਗਾਧ ਬੋਧ ਹੈ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ, ਤਰੁੱਟੀਆਂ ਰਹਿ ਜਾਣੀਆਂ ਸੁਭਾਵਕ ਨੇ। ਕਿਰਪਾਲਤਾ ਕਰਕੇ ਸਤਿਗੁਰੂ ਜੀ ਤੇ ਸਤਿਗੁਰੂ ਜੀ ਦੀ ਸਾਧ ਸੰਗਤ ਜੀ ਆਪ ਜੀ ਨੇ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ੂ ਜੀ। ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰ ਉਪਦੇਸ਼ ਦੀਆਂ ਪਾਵਨ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹੁ ਨਾਨਕ ਤਿਨ ਕਉ ਬਲ ਜਾਈ, ਜਿਨ ਕਉ ਪ੍ਰਭ ਮੇਰਾ ਬਿਸਰਤ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀ ਅਚੁੱਤ ਹੀ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन हे सर्ब मैं, दुख पंजन गुण तास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, हह पी होवन हार। हे संतह कै सदा संग, निधारा आधार। हे ठाकुर हौ दसरो, मैं निर्गुण गुण नहीं कोई। नानक दीजै नाम दान, राखो हियै परोई। आई प्रभ सरनागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरे पार। जो सरदा कर सेव दे, गुर पार उतारन हार। कथा निता प्रात होत है, सुनो सो सिंह सुजान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਾਜ ਕੇ ਜੈਕਾਰਾ ਗਜਾਵੇ ਸੋ ਨਿਹਾਲ।